फसल चो आ फलाना जानवर आ गया, आ पंछी इदां खांदा। ਉਹ ਅਸਲ 'ਚ ਜਿਹੜੇ ਨਾ ਕੀੜੇ ਜਿਹੜੇ ਜ਼ਿਆਦਾ ਆਉਂਦੇ ਨਾ, ਇਹਦਾ ਕਾਰਨ ਇਹੋ ਹੀ ਆ ਕਿ ਹੁਣ ਚਿੜੀਆਂ ਚੁੜੀਆਂ ਘਟ ਗਈਆਂ ਵਾ। ਇਹ ਨਿੱਜਰ ਸਾਹਿਬ ਇਹ ਜਿਹੜੇ ਨਾ ਕੁਦਰਤੀ ਤੌਰ ਤੇ ਹੀ ਜਾਨਵਰ ਹੈਗੇ ਨੇ, ਪੰਛੀ ਇਹਨਾਂ ਦੀ ਖੁਰਾਕ ਹੀ ਇਹੋ ਸੀ। ਤੇ ਹੁਣ ਵੇਖ ਲਓ ਉਹ ਇੱਕ ਸਰਕਲ ਜਿਹਾ ਖਰਾਬ ਹੋ ਗਿਆ। ਤੇ ਹੁਣ ਸਾਡੀ ਜਿਹੜੀ ਕਣਕ ਆ ਜਾਂ ਝੋਨਾ ਵਾ, ਉਹ ਦਵਾਈ ਤੋਂ ਬਿਨਾਂ ਉਹ ਚੀਜ਼ ਉੱਗਦੀ ਨਹੀਂ। ਹੁਣ ਉਹ ਕੁਛ ਚੀਜ਼ ਜਿਹੜੀ ਹੈਗੀ ਆ ਨੇਚਰ ਦੀ, ਜਿਹੜੀ ਆਪਾਂ ਡਿਸਟਰਬ ਕਰਦੀ ਆ, ਔਰ ਜਿਹਦੇ ਕਰਕੇ ਹੁਣ ਉਹ ਜਿਹੜਾ ਨੇਚਰ ਕੰਮ ਕਰਦਾ ਸੀ, ਉਹ ਸਾਨੂੰ ਖੁਦ ਕਰਨਾ ਪੈ ਰਿਹਾ ਹੁਣ ਦਵਾਈਆਂ ਦੇ ਨਾਲ। ਅਸਲ ਦੇ ਵਿੱਚ ਤੇ ਨੇਚਰ ਨੇ ਤੇ ਇਦਾਂ ਦਾ ਸਾਡਾ ਜਿਹੜਾ ਸਰੀਰ ਵੀ ਬਣਾਇਆ ਵੀ, ਇਹਦੇ ਅੰਦਰ ਵੀ ਜਿਹੜਾ ਨੁਕਸ ਕੋਈ ਪੈਂਦਾ ਨਾ, ਡਾਕਟਰ ਸਾਹਿਬ ਕਹਿੰਦੇ ਕਿ ਆਪਣੇ ਆਪ ਹੀ ਠੀਕ ਕਰ ਲੈਂਦਾ ਸਰੀਰ ਉਹਨੂੰ। ਦਵਾਈ ਜਿਹੜਾ ਐਂਟੀਬਾਇਓਟਿਕ ਜਿਹੜਾ ਆਪੇ ਤਿਆਰ ਕਰ ਲੈਂਦਾ। ਔਰ ਫਿਰ ਏਦਾਂ ਦਾ ਸਾਡਾ ਕਹਿੰਦੇ ਸਰੀਰ ਆ ਕਿ ਜਿਹੜਾ ਵੀ ਐਂਟੀਬਾਇਓਟਿਕ ਇੱਕ ਵਾਰੀ ਤਿਆਰ ਕਰ ਲੈਂਦਾ ਨਾ, ਤੇ ਮੁੜ ਕੇ ਉਹਦਾ ਕੋਡ ਸਾਂਭ ਕੇ ਰੱਖ ਲੈਂਦਾ ਆਪਣੇ ਕੋਲੋਂ। ਬਿਲਕੁਲ। ਤੇ ਕੋਈ 5-6 ਸਾਲ 10 ਸਾਲ 20 ਸਾਲ ਕਦੋਂ ਵੀ ਜਦੋਂ ਉਹ ਬਿਮਾਰੀ ਦਾ ਕੀੜਾ ਸਾਡੇ ਅੰਦਰ ਪੈਦਾ ਹੋਇਆ, ਤੇ ਸਰੀਰ ਨੇ ਇੱਕ ਛਾਣ ਦੇ ਵਿੱਚ ਉਹ ਐਂਟੀਬਾਇਓਟਿਕ ਕੱਢ ਲੈਣਾ, ਬਣਾ ਲੈਣਾ ਉਸੇ ਵਕਤ ਹੀ। ਦੇਖੋ ਨਿੱਜਰ ਸਾਹਿਬ, ਉਹ ਐਂਟੀਬਾਇਓਟਿਕ ਕੱਢ ਕੇ ਉਹਦਾ ਜਿਹੜਾ ਵੀ ਵਾਇਰਸ ਹੈਗਾ ਉਹਨੂੰ ਮਾਰ ਦੇਣਾ। ਮਤਲਬ ਕਹਿਣ ਤੋਂ ਭਾਵ ਹੈ ਕਿ ਕੋਈ ਚੀਜ਼ਾਂ ਜਿਹੜੀਆਂ ਨੇ ਕੁਦਰਤ ਨੇ ਸਾਡੇ ਸਰੀਰ ਦੇ ਅੰਦਰ ਪਾਈਆਂ ਨੇ। ਔਰ ਜੇ ਮੰਨ ਲਓ ਕੋਈ ਚੀਜ਼ ਛੋਟੀ ਮੋਟੀ, ਹੁਣ ਤੁਸੀਂ ਵੇਖ ਲਓ ਇੰਡੀਆ ਦੇ ਵਿੱਚ, ਹੁਣ ਚਲੋ ਤੁਹਾਡੇ ਦੇਸ਼ਾਂ 'ਚ ਸਫਾਈ ਕਾਫੀ ਆ, ਇੱਥੇ ਵੇਖੋ ਸਫਾਈ ਤੇ ਹੈ ਕੋਈ ਨਾ, ਓਨੀ ਸਫਾਈ ਨਹੀਂ ਹੈਗੀ। ਤੇ ਇਹ ਚੱਲੀ ਜਾਂਦੇ ਸੀ। ਹੁਣ ਸਾਡਾ ਦੇਸ਼ ਕਿਉਂ ਦੁਖੀ ਆ, ਪਰੇਸ਼ਾਨ ਹੈ, ਇਹਦਾ ਵੱਡਾ ਕਾਰਨ ਇਹ ਹੈਗਾ ਆ ਕਿ ਸਾਡੇ ਦੇਸ਼ 'ਚ ਨਾ ਜਿਹੜੀਆਂ ਛੋਟੀਆਂ ਮੋਟੀਆਂ ਦੁਕਾਨਾਂ ਸੜਕ ਤੇ ਹੈਗੀਆਂ ਨੇ, ਜਿੱਦਾਂ ਆਪਾਂ ਲੋਕ ਖਾਂਦੇ ਤੇ ਬਹੁਤ ਸਵਾਦ ਨਾ ਵਾ, ਗੋਲ ਗੱਪੇ ਵਗੈਰਾ, ਇਹ ਪਲੇਟਾਂ ਪਲੂਟਾਂ ਧੋਤੀਆਂ ਨਹੀਂ ਜਾਂਦੀਆਂ ਨਿੱਜਰ ਸਾਹਿਬ, ਨਹੀਂ ਧੋਤੀਆਂ ਜਾਂਦੀਆਂ। ਇਹਨਾਂ ਲੋਕਾਂ ਨੂੰ, ਸਾਡੇ ਲੋਕਾਂ ਨੂੰ ਐਜੂਕੇਸ਼ਨ ਦੀ ਕਮੀ ਆ। ਜਿੱਦਾਂ ਉਹ ਰਨਿੰਗ ਵਾਟਰ 'ਚ, ਜਿੱਦਾਂ ਆਪਾਂ ਘਰੇ ਆਪਾਂ ਜਦੋਂ ਬਰਤਨ ਧੋਨੇ ਆ ਤੇ ਰਨਿੰਗ ਵਾਟਰ 'ਚ ਧੋਨੇ ਆ, ਉਹਨਾਂ ਕੋਲ ਤਾਂ ਰਨਿੰਗ ਵਾਟਰ ਹੁੰਦਾ ਨਹੀਂ। ਉਹ ਤੇ ਇੱਕ ਬਾਲਟੀ ਰੱਖੀ ਆ, 2 ਬਾਲਟੀਆਂ 'ਚ ਤੁਸੀਂ ਕਿੰਨਾ ਵੀ ਕੋਸ਼ਿਸ਼ ਕਰ ਲਓ, ਹਾਰ ਕੇ ਇੱਕ ਬੰਦੇ ਦਾ ਥੁੱਕ ਦੂਜੇ ਮੂੰਹ 'ਚ ਜਾਣਾ ਹੀ ਜਾਣਾ। ਬਿਲਕੁਲ ਜਾਣਾ। ਉਹਨੂੰ ਹੁਣ ਸਾਡੇ ਹੀ ਜਹਾਜ਼ਾਂ ਦੇ ਜਿੱਥੇ ਰਹਿੰਦੇ ਆ, ਇੱਥੇ ਪਲੇਟਾਂ ਧੋਂਦੇ ਵੀ ਆ, ਤੇ ਉਸ ਤੋਂ ਬਾਅਦ ਇੱਕ ਪਤਾ ਨਹੀਂ ਕੀ ਉਹ ਹੀਟਰ ਜਿਹਾ ਵਾ, ਤੇ ਉਹ 'ਚ ਪਲੇਟਾਂ ਰੱਖ ਦਿੰਦੀਆਂ ਨੇ ਸਾਹਿਬ। ਉਹ ਸਾਰੀਆਂ ਪਲੇਟਾਂ ਨੇ ਇੱਕ ਟੈਂਪਰੇਚਰ ਹੈ ਉਹਦੇ ਅੰਦਰ, ਔਰ ਉਹ ਹੌਲੀ ਹੌਲੀ ਗਰਮ ਹੁੰਦਾ ਰਹਿੰਦਾ ਵਾ। ਤੇ ਉਹ ਜਿੰਨਾ ਵੀ ਪਲੇਟਾਂ ਇੱਥੇ ਡਰਾਈ ਹੋ ਜਾਂਦੀਆਂ ਵਾ, ਤੇ ਇੱਕ ਜਿਹੜੀਆਂ ਉਹ ਬੈਕਟੀਰੀਆ ਫਰੀ ਹੋ ਜਾਂਦੀਆਂ। ਤੇ ਆਮ ਤੇ ਬੰਦੇ ਕੋਈ ਇੰਨੀ ਫੈਸਿਲਿਟੀ ਅਵੇਲੇਬਲ ਨਹੀਂ। ਹੁਣ ਜਿਹੜੀ ਸੜਕਾਂ ਤੇ ਰੇਹੜੀਆਂ ਰੂੜੀਆਂ ਹੁੰਦੀਆਂ, ਤੁਸੀਂ ਵੇਖੋ ਉਹ ਗਲਾਸ ਕਿੰਨੇ ਧੋਣਾ। ਹੁਣ ਉਹ ਜਿੱਦਾਂ ਦੇ ਆਪਾਂ, ਹੁਣ ਮੰਨ ਲਓ ਇੱਕ ਬੰਦਾ ਬਿਮਾਰ ਹੈ, ਜਿਹਨੇ ਹੱਥ ਲਾਇਆ ਤੇ ਉਹਨੇ ਉਸੇ ਗਲਾਸ ਤੋਂ ਲੋਕਾਂ ਨੇ ਪਾਣੀ ਪੀ ਜਾਣਾ। ਤੇ ਉਹ ਇਸੇ ਕਰਕੇ ਤੇ ਆਪਣੇ ਦੇਸ਼ 'ਚ ਜ਼ਿਆਦਾ ਚੀਜ਼ ਵੱਧਦੀ ਹੈ, ਕਿਉਂਕਿ ਆਪਣੇ ਦੇਸ਼ 'ਚ ਚੀਜ਼ ਦੀ ਬਹੁਤ ਵੱਡੀ ਕਮੀ। ਤੇ ਵੈਸੇ ਵੀ ਹੁਣ ਤੇ ਹਾਈਜੀਨ ਦੀ ਲੋੜ ਆ। ਜਿੰਨਾ ਆਪਾਂ ਸਫਾਈ ਰੱਖਦੇ ਹਾਂ ਉਨਾ ਹੀ ਅਸੀਂ ਸੇਫ ਹਾਂ। ਜਦੋਂ ਆਪਾਂ ਸਫਾਈ ਨਹੀਂ ਰੱਖਦੇ ਤੇ ਇਹ ਚੀਜ਼ਾਂ ਵਧਣੀਆਂ। ਵਾਇਰਸ ਤੇ ਹੈ ਤੇ ਇਸੇ ਚੀਜ਼ ਨਾਲ ਹੀ ਫੈਲ ਰਿਹਾ। ਹਾਂਜੀ ਨਹੀਂ ਸਰ। ਤੇ ਹਾਂਜੀ, ਕੱਲ ਦੀ ਕਥਾ ਜਿਹੜੀ ਆਪਾਂ ਅੱਜ ਜਿਹੜੀ ਹੈਗੀ ਵਾਪਸ ਫਿਰ ਆਨੰਦ ਸਾਹਿਬ ਤੇ ਆ ਜਾਈਏ ਆਪਾਂ। ਹਾਂਜੀ। ਤੇ ਜਾਂ ਉਹ ਜਿਹੜੇ ਲੈ ਰਹੇ ਸੀਗੇ ਉਹ ਲੈਣੇ ਆ ਤੇ ਉਹ ਦੇਖ ਲਓ। ਆਪਾਂ ਤਾਂ ਦੋਨੋਂ ਪਾਸੇ ਰਾਜੀ ਆ ਭਾਈ। ਆਨੰਦ ਸਾਹਿਬ ਜਿਹੜਾ ਲੈ ਰਹੇ ਸੀ ਆਪਾਂ ਉਹ ਪੂਰਾ ਕਰਦੇ ਹਾਂ। ਅੰਗ ਜਿਹੜੇ ਹੈਗੇ ਆ ਮੇਰੇ ਖਿਆਲ 919 ਤੇ ਸੀਗੇ ਆਪਾਂ। ਹਾਂਜੀ 919। ਹਾਂਜੀ, ਤੇ ਨੰਬਰ ਪਿਆ ਹੋਇਆ ਆਪਾਂ ਨੇ 18ਵਾਂ ਲੈਣਾ ਹੈ ਜੀ। ਪਵਿੱਤਰ ਹੋਣ ਦਾ ਮਹਾਰਾਜ ਨੇ ਦੱਸਿਆ ਸੀਗਾ ਬਈ ਗੁਰੂ ਦੇ ਰਾਹੀਂ ਪਵਿੱਤਰ ਹੋ ਸਕਦੇ ਆ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਂਦੇ ਆ, ਕਹਿੰਦੇ ਵੀ ਆ, ਸੁਣਦੇ ਵੀ ਆ, ਜਿਹੜੇ ਨਾਮ ਅੰਦਰ ਜਿਹੜੇ ਸ਼ਬਦ ਪ੍ਰਗਟ ਹੋ ਜਾਂਦਾ ਜਿਨ੍ਹਾਂ ਦੇ। ਤੇ ਉਸ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਭਾਈ ਬਾਕੀ ਜਿਹੜੇ ਇਸ ਰਸਤੇ ਦੇ ਉੱਤੇ ਜਿਹੜੇ ਹੈਗੇ ਭਗਤੀ ਮਾਰਗ ਦੇ ਉੱਤੇ ਕਰਮਾਂ ਦੇ ਵਿੱਚ ਚੱਲ ਰਹੇ ਆ, ਕਰਮਾਂ ਦੇ ਬਾਹਰੀ ਕਰਮ ਜਿਹੜੇ ਹੈਗੇ ਆ, ਫਿਜ਼ੀਕਲ ਜਿਹੜੇ ਹੈਗੇ ਆ, ਜਿਹੜਾ ਭੇਖ ਤੇ ਵੇਸ਼ ਤੇ ਉਹਦੇ ਨਾਲ ਮਹਾਰਾਜ ਕਹਿੰਦੇ ਆ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਸਾ ਨਾ ਜਾਏ। ਕਹਿੰਦੇ ਕਰਮਾਂ ਦੇ ਨਾਲ ਤਾਂ ਭਾਈ ਦੇਖੋ ਸਹਿਜ ਅਵਸਥਾ ਨਹੀਂ ਆ ਸਕਦੀ, ਚੌਥਾ ਪਦ 'ਚ ਨਹੀਂ ਪਹੁੰਚ ਸਕਦਾ ਤੂੰ।
त्रिगुणी माया जिहड़ी हैगी इस तो उपर नहीं उठ सकता। ਵੱਧ ਤੋਂ ਵੱਧ सतो गुण च चले जाएगा पर इस तो उपर नहीं जा सकता। सहज अवस्था नहीं आएगी तेरे अंदर, विचार बंद नहीं कर सकेगा। कर्मी सहज ना उपजै, विण सहज है सहसा ना जाए। सहज अवस्था नहीं आई तो सहसा जा ही नहीं सकता, सहम जाएगा ही नहीं तेरा। बस दोनों पासे जिहड़ी हैगी इधर उधर शिफ्ट होंदा रहेगा। नह जाए सहसा कितै संजमे रहे कर्म कमाए। केड़ा मर्जी संजम कर ला भाई, इन्हें सहसे ने नहीं जाना तेरा। जे मर्जी कर्म कमा के देख ला। नह जाए सहसा कितै संजमे रहे कर्म कमाए। बथेरे लोग ये कर करके देख चुके, ये कर्म कमा के चले गए। सहसा जियो मलिन है कित संजमे तो होता जाए। कहते सहसा हैगा, सहम हैगा तो तेरा जियो जिहड़ा हैगा मलीन रहेगा। सहसा जियो मलिन है कित संजमे तो होता जाए। कहते केड़ा संजम है फिर जिहड़ा हैगा ये जियो जिहड़ा अंदर दी सफाई कर सके, मन दी सफाई कर दे। मन तो वो शब्दे लागो हरस्यों रहो चित लाए। आया भाई तरीका मन नूं धोना पैना आ, शब्द दे नाल लगना पैना आ और इस तरीके दे नाल परमेश्वर दे नाल चित्त लगाउणा पैना है। आपां ने मन तो वो शब्दे लागो हरस्यों रहो चित्त लाए। कहे नानक गुर प्रसादी सहज उपजै, इहो सहसा इव जाए। कहंदे आया भाई गुरु दे प्रसाद दे नाल ये सहज अवस्था आउणी आ, पैदा होनी है तेरे अंदरों, पैदा होनी है सहज अवस्था। और इस ऐसा इस तरीके ने जा सकता है भाई। ये डुअलिटी ये सहम जिहड़ा हैगा इस तरीके ना जा सकती है। माया त्रिगुणी माया इस तरीके दे नाल जिहड़ा हैगा इस तो तू जिहड़ा हैगा निजात पा सकता है। हाँ जी वीर जी। सहस्य जियो मलिन है, मलिन रहना है सहस्य दे नाल जियो। सहस्य जियो मलिन है कित संजमे धोता जाए। कहते कर्म ही सहज न उपजे। कर्मां दे नाल तां कहते सहज अवस्था आई नहीं जा सकती और ना ही सहसा जाएगा और ना जिहड़ा हैगा तेरा मन जिहड़ा हैगा वो विचारां तो मुक्त होएगा। हाँ जी वीर जी। हाँ जी बिल्कुल ठीक है जी। ये सहज की गल करते ने। सहज का मतलब कुछ करन दी लोड़ ना पवे, अपने आप ही हो जाए। जिदा मतलब साधारण तौर पर आप कुछ करते हैं ना ते वो तो एक क्रिया होगी ना। सहज का मतलब इफोर्टलैस कहंदे अंग्रेजी दे विच। इफोर्टलैस का मतलब बिना कुछ कीतियां। साडा जिद्दां सुभाਅ हुण असीं जो बोलते हैं ये तो साडा सुभाਅ है और जो असीं एक्टिंग करते हैं तो एक्टिंग हो गई। उस ही तरह जिहड़ी चंगियाई है साडे अंतराकरण चों वो मतलब साडे अंदरों अपने आप पैदा होवे। मतलब जिद्दां गां दे थणा चों दुध आउंदा ਉਹਦੇ ਅੰਦਰ ਸਿਸਟਮ ਲੱਗਾ ਆ, ਉਹਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਸਤੋ ਗੁਣੀ ਵੇਖ ਲਓ, ਸਤੋ ਗੁਣੀ ਜਿਹੜੇ ਮਨੁੱਖ ਹੁੰਦੇ ਆ ਉਹ ਕਰਦੇ ਤੇ ਹੈ ਸਤੋ ਗੁਣ। ਸਤੋ ਗੁਣ ਵੀ ਜਿਹੜੇ ਰਜੋ ਤਮੋ ਸਤੋ ਇਹ ਤਿੰਨ ਗੁਣ ਆ। ਇਹਨਾਂ ਗੁਣਾਂ ਦੇ ਵਿੱਚ ਪ੍ਰਕਿਰਤੀ ਕੰਮ ਕਰਦੀ ਹੈ। ਸਾਡਾ ਜਿਹੜਾ ਚਿੱਤ ਹੈ ਨਾ ਇਹਨਾਂ ਦੇ ਨਾਲ ਬਣਿਆ, ਇਹ ਤਿੰਨਾਂ ਦੇ ਨਾਲ प्रकृति ये बैठी है। साडा चित्त चुत मन मुन जो भी ला लो हर कोई इंसान इन्हां च आउंदा। सहज का मतलब हैगा इन्हां तिन्नां गुणां दे प्रभाव तो उपर उठ जाना। जिद्दां कोई चीज नहीं हुंदी। आपां सुनी नहीं कहावत सुनी है कि भीम ने हाथी पूछ तो फड़ के उपर नूं सुटे, मुड़ के वापस ही नहीं आए। कहने तो भाव है कि कोई भी चीज जो धरती की ग्रेविटेशन तो उपर चल जाती है ना, फिर
फिर ਉਹ ਚੀਜ਼ ਜਿਹੜੀ ਇੰਨੀ ਦੂਰ ਚਲ ਜਾਂਦੀ ਆ ਉਸੇ ਫਿਰ ਇਹ ਜਿਹੜੀ ਧਰਤੀ ਦੀ ਗ੍ਰੈਵਿਟੇਸ਼ਨ ਉਹਦੇ ਤੇ ਅਸਰ ਨਹੀਂ ਕਰਦੀ। ਮਤਲਬ ਉਹ ਜੋ ਵੀ ਲੇਅਰ ਹੈਗੀ ਆ, ਜਿੱਥੇ ਇੱਕ ਬਾਉਂਡਰੀ ਹੈਗੀ ਆ ਧਰਤੀ ਦੀ, ਓਜ਼ੋਨ ਲੇਅਰ ਕਹਿ ਲਓ ਜਾਂ ਕੋਈ ਵੀ ਹੈ, ਉਸ ਰੇਂਜ ਤੋਂ ਜਦੋਂ ਕੋਈ ਚੀਜ਼ ਉੱਪਰ ਚਲ ਜਾਂਦੀ ਆ ਜਾਂ ਪਾਰ ਲੰਘ ਜਾਂਦੀ ਆ, ਉੱਥੇ ਫਿਰ ਉੱਥੇ ਧਰਤੀ ਦੀ ਗ੍ਰੈਵਿਟੇਸ਼ਨ ਕਹਿਣ ਤੋਂ ਭਾਵ ਕਿ ਧਰਤੀ ਦੀ ਜਿਹੜੀ ਚੁੰਬਕ ਸ਼ਕਤੀ ਹੈ ਨਾ, ਉਹਦਾ ਅਸਰ ਨਹੀਂ ਹੁੰਦਾ। ਸਹਿਜ ਅਵਸਥਾ ਵੀ ਕਾਈਂਡ ਆਫ ਉਹੀ ਚੀਜ਼ ਆ। ਕਹਿਣ ਤੋਂ ਭਾਵ ਕਿ ਸੁਰਤੀ ਜਿਹੜੀ ਜੀਵ ਦੀ ਉਹ ਆਤਮਾ ਤੱਕ ਤੇ ਸਥਿਰ ਹੋ ਜਾਂਦੀ ਹੈ। ਕੋਈ ਮਾਮੂਲੀ ਅਵਸਥਾ ਨਹੀਂ ਹੈ ਸਹਿਜ। ਸਾਧੂ ਸਹਿਜ ਸਮਾਧੀ ਜਿਹੜੀ ਹੈ ਨਾ ਬੜੀ ਵੱਡੀ ਹੈ। ਆਪਾਂ ਜਿਹੜੀ ਸਮਾਧੀ ਲਾ ਰਹੇ ਹਾਂ ਨਾ, ਇਹ ਸਮਾਧੀ ਆਪਾਂ ਲਾ ਰਹੇ ਹਾਂ, ਖੁਦ ਲਾ ਰਹੇ ਹਾਂ। ਕਹਿਣ ਤੋਂ ਭਾਵ ਕਿ ਅਸੀਂ ਜੂਸ ਕੱਢ ਰਹੇ ਹਾਂ, ਜਿੱਦਾਂ ਕਿ ਫਰੂਟ ਦਾ ਜੂਸ ਨਹੀਂ ਕੱਢ ਲਈਦਾ, ਗੰਨੇ ਜਾਂ ਜੂਸ ਕੱਢ ਲਈਦਾ, ਉਹ ਚੀਜ਼ ਕਰ ਰਹੇ ਹਾਂ। ਜੇ ਆਪਾਂ ਨੂੰ ਸਹਿਜ ਸਮਾਧੀ ਨਹੀਂ ਮਿਲੀ। ਸਹਿਜ ਸਮਾਧੀ ਜਿਹੜੀ ਇੱਕ ਅਵਸਥਾ ਹੈ, ਉਹ ਜਦੋਂ ਬ੍ਰਹਮ ਗਿਆਨੀ ਬੰਦਾ ਬਣ ਜਾਂਦਾ ਉਹਨੂੰ ਸਹਿਜ ਸਮਾਧੀ ਮਿਲਦੀ। ਉਹਨੂੰ ਕੁਛ ਨਹੀਂ ਕਰਨ ਦੀ ਲੋੜ। ਉਹਨੂੰ ਉਹ ਧਰਤੀ ਦੀ ਗ੍ਰੈਵਿਟੇਸ਼ਨ ਤੋਂ ਪਾਰ ਲੰਘ ਗਿਆ। ਕਹਿਣ ਤੋਂ ਭਾਵ ਇਹ ਜਿਹੜੀ ਪ੍ਰਕਿਰਤੀ ਦੇ 3 ਗੁਣ ਹੈਗੇ ਨੇ, ਰਜੋ ਤਮੋ ਸਤੋ, ਇਹਨਾਂ ਦੀ ਰੇਂਜ ਤੋਂ ਅੱਗੇ। ਹੁਣ ਬਹੁਤ ਮੁਸ਼ਕਲ ਹੈ ਉਸ ਇਨਸਾਨ ਦੀ ਸੁਰਤੀ ਨੂੰ ਭੌਤਿਕ ਪਦਾਰਥਾਂ ਦੇ ਵੱਲ ਖਿੱਚ ਲੈਣਾ। ਹੁਣ ਸੁਧਾਰਨ ਤੌਰ ਤੇ ਤੁਸੀਂ ਦੇਖੋਗੇ ਨਾ ਕਿ ਪ੍ਰਕਿਰਤੀ ਕਿੱਦਾਂ ਖਿੱਚਦੀ ਹੈ। ਬੇਸ਼ੱਕ ਬੰਦਾ ਜਿੰਨਾ ਮਰਜ਼ੀ ਪੜ੍ਹ ਲੇ ਨਾ, ਕਿੰਨੇ ਲੋਕ ਪੜ੍ਹੇ ਲਿਖ ਜਾਂਦੇ ਨੇ, ਤੇ ਪੜ੍ਹਨ ਦੇ ਨਾਲ ਇਹ ਨਹੀਂ ਕਿ ਬੰਦਾ ਬੜਾ ਇੰਟੈਲੀਜੈਂਟ ਹੋ ਜਾਂਦਾ ਹੈ। ਉਹ ਵੀ ਇੱਕ ਫਸਿਆ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਨਾ ਨਿੱਜਰ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜੋ ਜੋ ਦਿਸੇ ਸੋ ਸੋ ਰੋਗੀ। ਪੰਜਵੀਂ ਪਾਤਸ਼ਾਹ ਦੀ। ਅੱਛਾ, ਹਾਂਜੀ, ਬੋਲ ਦੋ ਜਰਾ ਇੱਕ ਤੁਕ ਜਿਹੜਾ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹਾਂ, ਇਹ ਅਸਲ ਦੇ ਵਿੱਚ ਨਾ ਉਹਨਾਂ ਨੇ ਵੇਖੋ ਕਿੱਡੀ ਵੱਡੀ ਗੱਲ ਕੀਤੀ। ਜਿਹੜੇ ਸਿਗਮੰਡ ਫਰਾਇਡ ਤੇ ਕਾਰਲ ਯੰਗ ਨੇ, ਮਾਨਸਿਕ ਡਾਕਟਰ ਹੋਏ ਨੇ। ਤੁਸੀਂ ਥੋੜਾ ਬਹੁਤਾ ਜੇਕਰ ਪੜ੍ਹੇ ਲਿਖੇ ਜੋ ਤੇ ਤੁਹਾਨੂੰ ਪਤਾ ਹੋਣਾ, ਇਹਨਾਂ ਦੇ ਆਮ ਹੀ ਬੱਚਿਆਂ ਨੂੰ ਪੜ੍ਹਾਉਂਦੇ ਨੇ। ਇਹ 2 ਬੰਦੇ ਨੇ, ਇਹਨਾਂ ਨੇ ਮਾਨਸਿਕ ਬਿਮਾਰੀਆਂ ਤੇ ਬੜੀ ਸਰਚ ਕੀਤੀ ਔਰ ਇਹਨਾਂ ਨੇ ਵੇਖਿਆ ਕਿ 10 ਬੰਦੇ ਆ, ਜਿਹੜੀ ਧਰਤੀ ਆ ਜਿੱਥੇ ਤੁਸੀਂ ਰਹਿਣ ਦੇ ਜੋ, ਇੱਥੇ 10 ਬੰਦੇ ਮੰਨ ਲਓ, ਇਹ ਚੋਂ 7 ਬੰਦੇ ਬਿਮਾਰ ਆ। ਉਹ ਕਹਿੰਦੇ ਇਹ ਤੁਹਾਡੇ ਲਾਗੇ ਜਿਹੜੇ ਬੰਦੇ ਬੈਠੇ ਨਾ, ਤੁਹਾਡੇ ਪਰਿਵਾਰ ਚ, ਜਾਂ ਤੁਸੀਂ ਵੀ ਹੋ ਸਕਦੇ ਜੋ, ਮੈਂ ਵੀ ਹੋ ਸਕਦਾ। ਉਹ ਕਹਿੰਦੇ ਕਿ 7 ਬੰਦੇ ਬਿਮਾਰ ਆ, 3 ਬੰਦੇ ਤੰਦਰੁਸਤ ਆ। ਤੇ ਗੁਰੂ ਜੀ ਕੀ ਕਹਿੰਦੇ ਆ ਕਿ ਜੋ ਜੋ ਦਿਸੇ ਸੋ ਸੋ ਰੋਗੀ। ਉਹ 3 ਵੀ ਸਹੀ ਨਹੀਂ ਹੈਗੇ। ਉਹ ਕਹਿੰਦੇ ਆ ਇਹ 3 ਵੀ ਬਿਮਾਰ ਨੇ, ਇਹਨਾਂ ਦੇ ਅੰਦਰ ਕੋਈ ਚੀਜ਼ ਹੈਗੀ ਆ। ਉਹ ਕਹਿੰਦੇ ਨੇ ਕਿ ਮਨ ਮੈਲੇ ਤੇ ਸਭ ਕੁਝ ਮੈਲਾ। ਮਨ ਵੀ ਤੇਰਾ ਮੈਲਾ ਹੋ ਗਿਆ ਨਾ, ਜਿਤਨਾ ਮਨ ਮੈਲਾ ਹੈ ਨਾ, ਤੂੰ ਭਾਵੇਂ ਤੂੰ ਪਾਠ ਕਰਦਾ ਹੈ, ਪੂਜਾ ਕਰਦਾ ਹੈ, ਦਾਨ ਕਰਦਾ, ਪੁੰਨ ਕਰਦਾ, ਜੋ ਮਰਜ਼ੀ ਕਰ ਲਾ, ਸੇਵਾ ਕਰਦਾ। ਹੁਣ ਸਤੋਗੁਣੀ ਜਿਹੜੇ ਬੰਦੇ ਹੁੰਦੇ ਨੇ, ਤੁਸੀਂ ਵੇਖੋ ਨਾ, ਸਤੋਗੁਣੀ ਲੋਕ ਇਹ ਕੀ ਕਰਦੇ ਆ ਕਿ ਔਰੰਗਜ਼ੇਬ ਜਿਹੜਾ ਨਾ ਆਪਣੇ ਆਪ ਨੂੰ ਧਾਰਮਿਕ ਹੀ ਸਮਝਦਾ ਸੀ। ਤੁਸੀਂ ਔਰੰਗਜ਼ੇਬ ਦਾ ਇਤਿਹਾਸ ਪੜ੍ਹੋ। ਉਹ ਕਹਿੰਦੇ ਸੀ ਕਿ ਉਹ ਆਇਤਾਂ ਲਿਖਦਾ ਸੀ, ਉਹ ਆਇਤਾਂ ਵਿਕਦੀਆਂ ਸਨ, ਉਸ ਪੈਸੇ ਦੀ ਰੋਟੀ ਖਾਂਦਾ ਸੀ ਉਹ। ਔਰ ਉਸਨੇ ਕਿਹਾ ਸੀ ਕਿ ਇਹ ਮੇਰੇ ਜਿਹੜੇ ਥੋੜੀਆਂ ਜਿਹੜੀਆਂ ਆਇਤਾਂ ਵਿਕਦੀਆਂ ਨੇ, ਥੋੜੇ 2, 4, 5 ਰੁਪਏ ਬਣੇ ਹੋਣਗੇ ਉਹ ਜ਼ਮਾਨੇ ਦੇ ਹਿਸਾਬ ਨਾਲ, ਕਹਿੰਦਾ ਕਿ ਮੇਰੀ ਜਿਹੜੀ ਕਬਰ ਬਣਾਉਣੀ ਆ ਨਾ, ਇਹਨਾਂ ਪੈਸਿਆਂ ਦੀ ਬਣਾਉਣੀ ਆ ਨੇਜਰ ਸਾਹਿਬ। ਇਹ ਸੱਚ ਜੇ? ਨੇਜਰ ਸਾਹਿਬ ਮੇਰੀ ਆਵਾਜ਼ ਆ ਰਹੀ ਆ? ਹਾਂਜੀ, ਬਿਲਕੁਲ ਵਧੀਆ ਆ ਰਹੀ। ਹਾਂ, ਹੁਣ ਸਾਧ ਸੰਗਤ ਜੀ ਦੇਖੋ, ਇਹ ਬੰਦਾ ਸਤੋਗੁਣੀ ਹੈ ਪਰ ਹੈ ਪਾਪੀ, ਕਿਉਂਕਿ ਉਹ ਆਪਣੇ ਵੱਲੋਂ ਤੇ ਇਹ ਸੋਚਦਾ ਕਿ ਮੈਂ ਧਰਮ ਨੂੰ ਵਧਾਉਣ ਆ। ਔਰ ਖਾਸ ਕਰਕੇ ਜਿਹੜਾ ਮੁਸਲਿਮ ਧਰਮ ਹੈ ਨਾ, ਜਿਹੜਾ ਵਧਾਇਆ ਗਿਆ, ਇਹਦਾ ਬੇਸ ਹੀ ਉਹ ਆ, ਸਤੋਗੁਣੀ। ਜਿਹੜਾ ਰਜੋਗੁਣੀ ਤੇ ਤਮੋਗੁਣੀ ਹੈ ਨਾ, ਇਹ ਬੰਦੇ ਜੇ ਪਾਵਰਫੁਲ ਨਹੀਂ ਹੁੰਦੇ। ਇਹਨਾਂ ਨੇ ਕੀ ਕਰਨਾ, ਇਹਨਾਂ ਛੋਟਾ ਮੋਟਾ ਕੰਮ ਕਰਨਾ। ਪਰ ਜਿਹੜਾ ਸਤੋਗੁਣੀ ਬੰਦਾ ਹੁੰਦਾ, ਵੇਖੋ ਕ੍ਰਿਸਚਨ ਲੋਕਾਂ ਨੇ ਕਿੰਨੀ ਦੁਨੀਆ ਮਾਰੀ ਉਦੋਂ, ਦੇਖੋਗੇ ਤੇ ਆ ਚੈੱਕ ਕਰੋ, ਬੜੀ ਦੁਨੀਆ ਮਾਰੀ ਆ। ਔਰ ਇਹ ਲੋਕ ਜਿਹੜਾ ਸਤੋਗੁਣੀ ਹੁੰਦਾ ਵਾ, ਇਹ ਲੋਕ ਬੜੇ ਕੱਟੜ ਹੁੰਦੇ ਆ, ਬਿਮਾਰ ਹੁੰਦੇ ਨੇ। ਇਹ ਕਾਈਂਡ ਆਫ ਬਿਮਾਰ ਲੋਕ ਹੁੰਦੇ ਨੇ। ਇਹਨਾਂ ਦੀ ਬਿਮਾਰੀ ਇੰਨੀ ਕੁ ਜ਼ਿਆਦਾ ਵਧੀ ਹੁੰਦੀ ਹੈ ਨਾ, ਮਤਲਬ ਇਹਨਾਂ ਕੋਲ ਇੱਕ ਮਤਲਬ ਨਾ ਇੱਕ ਕ੍ਰਾਈਟੇਰੀਆ ਹੁੰਦਾ ਵਾ। ਉਹ ਜਿੱਦਾਂ ਇੱਕ
ਕਹਿੰਦੇ ਪਤਾ ਨਹੀਂ ਉਂਗਲੀ ਮਾਰੀ, ਪਤਾ ਨਹੀਂ ਕਿਹੜਾ ਕੋਈ ਰਾਖਸ਼ ਸੀ, ਉਂਗਲੀ ਮਾਰ, ਤੇ ਉਹਦੇ ਕੋਲ ਮੰਜਾ ਸੀ। ਹਾਂ, ਉਹ ਕਹਿੰਦਾ ਇਹ ਮੰਜਾ ਸੀ ਮੇਰੇ ਕੋਲ, ਤੇ ਮੰਜੇ ਤੇ ਉਹ ਬੰਦੇ ਨੂੰ ਫੜਦਾ। ਕਹਿੰਦਾ ਜੇ ਤੇ ਤੂੰ ਮੰਜੇ ਤੋਂ ਲੰਬਾ ਹੋਇਆ ਤੇ ਮੈਂ ਲੱਤਾਂ ਵੱਢ ਕੇ ਤੈਨੂੰ ਛੋਟਾ ਕਰ ਦੂੰਗਾ, ਤੇ ਜੇ ਤੂੰ ਛੋਟਾ ਹੋਇਆ ਤੇ ਮੈਂ ਤੇਰੀਆਂ ਲੱਤਾਂ ਖਿੱਚ ਕੇ ਲੰਮਾ ਕਰ ਦੂੰਗਾ। ਮਤਲਬ ਕਹਿਣ ਤੋਂ ਭਾਵ ਕਿ ਤੂੰ ਬਚਣਾ ਨਹੀਂ ਆ। ਐਸੀ ਕੰਡੀਸ਼ਨ, ਇਹ ਜਿਹੜੇ ਕੱਟੜ ਬੰਦੇ ਹੁੰਦੇ ਆ ਇਹ ਵੀ ਇਸੇ ਬਿਮਾਰੀ ਤੋਂ ਪੀੜਤ ਹੁੰਦੇ ਨੇ। ਹੁਣ ਦੇਖੋ ਦੁਨੀਆ ਇਸ ਟਾਈਮ 2 ਬਿਮਾਰੀਆਂ ਤੋਂ ਪੀੜਤ ਹੈ। ਥੋੜੀ ਵੀ ਹੋਵੇ ਜਾਂ ਜ਼ਿਆਦਾ ਹੋਵੇ ਉਹ ਗੱਲ ਵੱਖਰੀ ਆ, ਪਰ ਹਰ ਬੰਦੇ 'ਚ ਇਹ 2 ਬਿਮਾਰੀਆਂ ਹਨ। ਹੁਣ ਇਹ ਬਿਮਾਰੀਆਂ ਤੁਸੀਂ ਪੜ੍ਹਨੀਆਂ ਨੇ, ਥੋੜਾ ਧਿਆਨ ਦੇਣਾ। ਅੱਜ ਬਾਣੀ ਦੀ ਵੀ ਚਰਚਾ ਕਰਾਂਗੇ। ਬਾਣੀ ਦੀ ਪਤਾ ਗੱਲ ਕੀ, ਸਾਰੀ ਮਨ ਦੀ ਗੱਲ ਹੈ, ਤੇ ਇਹ ਆਹ ਜਿਹੜੀਆਂ ਬਿਮਾਰੀਆਂ ਦੱਸਣੀਆਂ ਨੇ ਇਹ ਬਿਮਾਰੀਆਂ ਮਨ ਦੀਆਂ ਨੇ। ਇਹ ਮਨ, ਕਿਉਂਕਿ ਮਨ ਜਿਹੜਾ ਹੈ ਨਾ, ਇਹ ਮਨ ਆਰਸੀ ਕੋਈ ਵਿਰਲਾ ਦੇ ਕੇ, ਇਹ ਮਨ ਇੱਕ ਸ਼ੀਸ਼ਾ ਹੈ ਔਰ ਇਹਨੂੰ ਕੋਈ ਵਿਰਲਾ ਹੀ ਵਹਿੰਦਾ ਹੈ, ਕੋਈ ਮਾਈ ਦਾ ਲਾਲ ਹੀ ਵਹਿੰਦਾ ਹੈ। ਆਪਣੇ ਆਪ ਨੂੰ ਕੌਣ ਬਦਲਣਾ ਚਾਹੁੰਦਾ? ਕੋਈ ਕਹਿੰਦਾ ਮੈਂ ਬਿਮਾਰ ਹਾਂ, ਤੁਸੀਂ ਪਾਗਲ ਕੋ ਜਾਓ, ਉਹਨੂੰ ਕਹੋ ਕਿ ਤੂੰ ਪਾਗਲ ਹੈ, ਉਹ ਕਹਿੰਦਾ ਨਹੀਂ ਮੈਂ ਠੀਕ ਹਾਂ, ਤੂੰ ਪਾਗਲ ਹੈ। ਤੁਸੀਂ ਕਿਸੇ ਗਿਆਨੀ ਬੰਦੇ ਨੂੰ ਕਹੋ ਨਾ ਕਿ ਤੂੰ ਸਿਆਣਾ ਹੋ ਗਿਆ। ਗਿਆਨੀ ਦਾ ਮਤਲਬ ਕੀ ਹੁੰਦਾ? ਗਿਆਨੀ ਦਾ ਮਤਲਬ ਹੋਗਾ ਜਿਹਨੂੰ ਗਿਆਨ ਹੋ ਗਿਆ। ਹੁਣ ਤੁਸੀਂ ਪੜ੍ਹੇ ਲਿਖੇ ਨੂੰ ਕਹੋ, ਪੜ੍ਹੇ ਲਿਖੇ ਨੂੰ ਕਹੋਗੇ ਨਾ, ਉਹਨੇ ਕੀ ਕਰਨਾ ਹੈ? ਉਹਨੂੰ ਗਿਆਨ ਦਾ ਹੰਕਾਰ ਹੋ ਜਾਣਾ। ਹੁਣ ਨਾ ਮੈਂ ਕੱਲ YouTube ਤੇ ਨਿਜਸਾ ਪਤਾ ਨਹੀਂ ਮੈਂ Facebook ਤੇ ਇੱਕ ਵੀਡੀਓ ਵੇਖੀ, ਕੋਈ ਤੰਬੂਰ ਏਦਾਂ ਦਾ, ਕੋਈ ਤੰਬੂਰ ਏਦਾਂ ਦਾ ਕੋਈ ਜਗ੍ਹਾ ਵਾ, ਉੱਥੋਂ ਦਾ ਇੱਕ ਮੈਜਿਸਟ੍ਰੇਟ ਆ। ਹਾਂਜੀ ਹਾਂਜੀ, ਠੀਕ ਹੈ, DM ਹੈ, ਡਿਸਟ੍ਰਿਕਟ ਮੈਜਿਸਟ੍ਰੇਟ। ਕਹਿੰਦੇ ਆ ਕਿ ਇਹ 3 ਬੰਦੇ ਨੇ ਜਿਹੜੇ ਬਹੁਤ ਪਾਵਰਫੁਲ ਨੇ। ਇੱਕ DM ਹੈ, ਡਿਸਟ੍ਰਿਕਟ ਮੈਜਿਸਟ੍ਰੇਟ, ਉਸ ਤੋਂ ਬਾਅਦ ਹੁੰਦਾ CM ਚੀਫ ਮਿਨਿਸਟਰ, ਔਰ ਉਸ ਤੋਂ ਹੁੰਦਾ PM। ਇਹ 3 ਬੰਦੇ ਨੇ ਆਪਣੇ ਦੇਸ਼ ਦੇ ਵਿੱਚ ਜਿਹੜੇ ਸਭ ਤੋਂ ਮਤਲਬ ਪਾਵਰਫੁਲ ਬੰਦੇ ਹੁੰਦੇ ਨੇ। DM ਦਾ ਮਤਲਬ ਕਿ ਜ਼ਿਲ੍ਹੇ ਦਾ ਪਿਓ ਹੁੰਦਾ ਉਹ, ਪੂਰੇ ਜ਼ਿਲ੍ਹੇ ਦਾ। ਕਲੈਕਟਰ ਕਹਿ ਲਓ ਜਾਂ ਐਰਾ ਵਗੈਰਾ ਜੋ ਮਰਜ਼ੀ ਕਹਿ ਲਓ, ਕੋਈ ਵੀ ਵੱਡੇ ਵੱਡੇ ਕੰਮ ਉਹਦੇ ਸਾਈਨ ਤੋਂ ਬਿਨਾਂ ਨਹੀਂ ਹੁੰਦੇ। ਤੇ ਨਿੱਜਰ ਸਾਹਿਬ ਵੇਖ ਲਓ, ਇੰਨੀ ਵੱਡੀ ਤੂੰ ਪੋਸਟ ਤੇ ਬੈਠਾ। ਉਸ ਬੰਦੇ ਨੇ ਕੀ ਕੀਤਾ, ਬਹੁਤ ਮਸ਼ਹੂਰ ਖਬਰ, ਸਾਰੇ ਤੁਸੀਂ ਸੁਣੀ ਤੇ ਪਏ TV ਤੇ। ਪਹਿਲਾਂ ਵਿਆਹ ਦੀ ਪਰਮਿਸ਼ਨ ਆਈ ਹੈ ਨਿੱਜਰ ਸਾਹਿਬ, ਰਾਤ ਦੇ ਵਿਆਹ ਦੀ, ਤੇ ਕਰਫਿਊ ਲਾਤਾ ਵਾ, 10 ਵਜੇ ਦਾ ਕਰਫਿਊ ਲੱਗਿਆ ਵਾ। ਪਹਿਲੀ ਗੱਲ ਤੇ ਲੋਕ ਅੱਖਾਂ ਬੰਦ ਕਰਕੇ ਸਾਈਨ ਵੀ ਕਰ ਦਿੰਦੇ ਆ। ਮੇਰੇ ਹਿਸਾਬ ਨਾਲ ਜਿਹੜਾ ਉਹਦਾ ਸੈਕਟਰੀ ਹੋਊਗਾ ਉਹਦੀ ਗਲਤੀ ਹੈ। ਇਸੇ ਲਈ ਕਹਿੰਦੇ ਕਿ 3-4 ਬੰਦਿਆਂ ਦੇ ਸਾਈਨ ਹੁੰਦੇ, ਜਦੋਂ ਕੋਈ ਗਲਤੀ ਹੁੰਦੀ ਤੇ ਸਾਰਿਆਂ ਨੂੰ ਜੇਲ੍ਹ 'ਚ ਜਾਣਾ ਪੈਂਦਾ। ਚਲੋ ਕੁਦਰਤ ਨੇ ਉਹਦੀ ਅਕਲ ਤੇ ਪਰਦਾ ਪਾਇਆ। ਉਹ ਬੰਦਾ ਇੰਟੈਲੀਜੈਂਟ IAS ਅਫਸਰ, ਕੋਈ ਇਹ ਨਹੀਂ ਕੋਈ ਮਾੜਾ ਮੋਟਾ ਬੰਦਾ। 35 ਸਾਲ ਉਹਦੀ ਉਮਰ ਹੈ ਜੀ, 35 ਸਾਲ ਦੀ ਉਮਰ 'ਚ ਐਡੀ ਵੱਡੀ। ਉਹ ਪਹਿਲਾਂ ਪਤਾ ਨਹੀਂ ਕੀ ਲੱਗਾ ਸੀ, ਫਿਰ ਇੱਥੇ ਆ ਗਿਆ। ਕੋਈ ਤੰਬੂਰ ਏਦਾਂ ਦੀ ਜਗ੍ਹਾ ਵਾ, ਮੈਨੂੰ ਨਾ ਜਾਣੇ ਇਹਦਾ ਪੂਰਾ ਪਤਾ। ਹੁਣ ਉਸ ਬੰਦੇ ਨੂੰ ਗੁੱਸਾ ਆ ਗਿਆ, ਪਹਿਲਾਂ ਪਰਮਿਸ਼ਨ ਦੇ ਦਿੱਤੀ ਆ, ਫਿਰ ਇੱਕ ਡਾਕਟਰ ਦਾ ਵਿਆਹ ਹੋ ਰਿਹਾ ਵਾ, ਕੁੜੀ ਦਾ, ਡਾਕਟਰ ਦੀ ਕੁੜੀ ਦਾ ਵਿਆਹ, ਮੁੰਡਾ ਵੀ ਪਤਾ ਨਹੀਂ ਡਾਕਟਰ ਦੇ ਕੌਣ। ਚਲੋ ਜੀ, ਉੱਥੇ ਲੋਕਾਂ ਨੂੰ ਮਾੜਾ ਚੰਗਾ ਬੋਲਿਆ, ਜੋ ਵੀ ਰੌਲਾ ਪਾਇਆ, ਕਰਫਿਊ ਲੱਗਾ ਵਾ, ਇਹ ਤੁਸੀਂ ਕੀਤਾ ਜੇ ਕੀਤਾ, ਤੁਸੀਂ ਬਿਮਾਰੀ ਵਧਾਉਣ ਦੇ ਜੋ ਐਰਾ ਵਗੈਰਾ। ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈਗੀ। ਚਲੋ ਗੱਲ ਨਹੀਂ ਸੁਣੀ, ਗੁੱਸਾ ਬੰਦੇ ਨੂੰ ਚੜਿਆ ਹੋਇਆ। ਚਲੋ ਐਨੀ ਹਾਓ, ਮੈਂ ਇਹ ਸੋਚਦਾ ਕਿ ਗੁੱਸਾ ਏਡਾ ਚੰਡਾਲ ਆ, ਇੰਨਾ ਇੰਟੈਲੀਜੈਂਟ ਬੰਦਾ, ਇੱਕ ਆਮ ਬੰਦਾ ਗਲਤੀ ਕਰੇ ਨਾ ਨਿੱਜਰ ਸਾਹਿਬ, ਤਾਂ ਕੋਈ ਗੱਲ ਨਹੀਂ ਹੈਗੀ। ਇੱਕ ਅਫਸਰ ਆ, ਕਿੱਡਾ ਵੱਡਾ ਅਫਸਰ। ਤੇ ਇਹ ਨਹੀਂ ਕੋਈ ਤੂੰ ਕਲੱਬ ਚ ਲੋਕ ਭੰਗੜਾ ਪਾਉਂਦੇ ਨੇ, ਵਿਆਹ ਵਾ ਉਹਨਾਂ ਦਾ। ਜੇ ਉਸ ਸਿਚੁਏਸ਼ਨ ਨੂੰ ਐਡਾ ਸੀਨੀਅਰ ਬੰਦਾ ਜੇ ਉਹ ਉਸ ਚੀਜ਼ ਨੂੰ ਹੱਲ ਕਰ ਸਕਦਾ ਸੀ, ਪਰ ਉਹਨੇ ਹੱਲ ਨਹੀਂ ਕੀਤਾ, ਰੌਲਾ ਪਾਤਾ। ਚਲੋ ਪੁਲਿਸ ਹੈਗੀ, ਚਲੋ ਭਜਾ ਭਜੂ ਦਿੱਤੇ ਬੰਦੇ। ਹੁਣ ਉਹ ਬੰਦੇ ਨੂੰ ਸਸਪੈਂਡ ਕਰਤਾ ਨਿੱਜਰ ਸਾਹਿਬ ਉਹਨਾਂ ਨੇ। ਨਿੱਜਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਬਿਲਕੁਲ ਆ ਰਹੀ ਹੈ। ਹਾਂਜੀ ਹਾਂਜੀ, ਉਸ ਬੰਦੇ ਨੂੰ ਗੌਰਮੈਂਟ ਨੇ ਸਸਪੈਂਡ ਕਰਤਾ। ਹੈ ਤੇ ਸਹੀ ਸੀ ਉਹ, ਪਰ ਦੇਖੋ ਇਸੇ ਹੀ ਤਰ੍ਹਾਂ ਦੇਖੋ ਕ੍ਰੋਧ ਇੰਨਾ ਚੰਡਾਲ ਆ ਕਿ ਬੰਦੇ ਦੀ ਅਕਲ, ਬੰਦੇ ਦੀ ਸਿਆਣਪ ਕੰਮ ਨਹੀਂ ਆਉਂਦੀ ਉਦੋਂ। ਅਬ ਜਸਟ ਸੋਚੋ ਕਿ ਇੱਕ DM, ਡਿਸਟ੍ਰਿਕਟ ਮੈਜਿਸਟ੍ਰੇਟ, ਕਲੈਕਟਰ, ਜਿਹਦਾ ਕੰਮ ਹੀ ਨਹੀਂ ਕੁਝ, ਲੈਣਾ ਦੇਣਾ ਹੀ ਨਹੀਂ, ਪਿਆਰ ਨਾਲ ਵੀ ਕਹਿ ਸਕਦਾ ਹੈ ਬਈ ਤੁਸੀਂ ਏਦਾਂ ਕਰੋ, ਕਰਫਿਊ ਲੱਗ ਗਿਆ ਤਾਂ ਤੁਸੀਂ ਏਦਾਂ ਕਰੋ, ਜਾਓ ਆਪਣੇ ਘਰਾਂ ਨੂੰ ਚੱਲ ਜਾਓ। ਪਰ ਦੇਖੋ ਉਸ ਬੰਦੇ ਨੂੰ ਕ੍ਰੋਧ ਨੇ ਇੰਨਾ ਐਸੇ ਗਲਤ ਰਸਤੇ ਤੋਰਿਆ। ਅੱਜ ਉਹ ਬੰਦਾ ਦੇਖੋ ਨੌਕਰੀ ਗਵਾ ਕੇ ਘਰ ਬੈਠਾ। ਇਹ ਉਹਦੇ ਦੀ ਗੱਲ, ਇਹ ਉਹਦੀ ਸਟੋਰੀ ਤੇ ਮੈਂ ਸੁਣਾਈ ਹੈ ਤੁਹਾਨੂੰ, ਇਹ ਤੁਹਾਡੇ ਨਾਲ ਵੀ ਵਾਪਰਦਾ ਹੈ।
ਔਰ ਅਸੀਂ ਅਕਸਰ ਇਦਾਂ ਹੀ ਕਰਦੇ ਹਾਂ। ਪਾਵਰ ਦਾ ਨਸ਼ਾ ਵੀ ਹਾਂ, ਨਹੀਂ ਆਪਾਂ ਵੀ ਘਰਾਂ 'ਚ ਵੀ ਆਪਣੇ ਵੀ ਤੇਰੇ ਵਿਚਾਰਿਆਂ ਨੂੰ ਬੀਬੀਆਂ ਨੇ ਕੀ ਬੋਲਣਾ। ਹੁਣ ਉਹ ਵੀ ਵਿਚਾਰੀਆਂ ਕਈ ਵਾਰੀ ਮਾੜਾ ਚੰਗਾ ਬੋਲ ਹੀ ਦਿੰਦੀਆਂ। ਮੈਂ ਤੇ ਕਹਿੰਦਾ ਸਾਰਿਆਂ ਨੂੰ ਬੋਲਣ ਦਾ ਹੱਕ ਆ, ਕਿਉਂਕਿ ਖੁਦ ਬਾਣੀ ਤੇ ਇਹ ਕਹਿੰਦੀ ਆ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਸੋਚਦੇ ਹਾਂ ਕਿ ਅਸੀਂ ਸਹੀ ਹਾਂ, ਉੱਥੇ ਤੇ ਗੜਬੜ ਹੋ ਜਾਂਦੀ ਆ। ਉਹ ਕਹਿੰਦੇ ਕਿ ਪਹਿਲਾਂ ਆਪਣੀ ਪੀੜ੍ਹੀ ਤੇ ਸੋਟਾ ਮਾਰੀਏ, ਬੜੀ ਵੱਡੀ ਗੱਲ ਹੈ। ਪਰ ਬੰਦੇ ਦੀ ਇੱਕ ਬਹੁਤ ਵੱਡੀ ਇੱਕ ਵੀਕਨੈਸ ਆ, ਹਮੇਸ਼ਾ ਹੀ ਇਹ ਲੋਕਾਂ ਦੀ ਪੀੜ੍ਹੀ ਥੱਲੇ ਸੋਟਾ ਮਾਰਦਾ ਔਰ ਆਪਣੀ ਪੀੜ੍ਹੀ ਤੇ ਮਾਰਦਾ ਹੀ ਨਹੀਂ। ਔਰ ਇਹ ਜਦੋਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦਾ, ਧਿਆਨ ਸਿਮਰਨ ਫਿਰ ਮਾਰਦਾ। ਨਿੱਜਰ ਸਾਹਿਬ ਬਿਲਕੁਲ ਧਿਆਨ ਸਿਮਰਨ ਕੀ ਕਰਦਾ ਹੈ ਕਿ ਕਹਿੰਦਾ ਕਿ ਪਹਿਲਾਂ ਤੂੰ ਲੋਕਾਂ ਦਾ ਛੱਡ, ਪਹਿਲਾਂ ਅੱਖਾਂ ਬੰਦ ਕਰ ਤੇ ਆਪਣੇ ਅੰਦਰ ਵੇਖ, ਤੇਰੀ ਪੀੜ੍ਹੀ ਥੱਲੇ ਸੋਟਾ ਮਾਰ। ਤੇਰੀ ਪੀੜ੍ਹੀ ਥੱਲੇ ਵੀ ਬੜੇ ਸੱਪ ਹੈਗੇ ਆ, ਤੂੰ ਵੇਖੇ ਨਹੀਂ ਕਿਤੇ। ਜਦੋਂ ਤੂੰ ਅੱਖਾਂ ਬੰਦ ਕਰਕੇ ਤੂੰ ਬਾਹਰੀ ਸੰਸਾਰ ਦੇ ਤੁਰਿਆ ਤੇ ਫਿਰ ਉਹਨੇ ਲੜਦਾ ਹੈ, ਝਗੜਦਾ ਹੈ, ਕੁਛ ਵੀ ਕਰੀ ਜਾਂਦਾ ਹੈ। ਮਾਟੀ ਕਾ ਪੂਤਲਾ ਕੈਸੇ ਨਚਤ ਹੈ, ਉਹ ਬਾਣੀ ਚ ਲਿਖਿਆ। ਪਰ ਤੂੰ ਆ ਜਿਹੜਾ ਪੂਤਲਾ ਹੈਗਾ ਹੈ, ਪੂਤਲੇ ਦੇ ਅੰਦਰ ਤੇਰਾ ਇੱਕ ਪ੍ਰੋਗਰਾਮ ਚੱਲਣ ਦਿਆ, ਕਿਤੇ ਉੱਥੇ ਨਜ਼ਰ ਮਾਰੀ ਅੰਦਰ ਕੀ ਚੱਲਣ ਦਿਆ ਤੇਰੇ। ਉਹ ਤੇ ਬਾਣੀ ਵਿਖਾਉਣਾ ਚਾਹੁੰਦੀ ਹੈ ਸਾਨੂੰ। ਤੇ ਜਦੋਂ ਤੂੰ ਉਸ ਆਪਣੇ ਅੰਦਰ ਦੇ ਚੱਲਣ ਵਾਲੇ ਸਿਸਟਮ ਨੂੰ ਦੇਖੇਂਗਾ ਤੇ ਤੈਨੂੰ ਗਿਆਨ ਹੋ ਜਾਣਾ। ਤੇ ਬਾਣੀ ਵੀ ਉੱਥੇ ਆ ਗਈ। ਜਦੋਂ ਤੂੰ ਆਪਣੇ ਅੰਦਰ ਨਜ਼ਰ ਮਾਰੀ ਤੇ ਸੱਜਣਾ ਤੈਨੂੰ ਪਤਾ ਲੱਗ ਜਾਣਾ ਤੂੰ ਜੋ ਲੋਕਾਂ ਨੂੰ ਦਿਖਾਉਂਦੇ ਆ ਨਾ, ਉਹ ਤੇ ਤੂੰ ਹੈ ਹੀ ਨਹੀਂ। ਤੂੰ ਅੰਦਰੋਂ ਕੁਛ ਹੋ ਰਿਹਾ। ਬੜਾ ਖਤਰਨਾਕ ਬੰਦਾ ਹੈ ਨਹੀਂ ਨਿੱਜਰ ਸਾਹਿਬ? ਬਿਲਕੁਲ। ਤੂੰ ਕੀ ਕੀਤਾ ਹੈ? ਤੂੰ ਤੇ ਹੰਸ ਦੇ ਕੱਪੜੇ ਪਾ ਕੇ ਬੈਠਾ ਹੈ ਔਰ ਤੂੰ ਆਪਣੇ ਨੂੰ ਸੱਚੀ ਹੰਸ ਸਮਝ ਲਿਆ, ਪਰ ਅੰਦਰੋਂ ਤੂੰ ਬੰਗਲਾ ਵਾ। ਧਿਆਨ ਤੇਰਾ ਮੱਛੀਆਂ 'ਚ। ਹੁਣ ਉਹ ਜਿਹੜਾ ਚਸ਼ਮਾ ਤੂੰ ਲਾਇਆ ਵਾ, ਅਸਲ 'ਚ ਤੇ ਜਿਹੜੀ ਤੂੰ ਲੋਕਾਂ ਨੂੰ ਸਬਕ ਦੇਣੇ ਆ, ਅਸਲ 'ਚ ਤੇ ਤੇਰੇ ਤੂੰ ਖੁਦ ਨੂੰ ਫਾਲੋ ਕਰ ਹੀ ਨਹੀਂ ਰਿਹਾ। ਤਾਈਓ ਤੇ ਗੁਰੂਆਂ ਨੂੰ ਬਾਣੀ 'ਚ ਉਚਾਰਨਾ ਪਿਆ ਕਿ ਨਾ ਅਬਰ ਉਪਦੇਸ਼ੇ, ਅਬਰਾਂ ਨੂੰ ਤੂੰ ਉਪਦੇਸ਼ ਕਰਦਾ। ਦੁਨੀਆਂ ਨੂੰ ਕਹਿੰਦੇ ਆ ਕਿ ਤੂੰ ਚੰਗਾ ਨਹੀਂ ਹੈਗਾ, ਉਹ ਨਹੀਂ ਚੰਗਾ, ਆ ਨਹੀਂ ਚੰਗਾ। ਹੁਣ ਆਪਾਂ ਨੂੰ ਲੋਕੋ, ਮੈਂ ਥੋੜੀ ਹੋਰ ਗੱਲ ਕਰਦਾ। ਦੋ ਬਿਮਾਰੀਆਂ ਆਮ ਹੀ ਬੰਦਿਆਂ ਨੂੰ ਹੈਗੀਆਂ। ਇੱਕ ਹੈਗੀ ਐਨਜ਼ਾਈਟੀ, ਚਿੰਤਾ, ਤੇ ਇੱਕ ਹੈਗੀ ਆ ਡਿਪਰੈਸ਼ਨ, ਤੇ ਤੀਜੀ ਹੈਗੀ ਆ ਸ਼ੱਕ। ਹੁਣ ਤੁਹਾਡੇ ਚੋਂ ਡਾਕਟਰੀ ਲਾਈਨ ਦੇ ਵੀ ਕੁਝ ਬੰਦੇ ਹੋਣੇ ਆ। ਜਿਹੜਾ ਐਨਜ਼ਾਈਟੀ ਵਾਲਾ ਬੰਦਾ ਨਾ, ਇਸ ਬੰਦੇ ਦੀ ਚਿੰਤਾ ਦਾ ਕੋਈ ਕਾਰਨ ਨਹੀਂ ਹੈਗਾ। ਇੱਕ ਨਾ ਮੈਂ ਪਤਾ ਨੀ 8ਵੀਂ ਚ ਪਤਾ ਨੀ 7ਵੀਂ ਚ ਮੈਂ ਨਾ ਇੱਕ ਕਿਤਾਬ ਪੜ੍ਹਦਾ ਹਾਂ ਤੇ ਨਜਸਾ ਪੰਜਾਬੀ ਦਾ, ਉਹਦੇ ਵਿੱਚ ਲਿਖਿਆ ਸੀ ਵਹਿਮੀ ਤਾਇਆ। ਉਹ ਮੈਨੂੰ ਹੁਣ ਪਤਾ ਲੱਗਾ ਕਿ ਉਹ ਵਹਿਮੀ ਤਾਏ ਦਾ ਉਹਨੂੰ ਕਿਉਂ ਕਹਿੰਦੇ ਸੀ। ਉਹਨੂੰ ਵਿਚਾਰੇ ਨੂੰ ਚਿੰਤਾ ਹੀ ਚਿੰਬੜੀ ਰਹਿੰਦੀ ਸੀ ਕੋਈ ਨਾ ਕੋਈ। ਉਹਨੂੰ ਇੱਕ ਬਿਮਾਰੀ ਛੱਡਣੀ, ਉਹਨੂੰ ਦੂਜੀ ਚਿੰਬੜ ਜਾਣੀ। ਉਹ ਛੋਟੀ ਜਿਹੀ ਕਹਾਣੀ 2-4 ਪੇਜਾਂ ਦੀ, ਸਾਰਿਆਂ ਪੜ੍ਹੀ ਹੋਣੀ ਤੇ ਉਹ ਵਹਿਮੀ ਤਾਏ ਨੂੰ ਕੋਈ ਨਾ ਕੋਈ ਚਿੰਤਾ ਚਿੰਬੜੀ ਰਹਿਣੀ। ਫਿਰ ਉਹਨੂੰ ਇਹ ਚਿੰਤਾ ਚਿੰਬੜ ਗਈ ਕਿ ਪਾਕਿਸਤਾਨ ਨੇ ਸਾਡੇ ਦੇਸ਼ ਤੇ ਹਮਲਾ ਕਰ ਦੇਣਾ। ਮਤਲਬ ਕਿ ਬਿਨਾਂ ਕਾਰਨ ਤੋਂ ਹੀ ਜਿਹੜੀ ਚੀਜ਼ ਹੋਣੀ ਨਹੀਂ, ਜਿਹਦਾ ਚੀਜ਼ ਦਾ ਕੋਈ ਪੈਰ ਹੀ ਨਹੀਂ, ਕੋਈ ਮੂੰਹ ਨਹੀਂ, ਕੋਈ ਮੱਥਾ ਹੀ ਨਹੀਂ। ਪਹਿਲੀ ਗੱਲ, ਜਿਹੜੀ ਚੀਜ਼ਾਂ ਆਪਾਂ ਸੋਚਦੇ ਹਾਂ ਉਹ ਤੋਂ 98% ਚੀਜ਼ਾਂ ਤੇ ਹੁੰਦੀਆਂ ਨਹੀਂ ਨਿੱਜਰ ਸਾਹਿਬ। ਹੁਣ ਤੁਸੀਂ ਜਹਾਜ਼ 'ਚ ਵੇਖੋਗੇ ਨਾ, ਅਕਸਰ ਲੋਕ ਜਹਾਜ਼ਾਂ 'ਚ ਬੈਠੇ ਹੋਣਗੇ ਨਾ ਤੇ ਰੱਬ ਨੂੰ ਚੇਤਾ ਕਰਨ ਡੈ ਪੈਂਦੇ ਆ ਦਵਾ ਦਵ ਕਿ ਮੇਰੇ ਪਿਤਾ ਜਹਾਜ਼ ਨੂੰ ਆਰਾਮ ਨਾਲ ਤਾਰ ਦੀ। ਮਤਲਬ ਟੈਨਸ਼ਨ ਵੱਧ ਜਾਂਦੀ ਬੰਦਿਆਂ ਦੀ ਕਿ ਜਦ ਤੱਕ ਜਹਾਜ਼ ਉਤਰ ਨਹੀਂ ਜਾਂਦਾ ਤਦ ਤੱਕ ਉਹਨਾਂ ਦੇ ਸਾਹ ਫਸੇ ਹੁੰਦੇ ਆ ਕਿ ਕਿਤੇ ਜਹਾਜ਼ ਕ੍ਰੈਸ਼ ਹੀ ਨਾ ਹੋ ਜਾਏ। ਪਰ ਜਦੋਂ ਕ੍ਰੈਸ਼ ਹੋਣਾ ਤਾਂ ਹੋ ਹੀ ਜਾਣਾ ਵਾ। ਉੱਥੇ ਨੀਚੇ ਸਭ ਕੁਛ ਹੋ ਸਕਦਾ ਨਾ। ਨੀਚੇ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਮੈਂ ਬੋਲ ਰਿਹਾ, ਤੁਹਾਨੂੰ ਸੁਣ ਨਹੀਂ ਰਹੀ। ਪਤਾ ਨਹੀਂ, ਮਤਲਬ ਮੈਂ ਲੇਟ ਆ ਰਹੀ, ਪਤਾ ਨਹੀਂ ਲੇਟ ਸੁਣ ਰਹੀ ਸ਼ਾਇਦ। ਆਵਾਜ਼ ਆ ਹੀ ਨਹੀਂ ਤੁਹਾਨੂੰ ਕਿ ਲੇਟ ਆ ਰਹੀ ਹੈ? ਨਹੀਂ ਨਹੀਂ, ਮੈਨੂੰ ਤਾਂ ਸਹੀ ਆ ਰਹੀ ਤੁਹਾਡੀ। ਮੈਂ ਜਵਾਬ ਵੀ ਦੇ ਰਿਹਾ ਹਾਂ ਪਰ ਤੁਹਾਡੇ ਤੱਕ ਨਹੀਂ ਪਹੁੰਚ ਪਾ ਰਹੀ। ਅੱਛਾ ਅੱਛਾ, ਠੀਕ ਹੈ। ਪਰ ਮੇਰੀ ਆਵਾਜ਼ ਕਲੀਅਰ ਹੈ ਨਾ? ਬਿਲਕੁਲ, ਬਹੁਤ 100%। ਠੀਕ ਹੈ, ਡਿਲੇ ਦਾ ਕੋਈ ਪ੍ਰੋਬਲਮ ਨਹੀਂ। ਹੁਣ ਉਹ ਜਿਹੜਾ ਬੰਦਾ ਜਹਾਜ਼ 'ਚ ਬੈਠਦਾ ਹੈ ਜਾਂ ਕਾਰ 'ਚ ਬੈਠਦਾ ਹੈ, ਉਹਨੇ ਕੀ ਸਫ਼ਰ ਉਹਨੂੰ ਇੰਜੋਏ ਕਰਨਾ ਹੈ? ਉਹਨੂੰ ਚੰਗਾ ਲੱਗੂ ਸਫ਼ਰ? ਉਹ ਤੇ ਉਹਨੇ ਡਰੀ ਜਾਣਾ। ਉਹਨੇ ਟ੍ਰੇਨ 'ਚ ਬੈਠੇ ਨੂੰ ਡਰੀ ਜਾਣਾ, ਕਾਰ 'ਚ ਬੈਠੇ ਨੇ ਡਰੀ ਜਾਣਾ। ਜੀਵਨ ਦੇ ਵਿੱਚ ਜੋ ਬਾਣੀ ਸਾਨੂੰ ਸਿਖਾਉਣਾ ਚਾਹੁੰਦੀ ਹੈ, ਉਹ ਕਹਿੰਦੀ ਜੋ ਹੋਣੀ ਅਣਹੋਣੀ ਜਿਹੜੀ ਹੋਣੀ ਹੈ ਨਾ, ਉਹ ਹੋ ਕੇ ਰਹਿਣੀ। ਉਹਨੂੰ ਨਹੀਂ ਜੋ ਰੋਕਿਆ ਜਾ ਸਕਦਾ। ਐਨਜ਼ਾਈਟੀ ਦਾ ਮਤਲਬ ਆ ਬਿਨਾਂ ਮਤਲਬ ਤੇ ਉਹਨਾਂ ਫਾਲਤੂ ਚੀਜ਼ਾਂ ਦੀ ਚਿੰਤਾ ਕਰਨੀ ਜਿਹੜੀਆਂ ਚੀਜ਼ਾਂ ਹੋਣੀਆਂ ਹੀ ਨਹੀਂ।
ਉਸ ਤੋਂ ਬਾਅਦ ਇਹ ਜਿਹੜਾ ਬੰਦਾ ਹੁੰਦਾ ਨਾ, ਇਹ ਬੰਦੇ 'ਚ ਕੁਝ ਚੀਜ਼ਾਂ ਆਉਂਦੀਆਂ ਨੇ। ਇਹ ਬੰਦਾ ਲੋੜ ਤੋਂ ਜ਼ਿਆਦਾ ਬੋਲੂਗਾ, ਬਹੁਤ ਜ਼ਿਆਦਾ ਬੋਲੀ ਜਾਊਗਾ। ਜਿਹਨੂੰ ਐਂਜ਼ਾਈਟੀ ਦੀ ਪ੍ਰੋਬਲਮ ਹੈ, ਉਹਨੇ ਦੂਜੇ ਦੀ ਗੱਲ ਸੁਣਨੀ ਨਹੀਂ। ਇਹਨੇ ਕੋਈ ਵੀ ਕੰਮ ਕਰਨਾ ਦਵਾ ਦਵਾ ਛੇਤੀ ਛੇਤੀ ਕਰਨ ਦੀ ਕੋਸ਼ਿਸ਼ ਕਰਨੀ। ਇਹ ਬੰਦੇ ਨੇ ਕੀ ਕਰਨਾ ਹੈ, ਇਹਨੇ ਬੰਦੇ ਨੇ ਖਾਣਾ ਬੰਦ ਕਰ ਦੇਣਾ। ਖਾਣਾ ਨਹੀਂ ਜ਼ਿਆਦਾ ਖਾਊਗਾ, ਖਾਣਾ ਬਹੁਤ ਘੱਟ ਖਾਊਗਾ, ਜਿਹਦੇ ਕਰਕੇ ਇਹਦਾ ਬੰਦੇ ਦਾ ਸਰੀਰ ਜਿਹੜਾ ਸੁੱਕਣ ਡੈ ਪੈਂਦਾ। ਤੁਸੀਂ ਦੇਖੋਗੇ ਨਾ ਇਹ ਚੀਜ਼। ਇੱਕ ਬੰਦੇ ਨੂੰ ਇਹਨੂੰ ਇੱਕ ਹੋਰ ਪ੍ਰੋਬਲਮ ਆਏਗੀ, ਇਹ ਬੰਦੇ ਨੂੰ ਨੀਂਦ ਨਹੀਂ ਆਉਂਦੀ। ਸਾਰੀ ਰਾਤ ਨੂੰ ਕਿਤੇ ਸੱਜੇ ਬੰਨੇ ਮੂੰਹ, ਕਿਤੇ ਖੱਬੇ ਬੰਨੇ ਮੂੰਹ, ਕਿਤੇ ਖੱਬੇ ਬੰਨੇ, ਕਿਤੇ ਸੱਜੇ ਬੰਨੇ, ਏਦਾਂ ਹੀ ਰਾਤ ਲੰਘ ਜਾਂਦੀ ਆ। ਪਹਿਲੀ ਗੱਲ ਤੇ ਇਹਨੂੰ ਨੀਂਦ ਆਉਣੀ ਨਹੀਂ ਹੈ। ਜੇ ਇਹਨੂੰ ਨੀਂਦ ਆ ਗਈ ਆ ਤੇ ਫਿਰ ਇਹਨੇ ਉੱਠਣਾ ਨਹੀਂ। ਇਸ ਬੰਦੇ ਨੂੰ ਕਹਿੰਦੇ ਆ ਕਿ ਏਦਾਂ ਦੀ ਪ੍ਰੋਬਲਮ ਹੋ ਜਾਂਦੀ। ਡਾਕਟਰ ਸਾਹਿਬ ਨੇਜਰ ਸਾਹਿਬ ਕਹਿੰਦੇ ਕਿ ਇਹਨੂੰ ਪਸੀਨਾ ਆਉਣ ਡਿਆ ਪੈਂਦਾ, ਬਿਨਾਂ ਕਾਰਨ ਤੋਂ ਪਸੀਨਾ। ਦੇਖੋ, ਵੈਸੇ ਚਿੰਤਾ ਕਰਨੀ ਕੋਈ ਮਾੜੀ ਚੀਜ਼ ਨਹੀਂ ਆ, ਸਾਡੇ ਜੀਵਨ ਦਾ ਹਿੱਸਾ ਹੈ। ਕਈ ਚੀਜ਼ਾਂ ਜਿੱਦਾਂ ਭੜੋਲੇ 'ਚ ਦਾਣੇ ਆ, ਆਪਣੇ ਕੋਲ 7 ਕੁਇੰਟਲ ਕਣਕ ਆ, ਪਤਾ ਵਾ ਚੱਲਣ ਦਿਆ, ਹੁਣ ਰਹਿ ਗਈ 1 ਕੁਇੰਟਲ, ਪੈਸੇ ਪਹੁੰਚੇ ਨਹੀਂ ਹੈਗੇ, ਤੇ ਕੋਈ ਇੱਕ ਚਿੰਤਾ ਦਾ ਵਿਸ਼ਾ ਹੈ। ਸਹੀ ਹੈ ਨੇਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਉਹ ਬੜੀ ਜਾਇਜ਼ ਆ ਕਿ 1 ਕੁਇੰਟਲ ਰਹਿ ਗਈ ਆ ਕਿ ਚਰਨਜੀਤ ਤੈਨੂੰ ਕੰਮ ਕਰਨਾ ਪੈਣਾ। ਬੜੀ ਇਹ ਤੇ ਕਾਮਨ ਸੈਂਸ ਹੈ ਨਾ। ਕੋਈ ਚੀਜ਼ ਖਤਮ ਹੋ ਰਹੀ ਹੈ, ਟੈਂਕੀ 'ਚ ਪਾਣੀ ਖਤਮ ਹੋ ਗਿਆ ਵਾ, ਥੋੜਾ ਜਿਹਾ ਰਹਿ ਗਿਆ, ਇੱਕ ਆਪਾਂ ਸੋਚਣ ਕਰਕੇ ਆਪਾਂ ਨੂੰ ਚਿੰਤਾ ਕਿ ਵੀ ਪਾਣੀ ਖਤਮ ਨਹੀਂ ਹੋਣਾ, ਵੀ ਸਾਰਾ ਦਿਨ ਚਲਾਉਣਾ ਹੈ। ਪਰ ਜੇ ਮੈਂ ਸਾਰਾ ਦਿਨ ਟੈਂਕੀ ਦੇ ਬਾਰੇ ਸੋਚੀ ਜਾਵਾਂ, ਮਤਲਬ ਤੇ ਹੈ ਕਿ ਚੀਜ਼ ਦੀ ਲੋੜ ਹੈ, ਮੋਟਰ ਛੱਡਾਂ ਤੇ ਮੈਂ ਟੈਂਕੀ ਭਰ ਲਾਂ, ਇਹ ਤੇ ਉਹਦਾ ਮਸਲੇ ਦਾ ਹੱਲ। ਕਣਕ ਦੀ ਹੁਣ ਚਿੰਤਾ ਕਰੀ ਜਾਵਾਂ ਤੇ ਉਹਦੇ ਨਾਲ ਕਣਕ ਤੇ ਮੇਰੇ ਭੜੋਲੇ 'ਚ ਤਾਂ ਆਉਣੀ ਨਹੀਂ ਨਾ। ਹਾਂ, ਉਹ ਕਰ ਸਕਦਾ, ਮੈਂ ਐਕਸ਼ਨ ਕਰ ਸਕਦਾ ਵਾਂ। ਪੈਸੇ ਹੈਗੇ ਤੇ ਖਰੀਦ ਲਾਂ, ਤੇ ਜੇ ਨਹੀਂ ਹੈਗੇ ਤੇ ਕਮਾਈ ਕਰਾਂ ਤੇ ਭੜੋਲਾ ਭਰ ਲਾਂ। ਇਹੋ ਹੀ ਕੰਮ ਹੈ ਨੇਜਰ ਸਾਹਿਬ, ਇਸ ਤੋਂ ਬਾਅਦ ਤੇ ਕੁਛ ਨਹੀਂ ਨਾ ਹੋ ਸਕਦਾ। ਬਿਲਕੁਲ। ਜਿਹੜੀ ਚੀਜ਼ ਮੈਂ ਕਰ ਸਕਦਾ ਮੈਂ ਕਰ ਲਾਂ, ਜਿਹੜੀ ਚੀਜ਼ ਨਹੀਂ ਕਰ ਸਕਦਾ ਤੇ ਉਹਨੂੰ ਮੈਂ ਸਮੇਂ ਤੇ ਛੱਡਾਂ। ਕਿਉਂਕਿ ਸਮਾਂ ਆਊਗਾ ਤੇ ਮੈਂ ਕੋਸ਼ਿਸ਼ ਕਰਾਂਗਾ ਔਰ ਉਸ ਦਿਸ਼ਾ ਦੇ ਵੱਲ ਗਤੀ ਕਰਨੀ ਹੈ। ਸੋ ਇਹ ਚਿੰਤਾ ਦੀ ਗੱਲ ਹੈ, ਇਹਨੂੰ ਐਂਜ਼ਾਈਟੀ ਕਹਿੰਦੇ ਆ। ਔਰ ਕੋਸ਼ਿਸ਼ ਕਰਿਆ ਕਰੋ, ਚਿੰਤਾ ਨਾ ਕਰਿਆ ਕਰੋ। ਉਹ 98% ਤੋਂ ਜਿਹੜੀਆਂ ਗੱਲਾਂ ਉਹ ਹੁੰਦੀਆਂ ਹੀ ਨਹੀਂ ਜਿੱਦਾਂ ਹੀ ਸੋਚਦੇ ਆ। ਪਰ ਤੁਸੀਂ ਦੇਖ ਲਓ, ਤੁਹਾਡੇ ਜੀਵਨ 'ਚੋਂ ਗੱਲਾਂ ਹੋਣੀਆਂ ਵੀ ਨਹੀਂ ਹੈ ਜੇ ਤੁਸੀਂ ਚਿੰਤਾ ਕਰਦੇ ਜੋ ਨਾ, ਉਹ ਕਿਤੇ ਵੀ ਨਹੀਂ ਹੋਣਗੀਆਂ। ਜੇ 2% ਹੋ ਵੀ ਜਾਂਦੀਆਂ ਤੇ ਮੈਂ ਸੋਚਦਾ ਕਿ ਕੋਈ ਵੱਡੀ ਕਿਹੜੀ ਗੱਲ ਹੈ। ਇਹ ਸਾਡੇ ਸੋਚਣ ਦੇ ਨਾਲ ਬਦਲ ਜਾਣੀਆਂ, ਉਹ ਨਹੀਂ ਬਦਲਣੀਆਂ। ਹੁਣ ਦੂਜੀ ਗੱਲ ਹੈਗੀ, ਇਹਨੂੰ ਕਹਿੰਦੇ ਆ ਡਿਪਰੈਸ਼ਨ। ਔਰ ਇਹ ਬਹੁਤ ਲੋਕ ਬਿਮਾਰ ਨੇ। ਔਰ ਮੈਡੀਟੇਸ਼ਨ, ਇਹ ਜਿਹੜੀ ਸਾਧਨਾ ਆਪਾਂ ਕਰਾਉਂਦੇ ਆ ਨਾ, ਇਹ 2 ਬਿਮਾਰੀਆਂ ਨੂੰ ਮਹੀਨੇ ਦੇ ਅੰਦਰ ਐਸਾ ਪੁੱਟੂਗਾ ਨਾ, ਬੰਦਾ ਦਾ ਨਵਾਂ ਜੀਵਨ ਹੋ ਜਾਊਗਾ। ਜਿਹੜੇ ਬੰਦੇ ਨੂੰ ਐਂਜ਼ਾਈਟੀ, ਡਿਪਰੈਸ਼ਨ ਜਾਂ ਸ਼ੱਕ ਦੀ ਬਿਮਾਰੀ ਹੈ ਨਾ, ਉਹ ਬੰਦਾ ਸਾਧਨਾ ਜ਼ਰੂਰ ਕਰੇ, ਉਹਦਾ ਜੀਵਨ ਬਦਲ ਜਾਊਗਾ 101% ਗਰੰਟੀ। ਇਹ ਸਾਡੇ ਮਨ ਦੇ ਨਾਲ ਹੁੰਦਾ। ਇਹ ਮਨ ਜਦੋਂ ਕੀ ਹੁੰਦਾ ਕਿ ਮਨ ਸਾਡਾ ਜਦੋਂ ਬਿਮਾਰ ਹੋ ਜਾਂਦਾ, ਜਿੱਦਾਂ ਇੱਕ ਡਾਕਟਰ ਇੱਕ ਹਸਪੀਟਲ 'ਚ ਮਰੀਜ਼ਾਂ ਦਾ ਇਲਾਜ ਕਰਦਾ ਤੇ ਇੱਕ ਸਮਾਂ ਆਉਂਦਾ ਡਾਕਟਰ ਵਿਚਾਰੇ ਨੂੰ ਖੁਦ ਹੀ ਬਿਮਾਰੀ ਚੰਬੜ ਜਾਂਦੀ ਹੈ। ਇਹ ਸਭ ਸਾਡੇ ਮਨ ਕੀ ਕਰਦਾ, ਕਾਲਾ ਸਵਾਹ ਹੋ ਜਾਂਦਾ। ਔਰ ਸਾਡੇ ਜਿਹੜੇ ਸੰਸਕਾਰ ਹੁੰਦੇ ਨੇ ਪੁਰਾਤਨ, ਜਿਹੜੇ ਪੁਰਾਣੇ, ਉਹ ਸਾਡੇ ਜਦੋਂ ਕਾਰਨ ਸਰੀਰ ਤੋਂ ਟਰੈਵਲ ਕਰਕੇ ਚਿੱਤ 'ਚ ਆਉਂਦੇ ਆ ਤੇ ਚਿੱਤ ਇੱਕ ਪਰਦਾ ਵਾ। ਔਰ ਉਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਪਰੇਸ਼ਾਨ ਕਰਨ ਡੈ ਪੈਂਦੀ। ਔਰ ਫਿਰ ਬੰਦਾ ਬਾਬੜਾ ਜਿਹਾ ਹੋ ਜਾਂਦਾ, ਇੱਧਰ ਉੱਧਰ ਭੱਜਾ ਫਿਰਦਾ ਵਾ। ਇਹ ਕੁਛ ਸਾਡੇ ਕਰਮਾਂ ਦਾ ਲੈਣਾ ਦੇਣਾ ਹੁੰਦਾ ਵਾ, ਹੋਰ ਕੋਈ ਗੱਲ ਨਹੀਂ ਹੁੰਦੀ। ਇਹ ਕਰਮ ਰੋਗ ਹੁੰਦੇ ਨੇ ਸਾਰੇ। ਉਸ ਤੋਂ ਬਾਅਦ ਇੱਕ ਚੀਜ਼ ਹੁੰਦੀ ਹੈ ਡਿਪਰੈਸ਼ਨ, ਜਿਹਨੂੰ ਕਹਿੰਦੇ ਆਮ ਤੁਸੀਂ ਵੇਖੋਗੇ ਬਾਹਰ ਦੇ ਮੁਲਕਾਂ 'ਚ ਬਹੁਤ ਬਿਮਾਰੀ ਆ। ਗੋਰੇ ਖਾਸ ਕਰਕੇ ਇਸ ਬਿਮਾਰੀ ਤੋਂ ਪੀੜਤ ਨੇ। ਹੁਣ ਸਾਡੇ ਦੇਸ਼ 'ਚ ਵੀ ਆ ਗਈ ਆ। ਤੁਸੀਂ ਆਮ ਹੀ ਵੇਖੋ, ਬਹੁਤ ਘੱਟ ਲੋਕਾਂ ਨੂੰ ਕਾਫੀ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੋ ਗਈ ਆਪਣੇ ਦੇਸ਼ 'ਚ ਵੀ। ਮੈਂ ਹੈਰਾਨ ਹੁੰਦਾ। ਆਤਮ ਗਿਆਨ ਕਿਤਾਬ 'ਚ ਲਿਖਿਆ ਸੀ ਮੈਂ ਕਿ ਮੈਂ ਇੰਨੇ ਗੋਰੇ ਨਾਲ ਕੰਮ ਕਰਦਾ ਸਾਂ, ਉਹਨਾਂ ਵਿਚਾਰਿਆਂ ਨੂੰ ਨੀਂਦ ਹੀ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਉਹਨਾਂ ਨੂੰ, ਗੋਲੀ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਮੈਂ ਪੁੱਛਿਆ, ਮਾਈਕਲ ਤੁਹਾਨੂੰ ਮਤਲਬ ਸਾਨੂੰ ਤੇ ਨੀਂਦ, ਮੈਂ ਉਦਾਂ ਹੀ ਆ ਜਾਂਦੀ ਆ। ਕਹਿੰਦਾ ਯਾਰ ਸਾਨੂੰ ਤੇ, ਮੈਂ ਤੇ ਪਤਾ ਨਹੀਂ ਕਿੰਨੀ ਉਮਰ ਤੋਂ ਉਦੋਂ ਦਾ ਖਾਂਦੇ ਆ, ਨਾ ਗੋਲੀ ਖਾਊਂਗਾ ਤੇ ਮੈਨੂੰ ਨੀਂਦ ਆਉਣੀ ਨਹੀਂ। ਇਹ ਸਾਰੀਆਂ ਉਹੀ ਨੇ, ਐਂਜ਼ਾਈਟੀ ਤੇ ਡਿਪਰੈਸ਼ਨ। ਬਹੁਤ ਜ਼ਿਆਦਾ ਲੋੜ ਤੋਂ ਜ਼ਿਆਦਾ ਪ੍ਰੈਸ਼ਰ, ਜਾਂ ਤੇ ਟੀਵੀ ਦੇ ਰਾਹੀਂ ਜਾਂ ਸਮਾਜ ਦੇ ਵਿੱਚ ਏਦਾਂ ਦੀ ਕੁਛ ਤੇ ਗੜਬੜ ਹੈਗੀ ਆ, ਜਿਹੜੀ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਇਹਨਾਂ ਦੇ ਦੇਸ਼। ਇਹਨਾਂ ਦੇਸ਼ਾਂ 'ਚ ਵੇਖੋ ਕਿੰਨੇ ਲੋਕਾਂ ਕੋਲ ਪੈਸੇ ਆ, ਔਰ ਫਿਰ ਵੀ ਇਹਨਾਂ ਲੋਕਾਂ ਦੀ ਚਿੰਤਾ ਦੂਰ ਨਹੀਂ ਹੋਈ। ਲੋਕਾਂ ਨੇ ਕੀ ਕੀਤਾ, ਘਰਾਂ 'ਚ ਕੁੱਤੇ ਰੱਖੇ ਨੇ, ਬਿੱਲੀਆਂ ਰੱਖੀਆਂ ਨੇ। ਇਨਸਾਨਾਂ ਤੋਂ ਦੂਰ ਹੋ ਜਾਂਦੇ ਨੇ, ਇਨਸਾਨਾਂ ਤੋਂ ਡਰਦੇ ਨੇ ਉਹ ਲੋਕ। ਕਿਉਂਕਿ ਜੀਵਨ ਦੇ ਵਿੱਚ ਇਨਸਾਨ ਕਈ ਵਾਰੀ ਐਸੀਆਂ ਗੜਬੜਾਂ ਕਰਦਾ ਹੈ, ਔਰ ਇਨਸਾਨ ਦਾ ਜਿਹੜਾ ਨਾ ਉਹਦੀ ਸੱਟ ਬੜੀ ਮਾੜੀ ਹੁੰਦੀ ਹੈ, ਔਰ ਐਸੀ ਸੱਟ ਮਾਰ ਜਾਂਦਾ ਦੂਜੇ ਬੰਦੇ ਨੂੰ ਲੂਲਾ ਲੰਗੜਾ ਕਰਕੇ ਚੱਲ ਜਾਂਦਾ।
ਇਨਸਾਨ ਬੜਾ ਸਵਾਰਥੀ ਆ, ਮੈਂ ਇਹਦੇ ਵਿੱਚ ਹੁੰਦਾ ਵਾ। ਪਰ ਮੈਂ ਸੋਚਦਾ ਵਾਂ ਕਿ ਜਦੋਂ ਮੇਰੇ ਕੋਲ ਟਿਕਟ ਹੈਗੀ ਆ, ਉਹ ਟਿਕਟ ਮੇਰੇ ਕੋਲ ਹੈ ਹੀ 50 ਕਿਲੋਮੀਟਰ ਦੀ ਆ, ਉਸ ਟਿਕਟ ਤੇ ਮੈਂ 100 ਕਿਲੋਮੀਟਰ ਸਫ਼ਰ ਨਹੀਂ ਕਰ ਸਕਦਾ। ਨਿੱਜਰ ਸਾਹਿਬ ਕੀ ਕਹਿੰਦੇ ਜੀ? ਬਿਲਕੁਲ ਹਾਂ, ਬਿਲਕੁਲ ਨਹੀਂ ਕਰ ਤੁਸੀਂ ਕੋਸ਼ਿਸ਼ ਕਰ ਲਓ ਟਿਕਟ ਲੈ ਕੇ, ਉਹਨੇ ਟ੍ਰੇਨ 'ਚ ਤੁਹਾਨੂੰ ਬਾਹਰ ਕੱਢ ਦੇਣਾ ਸਮੇਂ ਨੇ। ਇਸੇ ਤਰ੍ਹਾਂ ਕੁਝ ਜੀਵਨ ਸਾਥੀ ਹੁੰਦੇ ਨੇ ਤੁਹਾਡੇ ਜੀਵਨ 'ਚ। ਮੈਂ ਇੰਟਰਫੇਰੈਂਸ ਨਹੀਂ ਕਰਨਾ ਚਾਹੁੰਦਾ, ਜਸਟ ਮੈਂ ਇੱਕ ਸਾਈਡ ਤੋਂ ਜੱਜਮੈਂਟ ਦੇਣਾ ਆ। ਕਈ ਵਾਰੀ ਮੈਂ ਬੜੀ ਕੋਸ਼ਿਸ਼ ਕੀਤੀ, ਕਈਆਂ ਨੂੰ ਮੈਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਰੁਕੇ। ਉਹ ਨਿਕਲ ਗਏ ਮੇਰੇ ਹੱਥੋਂ। ਕਿਉਂ ਨਿਕਲ ਗਏ? ਕਿਉਂਕਿ ਟਿਕਟ ਦੀ ਕੀਮਤ ਖਤਮ ਹੋ ਗਈ। ਉਹਨੂੰ ਟਿਕਟ ਨਹੀਂ ਚੱਲਣੀ। ਮੇਰੇ ਚਾਹੁਣ ਦੀ ਗੱਲ ਹੀ ਨਹੀਂ ਰਹਿ ਗਈ, ਉਹਦੀ ਵੈਲਿਡਿਟੀ ਨਹੀਂ ਹੈਗੀ ਹੁਣ ਤੇ। ਹੁਣ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਗੱਲ ਨੂੰ ਸਮਝਦਾ, ਉਹ ਬੰਦਾ ਬਚ ਜਾਂਦਾ ਡਿਪਰੈਸ਼ਨ ਤੋਂ। ਜਿੱਦਾਂ ਰਿਸ਼ਤੇਦਾਰ, ਭੈਣ ਭਰਾ, ਜੀਵਨ ਸਾਥੀ ਔਰ ਜਾਂ ਕੋਈ ਵੀ ਆਪਣਾ ਜਿਹਨੂੰ ਆਪਾਂ ਪਿਆਰ ਕਰਦੇ ਹਾਂ, ਉਹ ਟਿਕਟ ਸੀ ਇੰਨੀ ਕੁ, ਔਰ ਉਹ ਟਿਕਟ ਉਹ ਖਤਮ ਹੋ ਗਈ। ਹੁਣ ਕੋਈ ਚਿੰਤਾ ਕਰਨ ਦਾ ਵਿਸ਼ਾ ਨਹੀਂ ਹੈਗਾ। ਹੁਣ ਡਿਪਰੈਸ਼ਨ ਦਾ ਮਤਲਬ ਹੁੰਦਾ ਬੰਦਾ ਨਿਰਾਸ਼ ਹੋ ਜਾਂਦਾ। ਔਰ ਇਹ ਬੰਦੇ ਦੀ ਇੱਕ ਬੜੀ ਪ੍ਰੋਬਲਮ, ਜਿਹੜਾ ਐਂਗਜ਼ਾਇਟੀ ਵਾਲਾ ਹੁੰਦਾ ਹੈ, ਉਹ ਤੇ ਬੰਦਾ ਭਵਿੱਖ ਦੇ ਵਿੱਚ ਹੀ ਬੈਠਾ ਰਹਿੰਦਾ ਹੈ। ਉਹ ਇਹ ਜੀਵਨ ਤੇ ਵਹਿੰਦਾ ਹੀ ਨਹੀਂ, ਉਹਨੂੰ ਦਿਖਦਾ ਹੀ ਨਹੀਂ ਸਾਹਮਣੇ। ਉਹਨੂੰ ਆਪਣੇ ਉਹ ਬਸ ਅਗਲੀ ਚੀਜ਼, ਜਿਹੜੀ ਚੀਜ਼ ਹੋਣੀ ਨਹੀਂ, ਉਹਦੀ ਚਿੰਤਾ ਕਰੀ ਜਾਂਦਾ। ਔਰ ਜਿਹੜਾ ਬੰਦਾ ਡਿਪਰੈਸ਼ਨ ਹੈ, ਨਿਰਾਸ਼ ਆ, ਉਹ ਕੀ ਕਰਦਾ ਹੈ? ਇਸ ਬੰਦੇ ਕੋਲ ਦੁਨੀਆ ਭਰ ਦੀਆਂ ਸ਼ਿਕਾਇਤਾਂ, ਦੁਨੀਆ ਭਰ ਦੀਆਂ ਕੰਪਲੇਂਟਾਂ। ਸਭ ਤੋਂ ਪਹਿਲੀ ਗੱਲ ਇਹ ਦੇਖੋ, ਇਸ ਬੰਦੇ ਨੂੰ ਆਪਣਾ ਸਰੀਰ ਹੀ ਪਸੰਦ ਨਹੀਂ। ਇਹਨੂੰ ਆਪਣੀਆਂ ਲੱਤਾਂ ਪਸੰਦ ਨਹੀਂ, ਆਪਣੀਆਂ ਬਾਹਾਂ ਪਸੰਦ ਨਹੀਂ, ਆਪਣੀਆਂ ਅੱਖਾਂ ਪਸੰਦ ਨਹੀਂ, ਆਪਣੀ ਸ਼ਕਲ ਪਸੰਦ ਨਹੀਂ, ਆਪਣੇ ਵਾਲ ਪਸੰਦ ਨਹੀਂ, ਆਪਣੀਆਂ ਕੋਈ ਵੀ ਚੀਜ਼ ਨੂੰ ਪਸੰਦ ਹੀ ਨਹੀਂ। ਨਾ ਇਸ ਬੰਦੇ ਨੂੰ ਆਪਣੀ ਪਤਨੀ ਪਸੰਦ ਆ, ਨਾ ਇਸ ਬੰਦੇ ਨੂੰ ਆਪਣਾ ਪਤੀ ਪਸੰਦ ਆ, ਨਾ ਇਸ ਬੰਦੇ ਨੂੰ ਆਪਣੀ ਨੌਕਰੀ ਪਸੰਦ ਆ, ਨਾ ਇਸ ਬੰਦੇ ਨੂੰ ਆਪਣਾ ਘਰ ਪਸੰਦ ਆ, ਨਾ ਇਸ ਬੰਦੇ ਨੂੰ ਆਲਾ ਬਦਾਲਾ ਪਸੰਦ ਆ। ਇਹਨੂੰ ਤਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਕਿਉਂਕਿ ਇਹ ਕੀ ਕਰਦਾ ਹੈ? ਇਹ ਬੰਦਾ ਜਿਹੜਾ ਨਦੀ ਦੇ ਪੁਲ ਦੇ ਥੱਲੋਂ ਪਾਣੀ ਲੰਘ ਗਿਆ ਨਾ, ਉਹਦੇ ਬਾਰੇ ਚਿੰਤਾ ਕਰਦਾ, ਜਿਹੜਾ ਬੀਤ ਗਿਆ ਸਮਾਂ। ਇੱਕ ਜਿਹੜਾ ਵਾ ਉਹ ਬੰਦਾ ਸੋਚ ਰਿਹਾ ਜਿਹੜਾ ਨਦੀ ਦੇ ਵਿੱਚ ਪੁਲ ਦੇ ਥੱਲੋਂ ਪਾਣੀ ਲੰਘਣਾ, ਉਹਦੇ ਬਾਰੇ ਚਿੰਤਾ ਕਰੀ ਜਾਂਦਾ ਹੈ। ਦੂਜਾ ਬੰਦਾ ਜਿਹੜਾ ਪੁਲ ਦੇ ਥੱਲੋਂ ਪਾਣੀ ਲੰਘ ਗਿਆ, ਔਰ ਸਾਰਾ ਦਿਨ ਉਹਦੇ ਬਾਰੇ ਚਿੰਤਨ ਕਰੀ ਜਾਣਾ। ਜੇ ਕੋਈ ਗਲਤੀ ਜੀਵਨ 'ਚ ਹੋ ਗਈ, ਹੁਣ ਮੇਰੇ ਕੋਲ ਵੇਖੋ, ਮੇਰੇ ਵਰਗਾ ਕੋਈ ਬੰਦਾ ਨਹੀਂ ਹੋਣਾ। ਮੈਂ ਬੜੀਆਂ ਗਲਤੀਆਂ ਕੀਤੀਆਂ, ਬਹੁਤ ਗਲਤੀਆਂ ਕੀਤੀਆਂ, ਪਰ ਮੇਰੇ 'ਚ ਇੱਕ ਖੂਬੀ ਹੈਗੀ ਆ, ਜਿਹੜੀ ਮੈਂ ਗਲਤੀ ਕੀਤੀ ਹੈ ਨਾ, ਮੈਂ ਸੋਚਦਾ ਆਇਨਸਟਾਈਨ ਵਾਂਗੂ ਐਕਸਪੈਰੀਮੈਂਟ ਕੀਤਾ ਸੀ, ਨਹੀਂ ਹੋਇਆ ਤੇ ਹੋ ਗਿਆ। ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ। ਹੁਣ ਉੱਥੇ ਕੀ ਹੈਗਾ? ਮੈਂ ਹੁਣ ਐਕਸਪੈਰੀਮੈਂਟ ਕੀਤਾ ਸੀ, ਉਹ ਨਹੀਂ ਬਣੀ ਗੱਲ, ਮਿੱਟੀ ਪਾਓ, ਅਗਾਂਹ ਚਲੋ, ਫਿਰ ਦੂਜਾ ਐਕਸਪੈਰੀਮੈਂਟ ਕਰੀਏ। ਇਹੋ ਤੇ ਜੀਵਨ ਹੈ। ਤੇ ਜਿੱਦਾਂ ਸੂਰਜ ਨਵਾਂ ਚੜ੍ਹਦਾ, ਇਸੇ ਤਰ੍ਹਾਂ ਜੀਵਨ ਨੂੰ ਅੱਗੇ ਤੋਰਨਾ ਪੈਣਾ ਹੈ। ਤੇ ਜੇ ਆਪਾਂ ਬਾਰ-ਬਾਰ ਪਿੱਛੇ ਤੁਰੀ ਜਾਵਾਂਗੇ, ਆਪਾਂ ਆਪਣੇ ਨੂੰ ਕੋਸੀ ਜਾਵਾਂਗੇ, ਮੈਂ ਆਹ ਕਰਦਾ, ਜੇ ਮੈਂ ਉਹ ਕਰਦਾ, ਮੈਂ ਜੇ ਉਹਦਾ ਕਹਿਣਾ ਮੰਨ ਲੈਂਦਾ, ਜਾਂ ਮੈਂ ਆਹ ਕਰਦਾ, ਉਦੋਂ ਸੱਜਣਾ ਤੂੰ ਗੱਲ ਤੇਰੀ ਸੁਣੀ ਨਹੀਂ ਸੀ। ਇਹ ਗੱਲ ਬਿਲਕੁਲ ਸੱਚੀ ਹੈ। ਹੁਣ ਤੂੰ ਝੂਠ ਮਾਰ ਰਿਹਾ, ਔਰ ਤੂੰ ਆਪਣੇ ਆਪ ਨੂੰ ਇੱਧਰ ਉੱਧਰ ਉਲਝਾ ਰਿਹਾ। ਤੈਨੂੰ ਬੜੇ ਲੋਕਾਂ ਨੇ ਕਿਹਾ ਸੀ ਕੰਮ ਆ ਨਾ ਕਰ, ਤੈਨੂੰ ਸਾਰਿਆਂ ਦੀ ਕਰੋ ਆਪਣੀ ਮਰਜ਼ੀ, ਪਰ ਆਲੇ ਦੁਆਲੇ ਦੀ ਬੰਦਾ ਜਦੋਂ ਨਹੀਂ ਸੁਣਦਾ ਨਾ, ਤੇ ਬੰਦਾ ਕਾਫੀ ਵੱਡੀਆਂ ਗਲਤੀਆਂ ਕਰਦਾ। ਔਰ ਇਹ ਮੈਂ ਕਾਫੀ ਬੰਦੇ ਵੇਖੇ ਆ, ਔਰ ਉਹ ਬਾਅਦ ਦੇ ਵਿੱਚ ਪਛਤਾਉਂਦੇ ਨੇ। ਔਰ ਖਾਸ ਕਰਕੇ ਔਰ ਮੁੜ ਕੇ ਪਛਤਾਉਣ ਦਾ ਫਾਇਦਾ ਕੀ? ਆਪਣੀ ਕਹਾਵਤ ਹੈਗੀ, ਸਭ ਚੁੱਪ ਪਛਤਾਨੇ ਸੇ ਕਿਆ ਫਾਇਦਾ, ਜਬ ਚਿੜੀ ਚਾਹੇ ਚੁੱਕੀ ਖੇਤ। ਹੁਣ ਕੁਝ ਨਹੀਂ ਕੀਤਾ ਜਾ ਸਕਦਾ, ਉਹਨੂੰ ਹੋ ਗਿਆ, ਉਹਨੂੰ ਨਹੀਂ ਬਦਲਿਆ ਜਾ ਸਕਦਾ। ਹਾਂ, ਜਿਹੜਾ ਹੁਣ ਇੱਕ ਕੰਮ ਕੀਤਾ ਜਾ ਸਕਦਾ, ਜਿਹੜਾ ਐਂਗਜ਼ਾਇਟੀ, ਮੈਂ ਸੋਚਦਾ ਕਿ ਦੋ ਇਹਨਾਂ ਦੇ ਹੱਲ ਹੈਗੇ। ਭੂਤਕਾਲ ਵਾਲੇ ਕੋਈ ਇੱਕ ਚੀਜ਼ ਹੈਗੀ ਆ, ਉਹ ਸੱਜਣਾ ਜਿਹੜਾ ਸਮਾਂ ਲੰਘ ਗਿਆ, ਉਹ ਨਹੀਂ ਬਦਲਿਆ ਜਾਣਾ। ਉਹਨੂੰ ਸਵੀਕਾਰ ਕਰੋ, ਉਹਨੂੰ ਸਮਝੋ ਕਿ ਪਰਮਾਤਮਾ ਦਾ ਹੁਕਮ ਹੈ। ਹੁਣ ਆ ਜਾਈਏ ਐਂਗਜ਼ਾਇਟੀ ਵਾਲੇ ਦੀ। ਐਂਗਜ਼ਾਇਟੀ ਵਾਲੇ ਕੋਈ ਇੱਕੋ ਹੱਲ ਹੈਗਾ, ਆਉਣ ਵਾਲਾ ਸਮਾਂ ਨਾ, ਜਿੱਦਾਂ ਆਪਾਂ ਨਿੱਜਰ ਸਭ ਘੁਮਿਆਰ ਦੇ ਹੱਥ ਗਿੱਲੀ ਮਿੱਟੀ ਹੁੰਦੀ ਹੈ ਨਾ, ਹਾਂਜੀ ਹਾਂਜੀ, ਜੋ ਮਰਜ਼ੀ ਬਣਾ ਲਓ, ਉਹ ਸਾਡੇ ਹੱਥ 'ਚ। ਜਦੋਂ ਸਮਾਂ ਆਊਗਾ ਤੇ ਅਸੀਂ ਆਪਣੀ ਮਰਜ਼ੀ ਨਾਲ ਉਹਨੂੰ ਜੋ ਮਰਜ਼ੀ ਬਰਤਨ ਬਣਾ ਸਕਦੇ ਹਾਂ। ਭਾਵੇਂ ਅਸੀਂ ਗਾਗਰ ਬਣਾ ਲਈਏ, ਜਾਂ ਕੁੱਜਾ ਬਣਾ ਲਈਏ, ਜਾਂ ਚਪਣੀ ਬਣਾ ਲਈਏ, ਉਹ ਸਾਡੇ ਹੱਥ 'ਚ। ਇਹ ਇੱਕ ਕੱਚੀ ਮਿੱਟੀ ਹੈ, ਜਿਹੜਾ ਆਉਣ ਵਾਲਾ ਸਮਾਂ, ਔਰ ਇਹੋ ਹੀ ਚੀਜ਼ ਹੈ। ਔਰ ਇੱਕ ਬੰਦਾ ਹੋਰ, ਇਹ ਜਿਹੜੀਆਂ ਮਾਨਸਿਕ ਬਿਮਾਰੀਆਂ ਨੇ, ਇਹ ਬਿਲਕੁਲ, ਔਰ ਇਹ ਥੋੜੀਆਂ ਨਾ ਸਿੰਪਟਮ ਕਹਿੰਦੇ ਇਹਨੂੰ। ਸਾਰੇ ਬੰਦੇ ਥੋੜੇ ਹੁੰਦੇ ਨੇ,
ਪਰ ਜਦੋਂ ਹੁੰਦੇ ਆ ਥੋੜੇ ਥੋੜੇ ਤੇ ਕੋਈ ਗੱਲ ਨਹੀਂ, ਪਰ ਜਦੋਂ ਲਿਮਟ ਕ੍ਰਾਸ ਕਰ ਜਾਂਦੇ ਨੇ ਤੇ ਫਿਰ ਸਰੀਰ 'ਚ ਤੁਹਾਡੇ ਨਾ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ, ਤੁਹਾਡੇ ਆਂਢੀਆਂ ਗੁਆਂਢੀਆਂ ਨੂੰ, ਤੁਹਾਡੇ ਪਰਿਵਾਰ ਵਾਲਿਆਂ ਨੂੰ। ਉਹ ਦੇਖ ਲੈਂਦੇ ਕਿ ਬੰਦਾ ਪੀੜ ਤੇ ਹੈ। ਪਹਿਲਾਂ ਤੇ ਤੁਹਾਡੇ ਅੰਦਰ ਬਿਮਾਰੀ ਆ ਤਾਂ ਕੋਈ ਗੱਲ ਨਹੀਂ, ਛੋਟੀ ਮੋਟੀ ਬਿਮਾਰੀ ਉਹ ਕੋਈ ਗੱਲ ਨਹੀਂ ਹੁੰਦੀ, ਸਾਰੇ ਬੰਦੇ 'ਚ ਹੁੰਦੀਆਂ ਥੋੜੀਆਂ, ਪਰ ਜਦੋਂ ਬਿਮਾਰੀ ਦਾ ਅਸਰ ਵੱਧ ਜਾਂਦਾ ਹੈ ਤੇ ਫਿਰ ਸਾਡੇ ਆਂਢ ਗੁਆਂਢ, ਸਾਡੇ ਰਿਸ਼ਤੇਦਾਰ ਸਾਨੂੰ ਉਹਨੂੰ ਨੋਟਿਸ ਕਰਨ ਲੱਗ ਪੈਂਦੇ। ਇੱਕ ਬਿਮਾਰੀ ਜਿਹਨੂੰ ਕਹਿੰਦੇ ਆ ਸ਼ੱਕ। ਇਹ ਜਿਹੜਾ ਬੰਦਾ ਏਦਾਂ ਦਾ ਹੁੰਦਾ ਵਾ, ਇਸ ਬੰਦੇ ਨੇ ਕੀ ਕਰਨਾ ਹੈ, ਇਸ ਬੰਦੇ ਨੇ ਬੈਠੇ ਬੈਠੇ ਹੀ ਆਪਣੇ ਕੋਲੋਂ ਸਕੀਮਾਂ ਲਾਈ ਜਾਣੀਆਂ। ਮੰਨ ਲਓ ਸੱਸ ਜੇ 2 ਨੌਵਾਂ ਹੈਗੀਆਂ ਨੇ ਤੇ ਇਹ ਦੂਜੇ ਦੇ ਘਰ ਚਲ ਗਈ ਹੈ, ਇਹ ਨਹੀਂ ਘੜੀ ਵਿੱਚ ਨੇ ਕੁੜੀ ਨੇ ਸੋਚ ਲੈਣਾ ਕਿ ਮੇਰੀ ਸੱਸ ਜਿਹੜੀ ਉੱਥੇ ਨਿੰਦਿਆ ਕਰਕੇ ਆਈ ਹੈ, ਚੁਗਲੀ ਕਰਕੇ ਆਈ ਹੈ ਤੇ ਮੇਰੇ ਮਾਂ ਪਿਓ ਦੇ ਪ੍ਰਤੀ ਕਰਕੇ ਆਈ। ਜੇ 9 ਗੱਲਾਂ ਕਰਦੀਆਂ ਤੇ ਸੱਸ ਨੇ ਬੇਟੀ ਨੇ ਇਹ ਸੋਚੀ ਜਾਣਾ ਵਾ ਕਿ ਇਹ ਦੋਵੇਂ ਮੇਰੀ ਚੁਗਲੀ ਕਰਨੇ। ਇਹ ਬੰਦਿਆਂ 'ਚ ਵੀ ਹੈਗਾ ਔਰ ਇਹ ਇੱਕ ਬਹੁਤ ਬਿਮਾਰੀ ਹੈ, ਇਹ ਕਾਫੀ ਮਾਨਸਿਕ ਬਿਮਾਰੀ ਹੈ ਬੰਦੇ ਦੀ। ਔਰ ਬੰਦਾ ਏਦਾਂ ਸੋਚੀ ਜਾਂਦਾ ਹੈ ਬਸ ਬਿਨਾਂ ਮਤਲਬ ਤੋਂ। ਔਰ ਇਹਨਾਂ ਚੀਜ਼ਾਂ ਦੇ ਪਿੱਛੇ ਕੋਈ ਅਸਲ ਰੀਜਨ ਨਹੀਂ ਹੁੰਦਾ। ਔਰ ਇਹ ਗੱਲ 101% ਆ, ਤੁਸੀਂ ਬਾਅਦ 'ਚ ਤੁਹਾਨੂੰ ਪਤਾ ਵੀ ਲੱਗ ਜੂਗਾ ਉਹ ਗੱਲ ਜਿਹੜਾ ਸ਼ੱਕ ਸੀ ਉਹ ਝੂਠਾ ਸੀ, ਅਸਲ ਨਹੀਂ ਸੀ ਉਹ। ਨਿਜੇ ਸਰ ਬਿਲਕੁਲ ਠੀਕ ਹੈ ਜੀ। ਹੁਣ ਨੂੰ ਜਿਹੜੀ ਹੈਗੀ ਫੋਨ ਤੇ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ, ਸੱਸ ਸੋਚੂਗੀ ਵੀ ਮੇਰੀਆਂ ਹੀ ਗੱਲਾਂ ਕਰ ਰਹੀ ਹੈ, ਮੇਰੇ ਬਾਰੇ ਖਿਲਾਫ ਹੀ ਬੋਲ ਰਹੀ ਹੈ। ਜੇ ਹੱਸ ਪਈ ਵਿਚਾਰੀ, ਕਿਤੇ ਹੱਸ ਪਈ ਤੇ ਹਾਂ ਬਿਲਕੁਲ ਏਦਾਂ ਦੀ ਗੱਲ ਕਰਦੇ ਆ। ਹੁਣ ਆਹ ਜਿਹੜੇ ਬੰਦੇ ਜਿਹੜੇ ਡਿਪਰੈਸ਼ਨ ਵਾਲੇ ਹੁੰਦੇ ਆ, ਇਹ ਕਹਿੰਦੇ ਆ ਇਹ ਗੱਲ ਤੇ ਰੋਣ ਲੱਗ ਪੈਂਦੇ। ਇਹਨਾਂ ਨੂੰ ਰੋਣਾ ਬੜਾ ਆਉਂਦਾ ਹੈ, ਬਹੁਤ ਜ਼ਿਆਦਾ ਰੋਣਾ, ਕਿਉਂਕਿ ਇਹ ਰਿਮੋਟ ਕੰਟਰੋਲ ਲੋਕਾਂ ਨੂੰ ਫੜਾ ਕੇ ਬੈਠੇ ਹੁੰਦੇ ਆ। ਅਗਲੇ ਉਹ ਨੱਪੀ ਜਾਂਦੇ ਤੇ ਬੰਦੇ ਤੇ ਉਹ ਖਿਡੌਣੇ ਵਾਂਗੂ ਜਿਹੜਾ ਕਾਰ ਦੇ ਨੀ ਰੱਖਿਆ ਦਾ ਡੰਮੀ ਜਿਹਾ ਸਿਰ ਜਿਹਾ ਲਾਈ ਜਾਂਦਾ, ਉਹਦੇ ਨੂੰ ਹਿੱਲੀ ਜਾਂਦੇ ਤੇ ਇਹ ਚੁੱਪ ਹੋ ਜਾਂਦੇ। ਫਿਰ ਵਿਚਾਰੇ ਚੁੱਪ ਹੋ ਕੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲੈਂਦੇ ਨੇ ਔਰ ਬਸ ਜ਼ਿਆਦਾ ਬਾਹਰ ਨਹੀਂ ਨਿਕਲਦੇ। ਮੈਂ ਕਹਿੰਦਾ ਜੀਵਨ ਜਿਹੜਾ ਨਾ ਜਿਉਣਾ ਹੈ ਇੱਕ ਕਲਾ। ਸਾਡੇ ਦਿਮਾਗ ਦੇ ਅੰਦਰ ਨਾ ਪਰਮਾਤਮਾ ਨੇ ਇੱਕ ਪੁਰਜਾ ਫਿੱਟ ਕੀਤਾ। ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂ, 10-12 ਸਾਲ ਦਾ ਬੱਚਾ ਹੁੰਦਾ ਨਾ, ਮਾਂ ਪਿਓ ਦੇ ਹੱਥ 'ਚ ਹੁੰਦਾ। ਹੁਣ ਕਈ ਕਹਿੰਦੇ ਸਾਡਾ ਬੱਚਾ ਪੜ੍ਹਦਾ ਹੀ ਨਹੀਂ, ਏਦਾਂ ਨਹੀਂ ਹੁੰਦਾ। ਮਾਂ ਪਿਓ ਉਸ ਬੱਚੇ ਨੂੰ ਬਣਾ ਵੀ ਸਕਦੇ ਆ ਤੇ ਉਹਨੂੰ ਵਿਗਾੜ ਵੀ ਸਕਦੇ। ਬੇਸ਼ੱਕ ਤੁਸੀਂ 2-4 ਕਿੱਲੇ ਘੱਟ ਕਮਾ ਕੇ ਦੇ ਦਿਓ ਉਹਨੂੰ, ਪਰ ਉਹਨੂੰ ਇੱਕ ਚੰਗਾ ਇਨਸਾਨ ਬਣਾ ਸਕਦੇ। 9-12 ਸਾਲ ਦਾ ਜਿਹੜਾ ਬੱਚਾ ਹੁੰਦਾ ਨਾ, ਉਹਨੂੰ ਬੜਾ ਕੁਝ ਸਿਖਾਇਆ ਜਾ ਸਕਦਾ। ਉਸ ਤੋਂ ਬਾਅਦ ਉਹਦਾ 95% ਦਿਮਾਗ ਜਿਹੜਾ ਡਿਵੈਲਪ ਹੋ ਜਾਂਦਾ, ਉਸ ਤੋਂ ਬਾਅਦ ਨਹੀਂ ਉਹ ਬਦਲਦਾ। ਬੜਾ ਔਖਾ। ਪਰ ਬਾਣੀ ਸਾਨੂੰ ਕਹਿੰਦੀ ਆ ਕਿ ਜਿਹੜਾ ਮਨ ਹੈ ਨਾ ਤੇਰਾ, ਉਹ ਜੋਤ ਸਰੂਪ ਹੈ ਤੇ ਆਪਣਾ ਮੂਲ ਪਛਾਣ। ਹਨਾ ਨੇ ਜੱਸਾ? ਬਿਲਕੁਲ, ਹਾਂਜੀ ਬਿਲਕੁਲ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂ, ਉਹ 5% ਦੀ ਗੱਲ ਕਰਦੇ ਆ। 95% ਬੇਸ਼ੱਕ ਜੜ ਹੋ ਗਿਆ, ਪਰ ਜਿਹੜਾ 5% ਹੈ ਨਾ, ਉਹ ਬੜਾ ਸ਼ਕਤੀਸ਼ਾਲੀ, ਉਹਨੂੰ ਕੌਨਸ਼ੀਅਸ ਮਾਈਂਡ ਕਹਿੰਦੇ ਆਪਾਂ। ਜੇਕਰ ਉਹ ਤੁਹਾਡਾ ਕਹਿਣਾ ਮੰਨਦਾ ਹੈ, ਉਹ ਕੁਛ ਕਰਨਾ ਚਾਹੁੰਦਾ ਹੈ, ਉਹ 95% ਨੂੰ ਰੀਵਾਇਰਿੰਗ ਕਰ ਸਕਦਾ ਉਹਦੀ ਸਾਰੀ। ਇਹ ਟੂ ਚੈੱਕ ਤੁਹਾਨੂੰ ਬ੍ਰਹਮ ਗਿਆਨੀ ਬਣਾ ਸਕਦਾ, ਐਡਾ ਪਾਵਰਫੁਲ ਹੈ। ਪਰ ਉਹ ਦੇਖੋ, ਬ੍ਰਹਮ ਗਿਆਨੀ ਸਾਰੇ ਬੰਦੇ ਬਣ ਸਕਦੇ ਆ। ਹਰ ਇੱਕ ਬੰਦੇ ਦੇ ਅੰਦਰ ਕੈਪੈਸਿਟੀ, ਜਿਹੜਾ ਵੀ ਬੰਦਾ ਹੈ ਨਾ, ਇਨਸਾਨ ਹੈ, ਚਾਹੇ ਉਹ ਕਾਮੀ ਆ, ਕ੍ਰੋਧੀ ਹੈ, ਲੋਭ ਹੈ, ਮੋਹ ਹੈ, ਜੋ ਮਰਜੀ ਆ। ਇਤਿਹਾਸ ਚੈੱਕ ਕਰੋ, ਉਂਗਲੀ ਮਾਰ, ਕੋਡਾ ਰਾਸ਼ਕ, ਉਸ ਤੋਂ ਬਾਅਦ ਇੱਕ ਹੋਰ ਸੀ ਸੱਜਣ ਠੱਗ, ਹੋਰ ਬੜੇ ਦਾਨਵ ਪ੍ਰਿਤੀ ਵਾਲੇ, ਉਹ ਸਾਰੇ ਤਰ ਗਏ। ਇਹਦਾ ਮਤਲਬ ਕੀ ਹੈ? ਉਹ 5% ਕੁਝ ਸਾਡੇ ਕੋਲ ਇੱਕ ਦਰਵਾਜ਼ਾ ਹੁੰਦਾ, ਛੋਟਾ ਜਿਹਾ ਦਰਵਾਜ਼ਾ। ਪਰਮਾਤਮਾ ਇੱਕ ਐਸੀ ਸ਼ਕਤੀ ਹੈ, ਉਹ ਹਮੇਸ਼ਾ ਹੀ ਰਸਤਾ ਛੱਡ ਕੇ ਜਾਂਦਾ ਹੈ। ਪਤਾ ਨਹੀਂ ਕਦੋਂ ਤੂੰ ਵਾਪਸ ਆ ਜਾਣਾ। ਛੋਟੀ ਜਿਹੀ ਬਾਰੀ ਰੱਖੀ ਹੈ, ਪਰ ਜਿੱਥੋਂ ਪ੍ਰਕਾਸ਼ ਆਉਂਦਾ ਉਹ ਕੇਵਲ ਸਾਡਾ ਹੌਸਲਾ ਵਧਾਉਣ ਵਾਸਤੇ ਰੱਖੀ ਹੈ ਬਾਰੀ। ਉਹ ਕਿ ਕਿਸੇ ਤਰੀਕੇ ਨਾਲ ਚਰਨਜੀਤ ਉਸ ਬਾਰੀ ਥਾਣੀ ਵੇਖ ਕੇ ਤੇ ਕੁਛ ਕਰੇ। ਉਹ ਬਾਰੀ ਇੱਕ ਜਸਟ ਸਾਡਾ ਹੌਸਲਾ ਵਧਾਉਣ ਵਾਸਤੇ ਰੱਖੀ ਆ। ਕਿਤੋਂ ਵੀ ਤੇਰਾ ਦਿਲ ਕਰੇ ਤੂੰ ਬਾਰੀ ਥਾਣੀ ਵੇਖੀ, ਤੈਨੂੰ ਮੈਂ ਦਿਖਾਂਗਾ। ਤੇ ਜਦੋਂ ਤੂੰ ਮੈਨੂੰ ਦੇਖਣਾ ਸ਼ੁਰੂ ਕਰਤਾ ਨਾ, ਤੇ ਤੇਰਾ ਜੀਵਨ ਆਪੇ ਬਦਲ ਜਾਣਾ। ਮੇਰੇ ਕਹਿੰਦਾ ਪਰਮਾਤਮਾ ਕਹਿੰਦਾ, ਮੇਰੇ ਬੱਚੇ, ਮੈਂ ਨੀ ਤੈਨੂੰ ਦੂਰ ਕੀਤਾ, ਤੂੰ ਖੁਦ ਦੂਰ ਹੋ ਗਿਆ ਮੇਰੇ ਤੋਂ। ਜਿੱਦਾਂ ਛੋਟੇ ਬੱਚੇ ਆਪਣੇ ਮਾਂ ਪਿਓ ਤੋਂ ਦੂਰ ਆਪੇ ਭੱਜ ਜਾਂਦੇ ਨੇ, ਉਸੇ ਤਰ੍ਹਾਂ ਅਸੀਂ ਵੀ
ਆਪਣੇ ਉਸ ਪਿਤਾ ਤੋਂ ਅਸੀਂ ਦੂਰ ਹੋ ਗਏ ਹਾਂ, ਅਸੀਂ ਮਨਮੁਖ ਹੋ ਗਏ ਹਾਂ। ਅਸੀਂ ਆਪਣੇ ਪਿਤਾ ਉਸ ਪਰਮਾਤਮਾ ਵੱਲ ਪਿੱਛਾ ਕਰ ਲਿਆ, ਉਹਨੂੰ ਭੁੱਲ ਗਏ ਹਾਂ। ਆਪਣੇ ਕਰੈਕਟਰ ਨੂੰ ਭੁੱਲ ਗਏ ਹਾਂ, ਔਰ ਸਾਡਾ ਜਿਹੜਾ ਕਰੈਕਟਰ ਅਸੀਂ ਉਹਨੂੰ ਨਿਭਾ ਨਹੀਂ ਪਾ ਰਹੇ। ਔਰ ਇਸੇ ਕਰਕੇ ਤੇ ਦੁਖੀ ਹਾਂ। ਹੋਰ ਸਾਨੂੰ ਦੁੱਖ ਕਾਹਦੇ? ਕਿਉਂਕਿ ਆਪਾਂ ਡਿਊਟੀਆਂ ਤੋਂ ਭੱਜ ਰਹੇ ਹਾਂ, ਆਪਾਂ ਚੀਟਿੰਗ ਕਰ ਰਹੇ ਹਾਂ, ਇਸੇ ਕਰਕੇ ਤਾਂ ਆਪਾਂ ਦੁਖੀ ਹਾਂ। ਹੋਰ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਜੀਵਨ। ਔਰ ਜਦੋਂ ਅਸੀਂ ਆਪਣੇ ਕਿਰਦਾਰ ਨੂੰ ਨਿਭਾਉਣਾ ਸ਼ੁਰੂ ਕਰਤਾ, ਤੁਸੀਂ ਆਪਣਾ ਕਿਰਦਾਰ ਨਿਭਾਓਗੇ ਨਾ, ਤੇ ਸਾਰੀ ਕੁਦਰਤ ਨੇ ਸ਼ਾਂਤ ਹੋ ਜਾਣਾ। ਕੁਦਰਤ ਪਰੇਸ਼ਾਨ ਕਿਉਂ ਹੋ ਰਹੀ ਹੈ ਔਰ ਸਾਨੂੰ ਵੀ ਕਿਉਂ ਪਰੇਸ਼ਾਨ ਕਰ ਰਹੀ ਹੈ? ਕਿਉਂਕਿ ਉਹ ਸਾਡੀਆਂ ਹਰਕਤਾਂ ਨੇ। ਅਸੀਂ ਆਲੇ ਦੁਆਲੇ ਚ ਇੰਟਰਫੇਅਰੈਂਸ ਕਰ ਰਹੇ ਹਾਂ, ਔਰ ਆਪਣਾ ਜਿਹੜਾ ਜੋ ਵੀ ਸਾਡੇ ਔਗਣੇ ਲੋਕਾਂ ਤੇ ਸੁੱਟਦੇ ਹਾਂ। ਉਹ ਜਿੱਦਾਂ ਮਤਲਬ ਹੁਣ ਮੈਂ ਕਿਤੇ ਮੰਨ ਲਓ ਅੱਗ ਸੁੱਟਦਾ, ਤੇ ਅੱਗ ਸੁੱਟੋ ਦੇ ਕੋਲ ਅੱਗ ਦਾ ਗੋਲਾ ਚੰਗਿਆੜਾ ਮੈਂ ਹੱਥ 'ਚ ਫੜਾਂਗਾ, ਫੇਰ ਹੀ ਮੈਂ ਸੁੱਟਾਂਗਾ ਜਿਸ ਸਭ ਕੇ। ਬਿਲਕੁਲ ਉਹਦਾ ਸੇਕ ਤੇ ਮੈਨੂੰ ਲੱਗਣਾ ਹੀ ਹੈ ਨਾ। ਭਾਵੇਂ ਮੈਂ ਕਿਹਦੀ ਨਿੰਦਿਆ ਕਰਦਾ, ਚੁਗਲੀ ਕਰਦਾ, ਕ੍ਰੋਧ ਕਰਨੇ ਆ, ਤੇ ਮੈਂ ਵੀ ਤੇ ਸੜੂੰਗਾ ਨਾ। ਤੇ ਮੈਂ ਕਿਹਨੂੰ ਸਾੜਨ ਦਿਆਂ ਨਿੱਜਾ ਸਾਹਿਬ, ਤੇ ਮੈਂ ਵੀ ਤੇ ਸੜੂੰਗਾ, ਤਾਂ ਫੇਰ ਹੀ ਕਿਹਨੂੰ ਸਾੜੂੰਗਾ। ਬਿਲਕੁਲ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਹਨਾਂ ਚੀਜ਼ਾਂ ਦਾ ਧਿਆਨ ਦਿਆ ਕਰੋ, ਠੀਕ ਹੈ। ਅੱਜ ਬਾਬਾ ਹੀ ਗੱਲ ਹੋ ਗਈ। ਨਹੀਂ ਅੱਜ ਜਿਹੜਾ ਹੈ ਨਾ ਗੋਰਖੀ ਸਾਹਿਬ, ਜਿਹੜੀ ਅੱਜ ਗੱਲ ਕਰ ਰਹੇ ਹੋ ਤੁਸੀਂ, ਇਸੇ ਟੌਪਿਕ ਦੇ ਉੱਤੇ ਗੱਲ ਹੋ ਰਹੀ ਹੈ। ਇਹ ਸਹੀ ਗੱਲ ਹੋ ਰਹੀ ਹੈ ਬਿਲਕੁਲ। ਇਹ ਜਿਹੜਾ ਮਹਾਰਾਜ ਕਹਿ ਰਹੇ ਆ ਨਾ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਆਹ ਸਹਿਸਾ ਹੀ ਤਾਂ ਤੁਸੀਂ ਬੋਲ ਰਹੇ ਹੋ, ਸਾਰਾ ਕੁਝ ਵਿਚਾਰ ਹੀ ਤਾਂ ਬੋਲ ਰਹੇ ਹੋ ਤੁਸੀਂ। ਐਂਜ਼ਾਈਟੀ ਔਰ ਜਿਹੜਾ ਡਿਪਰੈਸ਼ਨ, ਇਹ ਸਾਰਾ ਸਹਿਸਾ ਹੀ ਤਾਂ ਹੈਗਾ। ਪਾਸਟ ਔਰ ਫਿਊਚਰ ਸਹਿਸਾ ਹੀ ਤਾਂ ਹੈਗਾ, ਹੋਰ ਕੀ ਹੈਗਾ? ਹਾਂਜੀ ਬਿਲਕੁਲ ਠੀਕ ਹੈ ਨਿੱਜਾ ਸਾਹਿਬ। ਤੇ ਵੇਖ ਲਓ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਔਰ ਇਹ ਸਾਡੇ ਜੀਵਨ 'ਚ ਹੈਗੀਆਂ ਨੇ। ਦੇਖੋ, ਇਹ ਉਹਦਾ 5% ਦਿਮਾਗ ਨਾ ਸਾਡਾ, ਜਿਹੜਾ ਮੈਨੂੰ ਮਨ ਕਹਿ ਲਓ, ਦਿਮਾਗ ਕਹਿ ਲਓ, ਆਪਾਂ ਸਰਲ ਭਾਸ਼ਾ 'ਚ ਦਿਮਾਗ ਕਹਿ ਦਈਏ, ਆਮ ਸਧਾਰਨ ਬੁੱਧੀ ਵੀ ਸਮਝ ਜਾਂਦੀ ਉਹਨੂੰ। ਮਨ ਜਿਹੜਾ ਵਾ ਉਹ ਥੋੜਾ ਦਾਰਸ਼ਨਿਕ ਵਰਡ ਹੈ, ਤੇ ਉਹ ਜਿਹੜਾ 5% ਆ, ਆਪਾਂ ਉਹਦੀ ਵਰਤੋਂ ਕਰਨੀ ਹੈ, ਸਹੀ ਤਰੀਕੇ ਨਾਲ ਕਰਨੀ ਹੈ। ਔਰ ਕੱਲ ਵੀ ਬਾਣੀ ਚ ਆਇਆ ਕਿ ਇੱਕ ਮੁਕੰਮਲ ਜੀਵਨ ਕੀ ਹੈ, ਕਿੱਦਾਂ ਪਤਾ ਲੱਗੇਗਾ ਕਿ ਸਾਡਾ ਜੀਵਨ ਮੁਕੰਮਲ ਹੈ। ਔਰ ਅਸੀਂ ਉਸ ਇਮਤਿਹਾਨ ਨੂੰ ਪਾਸ ਕੀਤਾ, ਜਿਹੜਾ ਸਵਾਲ ਸਾਨੂੰ ਪਾਇਆ ਸੀ, ਔਰ ਅਸੀਂ ਉਹਨੂੰ 101% ਗਰੰਟੀ ਹੈ, ਕੋਈ ਇਫ ਨੋ ਨਹੀਂ ਹੈਗਾ। ਮੈਂ ਐਵੇਂ ਕਹਾਂ ਕਿ ਤੁੱਕਾ ਤੇ ਹੈ ਨਹੀਂ। 101% ਉਸ ਸਵਾਲ ਦਾ ਜਵਾਬ ਹੱਲ ਕੀਤਾ ਜਾਵੇਗਾ। ਤੁਸੀਂ ਕਰਕੇ ਜਾਓਗੇ, ਮੈਂ ਨਹੀਂ ਕਰਨਾ, ਤੁਸੀਂ ਆਪਣਾ ਆਪੇ ਕਰਨਾ ਹੈ। ਜਦੋਂ ਵੀ ਸੰਸਾਰ ਤੇ ਜਾਓਗੇ, ਤੁਹਾਡੇ ਚਿਹਰੇ ਤੇ ਸਮਾਈਲ ਹੋਊ। ਤੁਸੀਂ ਕਹੋਗੇ ਹਾਂ, ਮੈਂ ਸੰਸਾਰ ਤੇ ਆਇਆ ਹਾਂ ਔਰ ਉਸ ਸਵਾਲ ਦਾ ਮੈਂ ਹੱਲ ਲੱਭ ਲਿਆ। ਮੈਂ ਉਸ ਜੀਵਨ ਨੂੰ ਲੱਭਿਆ ਜਿਹੜਾ ਜੀਵਨ ਗ੍ਰੰਥਾਂ 'ਚ ਕਿਹਾ ਸੀ, ਪਰਮ ਜੀਵਨ, ਬ੍ਰਹਮ ਲੀਨਤਾ, ਜਿਹਨੂੰ ਸਹਿਜ ਅਵਸਥਾ ਕਿਹਾ ਜਾਂਦਾ ਹੈ, ਸਹਿਜ ਸਮਾਧੀ। ਹੁਣ ਸਮਾਧੀ 'ਚ ਬਹਿਣ ਦੀ ਲੋੜ ਨਹੀਂ ਹੈ। ਕਬੀਰ ਜੀ ਕਹਿੰਦੇ ਨੇ, ਭਲਾ ਹੁਆ ਮੇਰੀ ਮਾਲਾ ਟੂਟੀ। ਕਬੀਰ ਜੀ ਕਹਿੰਦੇ ਕਿ ਭਲਾ ਹੋ ਗਿਆ। ਉਹ ਜਿਹੜੀ ਮੇਰੀ ਰੂਟੀਨ ਬਣੀ ਸੀ, ਜਿਹੜਾ ਮੈਂ ਮਸ਼ੀਨ ਵਾਂਗੂ ਕਿਤੇ ਮੰਦਿਰ 'ਚ ਜਾਂਦਾ ਹਾਂ, ਕਿਤੇ ਧਾਰਮਿਕ ਸਥਾਨਾਂ ਤੇ ਘੁੰਮੀ ਜਾਂਦਾ, ਤੇ ਦਿਨ ਰਾਤ ਮਾਲਾ ਚਲਾਈ ਜਾਂਦਾ, ਉਹ ਮਾਲਾ ਮੇਰੀ ਟੁੱਟ ਗਈ ਹੁਣ। ਕਿਉਂਕਿ ਮੇਰੀ ਜਿਹੜੀ ਅਵਸਥਾ ਹੈ ਉਹ ਸਹਿਜ ਸਮਾਧੀ 'ਚ ਹੋ ਗਈ ਆ। ਹੁਣ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਮੇਰੀ ਸੁਰਤੀ ਆਤਮਾ ਦੇ ਵਿੱਚ ਚੱਲ ਗਈ ਆ। ਹੁਣ ਜਿਹੜੇ ਵਿਕਾਰ ਹੈਗੇ ਨੇ, ਪਰ ਵਿਕਾਰਾਂ 'ਚ ਸ਼ਕਤੀ ਨਹੀਂ ਹੈਗੀ ਹੁਣ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼, ਈਰਖਾ, ਇਹ ਸਾਰੇ ਸ਼ਾਂਤ ਹੋ ਗਏ ਨੇ। ਇਹ ਉਹਨਾਂ ਚਿਰ ਤੱਕ ਨਹੀਂ ਸ਼ਾਂਤ ਹੋਣੇ ਜਿੰਨਾ ਚਿਰ ਤੱਕ ਸਾਡੀ ਸੁਰਤੀ ਆਤਮਾ ਤੱਕ ਸਥਿਰ ਨਹੀਂ ਹੋ ਜਾਂਦੀ। ਹੁਣ ਤੁਸੀਂ ਸਾਰੇ ਨਿਰਵਿਚਾਰ ਸਮਾਧੀ 'ਚ ਜਾਂਦੇ ਜੋ ਰਾਤ ਨੂੰ, ਜੇ ਤੁਸੀਂ ਹੁਣ ਵੀ ਸਾਧਨਾ ਕਰਨੀ ਹੈ, ਤੁਹਾਡੇ ਅੰਦਰ ਇੱਕ ਬਿੰਦੂ ਹੈਗਾ ਚੇਤਨਾ ਦਾ, ਜਿੱਥੇ ਤੁਹਾਡੀ ਸੁਰਤੀ ਇਕਾਗਰ ਹੁੰਦੀ ਹੈ। ਉਸ ਤੁਹਾਡੀ ਜਿਹੜੀ ਸੁਰਤੀ ਹੈ ਨਾ, ਉਹਨੂੰ ਉਸ ਬਿੰਦੂ ਦੇ ਅੰਦਰ ਲੈ ਜਾਈਓ। ਬਸ ਅੱਜ ਉਸ ਬਿੰਦੂ ਦੇ ਵਿੱਚ ਜਾਓਗੇ ਨਾ, ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਸੱਚੀ ਰੱਬ ਕੀ ਆ, ਉਹ ਕਿੱਥੇ ਬੈਠਾ। ਤੁਹਾਡੇ ਅੰਦਰ ਚੇਤਨਾ ਨਿਰਵਿਚਾਰ ਹੋ ਗਏ। ਜੇ ਤੁਸੀਂ ਨਿਰਵਿਚਾਰ ਅਵਸਥਾ ਦੇ ਵਿੱਚ, ਤੁਹਾਡੇ ਅੰਦਰ ਇੱਕ ਚੇਤਨਾ ਦਾ ਬਿੰਦੂ ਬਣੂਗਾ। ਉਸ ਬਿੰਦੂ ਦੇ ਵਿੱਚ ਆਪਣੀ ਸੁਰਤੀ ਇਕਾਗਰ ਕਰ ਲੈਣੀ। ਅੰਦਰ, ਉਹਦੇ ਅੰਦਰ ਛੋਟਾ ਜਿਹਾ ਬਿੰਦੂ ਬਣੂਗਾ। ਫਿਰ ਉਹਨੇ ਸੁਖਮ ਹੋਈ ਜਾਣਾ, ਸੁਖਮ ਹੋਈ ਜਾਣਾ, ਸੁਖਮ ਹੋਈ ਜਾਣਾ। ਇੱਕ ਸਮਾਂ ਆਊਗਾ, ਇੰਨਾ ਬਰੀਕ ਹੋ ਜਾਣਾ ਉਹਨੇ, ਉੱਥੇ ਚੇਤਨਾ ਵੀ ਨਹੀਂ ਰਹਿ ਜਾਣੀ, ਬਿਲਕੁਲ ਸ਼ਾਂਤ। ਬੂੰਦ ਸਾਗਰ 'ਚ ਗਈ, ਸਾਗਰ ਦਾ ਰੂਪ ਹੋ ਗਿਆ। ਬਹੁਤ ਆਨੰਦਮਈ ਅਵਸਥਾ। ਔਰ ਵਾਰ-ਵਾਰ ਉਸੇ ਅਵਸਥਾ 'ਚ ਜਾਣਾ ਹੈ ਤੁਸੀਂ ਸਾਰਿਆਂ ਨੇ।
ਸੋ ਬਹੁਤ ਤਗੜਾ ਅਨੁਭਵ ਹੈ ਔਰ ਇਸ ਅਨੁਭਵ ਨੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਚੇਂਜਸ ਲਿਆਉਣੀਆਂ। ਤੁਹਾਡਾ ਜੀਵਨ ਇੰਨਾ ਉੱਚਾ ਹੋ ਜਾਊਗਾ, ਇੰਨਾ ਉੱਚਾ ਹੋ ਜਾਊਗਾ, ਤੁਸੀਂ ਛੋਟੇ ਜਿਹੇ ਰੱਬ ਬਣ ਜਾਣਾ ਜੀ, ਨਿੱਕੇ ਜਿਹੇ ਰੱਬ। ਔਰ ਉਹੀ ਆ, ਉਦਾਂ ਦੇਖੋ ਹਰ ਵਰਗਾ ਹੀ ਸਾਨੂੰ ਹੋਣਾ ਪੈਣਾ ਹੈ, ਉਸ ਤੋਂ ਘੱਟ ਗੱਲ ਨਹੀਂ ਕਿ ਬਣਨੀ। ਐਵੇਂ ਮੈਂ ਕਹਦਾ ਕਿ ਉਹ 99% ਵੀ ਹੋ ਗਏ ਤਾਂ ਵੀ ਪਿਓਰ ਨਹੀਂ ਹੋਣਾ ਆਪਾਂ, 1% ਫਿਰ ਬਾਕੀ, ਕਿਉਂਕਿ ਪਰਮਾਤਮਾ ਬਹੁਤ ਪਿਓਰ ਹੈ। ਹਰ ਦੇ ਵਰਗਾ ਹੀ ਸਾਨੂੰ ਹੋਣਾ ਪੈਣਾ ਔਰ ਅਸੀਂ ਨਹੀਂ ਹੋਣਾ। ਇਹ ਵੀ ਇੱਕ ਹੋਰ ਚੀਜ਼ ਹੈ, ਇਹ ਹਰ ਨੇ ਸਾਨੂੰ ਆਪੇ ਕਰਨਾ। ਅਸੀਂ ਆਪਣਾ ਸਮਰਪਣ ਕਰਨਾ ਹੈ, ਅਸੀਂ ਵਿਦਿਆਰਥੀ ਬਣਨਾ ਹੈ, ਇੱਕ ਟੀਚਰ ਨਹੀਂ ਬਣਨਾ। ਟੀਚਰ ਤੇ ਬੜਾ ਵੱਡਾ ਪੰਗਾ ਪੈ ਜਾਂਦਾ, ਕਿਉਂਕਿ ਜਦੋਂ ਅਸੀਂ ਗਿਆਨੀ ਹੋ ਜਾਂਦੇ ਹਾਂ ਨਾ ਤੇ ਫਿਰ ਤੇ ਉਹ ਪਤੀਲੇ ਦੇ ਉੱਤੇ ਤੇ ਢੱਕਣ ਰੱਖਣ ਵਾਲਾ ਕੰਮ ਹੋ ਗਿਆ, ਉਹ 'ਚ ਬੂੰਦ ਨਹੀਂ ਜੇ ਪੈਣੀ ਹੁੰਦੀ। ਜਦੋਂ ਅਸੀਂ ਵਿਦਿਆਰਥੀ ਬਣ ਜਾਂਦੇ ਹਾਂ, ਸਟੂਡੈਂਟ ਬਣਦੇ ਹਾਂ, ਤੇ ਫਿਰ ਜਿੰਨਾ ਮਰਜ਼ੀ ਸਿੱਖੀ ਜਾਈਏ ਉਹਦਾ ਅੰਤ ਹੀ ਕੋਈ ਨਹੀਂ। ਪਰ ਮੈਂ ਚਾਹੁੰਦਾ ਹਾਂ ਕਿ ਵਿਦਿਆਰਥੀ ਬੜਾ ਸ਼ਾਨਦਾਰ ਵਰਡ ਆ, ਤੇ ਜਦੋਂ ਤੁਸੀਂ ਜਾਂ ਮੈਂ ਵੀ ਆਪਣੇ ਆਪ ਨੂੰ ਵਿਦਿਆਰਥੀ ਕਹਾਂਗਾ ਤੇ ਕੁਦਰਤ ਖੁਸ਼ ਹੁੰਦੀ। ਫਿਰ ਉਹ ਟੀਚਰ ਰੂਪੀ ਪਰਮਾਤਮਾ ਸਾਨੂੰ ਹੋਰ ਭਰਦਾ ਹੈ। ਔਰ ਜਦੋਂ ਅਸੀਂ ਸੋਚਦੇ ਹਾਂ ਬੜੇ ਗਿਆਨੀ ਹੋ ਗਏ, ਹੁਣ ਵੇਖੋ ਜਿਹੜਾ ਬੰਦਾ DM ਬਣਿਆ, ਡਿਸਟ੍ਰਿਕਟ ਮੈਜਿਸਟ੍ਰੇਟ, ਕਿੰਨੀ ਪਾਵਰ ਤੋਂ ਉਹਦੇ ਸਟੈਂਡ ਦੀ ਇੰਨੀ ਕੀਮਤ ਕਿ ਸਾਰੀ ਸਟੇਟ 'ਚ ਕਲਫੀ ਲੱਗ ਜਾਂਦਾ। ਉਹਦੀ ਪਰਮਿਸ਼ਨ ਤੋਂ ਬਿਨਾਂ ਉੱਥੇ ਕੁਝ ਵੱਡੇ ਕੰਮ ਨਹੀਂ ਹੋ ਸਕਦੇ। ਆ ਸਾਰੇ ਕਿੰਨੇ ਅਫਸਰ ਨੇ ਵੇਖ ਲਓ, ਸਾਰੇ ਦੇ ਥੱਲੇ। ਇੱਕ ਉਸ ਬੰਦੇ ਨੂੰ ਕ੍ਰੋਧ ਨੇ ਕਿੱਥੇ ਲੈ ਗਿਆ। ਅੱਜ ਉਹ ਬੰਦਾ ਘਰ ਬੈਠਾ ਹੋਊਗਾ, ਉੱਥੇ ਟੀਮ ਬੈਠੀ ਹੈ, ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ, 3 ਬੰਦਿਆਂ ਦੀ ਕਮੇਟੀ ਬਣੀ, ਸਾਰਾ ਕੋਈ ਇਨਵੈਸਟੀਗੇਸ਼ਨ ਹੋਊਗੀ। ਹੋ ਸਕਦਾ ਉਹਨੂੰ ਸਸਪੈਂਡ ਕੀਤਾ ਜਾਵੇ ਜਾਂ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ। ਸੋ ਹੁਣ ਉਹ ਬੰਦਾ ਪਛਤਾਉਂਦਾ ਵਾ, ਪੱਕਾ ਪਛਤਾਊਗਾ। ਉਹ ਕੀ ਫਰਕ ਪੈ ਗਿਆ ਸੀ? ਇਸ ਤਰੀਕੇ ਨੂੰ ਆਪਾਂ ਬਦਲ ਸਕਦੇ ਹਾਂ। ਹੁਣ ਦੇਖੋ ਆਪਾਂ ਘਰਾਂ 'ਚ ਬੈਠੇ ਹੁੰਦੇ ਹਾਂ, ਉਹ ਜੇ DM ਹੈ ਨਾ, ਤੇ ਅਸੀਂ ਵੀ ਆਪਣੇ ਆਪ ਨੂੰ DM ਹੀ ਸਮਝਦੇ ਹਾਂ। ਹੁਣ ਮੰਨ ਲਓ ਘਰ ਦੀ ਨੇ ਰੋਟੀ ਲਿਆਂਦੀ ਹੈ, ਪਾਣੀ ਨਹੀਂ ਫੜਾਇਆ, ਤੇ ਆਪਾਂ ਰੌਲਾ ਪਾ ਕੇ ਵੀ ਸਕਦੇ ਹਾਂ ਕਿ ਤੈਨੂੰ ਪਤਾ ਕੋਈ ਨਹੀਂ ਹੈ, ਤੂੰ ਪਾਣੀ ਨਹੀਂ ਫੜਾਇਆ। ਤੇ ਦੂਜੇ ਬੰਨੇ ਆਪਾਂ ਚੰਗੇ ਤਰੀਕੇ ਨਾਲ ਵੀ ਕਹਿ ਸਕਦੇ ਹਾਂ, ਮੈਡਮ ਜੀ ਪਾਣੀ ਫੜਾ ਦਿਓ। ਅਗਲੀ ਚਾਹ ਨਾਲ ਪਾਣੀ ਫੜਾਊਗੀ। ਪਹਿਲੀ ਗੱਲ 2-2.5 ਘੰਟੇ ਲੱਗੇ ਨੂੰ ਰੋਟੀ ਬਣਾਉਣ ਲੱਗਿਆ, ਮੁੜ ਕੇ ਤੁਸੀਂ ਸੜੀ ਗੱਲ ਕਰੋ, ਉਹਦਾ ਕਲੇਜਾ ਸਾੜ ਕੇ ਰੱਖ ਦੋਗੇ। ਤੇ ਸੋ ਕੰਮ ਨੂੰ ਕਹਿਣ ਦੇ ਨਾਲ ਆਪਾਂ ਜਿੱਦਾਂ ਉਹਨੂੰ ਕਹਿੰਦੇ ਪਲੀਜ਼ ਤੁਸੀਂ ਆਹ ਕੰਮ ਕਰ ਸਕਦੇ ਹੋ, ਮਾੜਾ ਪਲੀਜ਼ ਵਰਡ ਲਾ ਦਿਓ, ਮਾੜਾ ਜਿਹਾ ਪਲੀਜ਼। ਤੇ ਅਗਲਾ ਉਹ ਵੇਖੋ ਕਿੱਦਾਂ ਭੱਜਦਾ। ਹੁਣ ਤੁਸੀਂ ਰਾਹ 'ਚ ਜਾਣਦੇ ਜੋ, ਅਗਲੇ ਨੂੰ ਕਹੋਗੇ ਉਹ ਤੂੰ ਅੰਨਾ ਆਇਆ, ਮੈਂ ਰਾਹ ਬੰਦ ਕੀਤਾ ਜੀ, ਤੇ ਅਗਲੇ ਨੇ ਵੀ ਤੇ ਕਹਿਣਾ ਕਿ ਮੈਂ ਤਾਂ ਡਰਦਾ, ਭਾਵੇਂ ਮੇਰੇ ਕੋਲ ਟਾਂਗਾ, ਭਾਵੇਂ ਮੇਰੇ ਕੋਲ ਰੱਖਦਾ। ਜੇ ਤੁਸੀਂ ਇਹਨੂੰ ਕਹਿ ਦਿਓ ਭਾਈ ਮਾੜਾ ਜਿਹਾ ਰਸਤੇ ਤੋਂ ਪਰੇ ਕਰ ਦਿਓ, ਮੈਂ ਥੋੜਾ ਛੁੱਟੀ ਜਾਣਾ, ਤੇ ਉਹਨੇ ਇਹਨਾਂ ਨੇ 1 ਮਿੰਟ ਪਰੇ ਕਰ ਦੇਣਾ। ਹੋ ਸਕਦਾ ਤੁਹਾਨੂੰ ਰਾਹ ਵੀ ਦਵੇ। ਜ਼ਬਾਨ ਜਿਹੜੀ ਬੜੀ ਤਗੜੀ ਚੀਜ਼ ਹੈ, ਇਹਦੀ ਵਰਤੋਂ ਬੜੇ ਤਰੀਕੇ ਨਾਲ ਕਰਨੀ ਹੈ, ਇਹਨੂੰ ਗਲਤ ਨਹੀਂ ਵਰਤਣਾ। ਕਿਉਂਕਿ ਜ਼ਬਾਨ ਜਿਹੜੀ ਹੈ ਨਾ, ਉਹ ਬੰਦੇ ਨੂੰ ਬੜੀ ਵੱਡੀ ਸਮੱਸਿਆ 'ਚ ਫਸਾ ਦਿੰਦੀ ਹੈ। ਤੇ ਜਿਹੜੇ ਬੰਦੇ ਆਪਣੀ ਜ਼ਬਾਨ ਦੀ ਵਰਤੋਂ ਕਰਨੀ ਨਹੀਂ ਜਾਣਦੇ, ਉਹਨਾਂ ਬੰਦਿਆਂ ਦਾ ਜੀਵਨ ਏਡਾ ਵਧੀਆ ਨਹੀਂ ਹੁੰਦਾ। ਬਹੁਤ ਉਹਨੂੰ ਲਾਈਕ, ਉਹਨਾਂ ਲੋਕਾਂ ਨੂੰ ਕੋਈ ਲਾਈਕ ਨਹੀਂ ਕਰਦਾ। ਘਰ ਦੇ ਕਹਿੰਦੇ ਸ਼ੁਕਰ ਹੈ ਘਰੋਂ ਨਿਕਲਿਆ, ਜਦੋਂ ਆ ਗਿਆ ਤੇ ਨਾਲ ਹੀ ਸਾਰੇ ਘਰ ਦੇ ਚੁੱਪ। ਉਹ ਕਹਿੰਦੇ ਆ ਗਿਆ ਹੀ ਵਾਪਸ, ਸਾਰੇ ਸਾਇਲੈਂਟ ਮੋਡ ਤੇ। ਸੋ ਐਸਾ ਜੀਵਨ ਚਾਹੁੰਦੇ ਜੇ ਤੁਸੀਂ, ਕਿ ਤੁਸੀਂ ਘਰੇ ਆਓ ਤੇ ਤੁਹਾਡੇ ਬੱਚੇ ਕਹਿਣ ਕਿ ਇਹ ਕਿਹੜਾ ਘਰੇ ਆ ਗਿਆ, ਤੇ ਜਦੋਂ ਚੱਲ ਜਾਣ ਤੇ ਖੁਸ਼ ਹੋ ਜਾਣ। ਇਹ ਵਿਚਾਰ ਮੈਂ ਨਹੀਂ ਕਰਨਾ, ਇਹ ਮੈਂ ਆਪਣਾ ਕਰਾਂ, ਤੁਸੀਂ ਆਪਣਾ ਕਰੋ। ਸੋ ਇਹ ਇੱਕ ਜਾਣਕਾਰੀ ਹੈ, ਇਹਨੂੰ ਗਿਆਨ ਕਹਿੰਦੇ ਆਪਾਂ। ਗਿਆਨ ਦਾ ਮਤਲਬ ਕਿ ਬਾਣੀ ਸਾਨੂੰ ਚਾਹੁੰਦੀ ਆ ਕਹਿੰਦੇ ਕਿ ਸੁੱਕੇ ਪੱਤੇ ਵਰਗਾ ਹੋ ਜਾ, ਏਦਾਂ ਦਾ ਤੇਰਾ ਜੀਵਨ ਹੋਣਾ ਚਾਹੀਦਾ। ਸਹਿਜ ਅਵਸਥਾ, ਸੁੱਕਾ ਪੱਤਾ, ਬਿਲਕੁਲ ਸ਼ਾਂਤ। ਕੰਮ ਨੂੰ ਕਰਨ ਦਾ ਤਰੀਕਾ ਹੁੰਦਾ ਹੈ, ਪਰ ਰੌਲਾ ਪਾਉਣ ਦੇ ਨਾਲ ਮਸਲਾ ਨਹੀਂ ਹੱਲ ਹੁੰਦਾ। ਉਸ ਚੀਜ਼ ਦੇ ਬਾਰੇ ਵਿਚਾਰ ਕੀਤਾ ਜਾਵੇ, ਉਹਦੇ ਕਾਰਨਾਂ ਨੂੰ ਲੱਭਿਆ ਜਾਵੇ। ਫਿਰ ਉਹਨਾਂ ਕਾਰਨਾਂ ਨੂੰ, ਕੋਈ ਵੀ ਚੀਜ਼ ਹੁੰਦੀ ਨਾ, ਉਹਦੇ ਪਿੱਛੇ ਕਾਰਨ ਹੁੰਦੇ ਨੇ, ਬਿਨਾਂ ਕਾਰਨ ਤੋਂ ਕੋਈ ਚੀਜ਼ ਨਹੀਂ ਹੁੰਦੀ। ਤੇ ਜਦੋਂ ਉਸਦਾ, ਹੁਣ ਡਾਕਟਰ ਪਤਾ ਜਦੋਂ ਬੰਦੇ ਦਾ ਇਲਾਜ ਕਰਦਾ ਹੈ ਨਾ, ਉਹ ਬੁਖਾਰ ਦਾ ਇਲਾਜ ਨਹੀਂ ਕਰਦਾ, ਉਹ ਅੰਦਰ ਇਨਫੈਕਸ਼ਨ ਦਾ ਇਲਾਜ ਕਰਦਾ ਹੈ। ਤੇ ਅਸੀਂ ਕਹਿੰਦੇ ਡਾਕਟਰ ਸਾਹਿਬ ਬੁਖਾਰ ਉਤਾਰ ਦਿਓ, ਉਹ ਡਾਕਟਰ ਨੂੰ ਪਤਾ ਹੈ ਕਿ ਬੁਖਾਰ ਨਹੀਂ ਉਤਾਰਨਾ, ਉਹਦੇ ਅੰਦਰ ਜਿਹੜੀ ਇਨਫੈਕਸ਼ਨ ਉਹਨੂੰ ਸਹੀ ਕਰਨਾ। ਇਨਫੈਕਸ਼ਨ ਕਰਕੇ ਬੁਖਾਰ ਇੱਕ ਕੀ ਆ, ਥਰਮਾਮੀਟਰ ਵਾਂਗੂ ਇਹ ਦੱਸ ਰਿਹਾ ਕਿ ਸਰੀਰ ਦੇ ਵਿੱਚ ਕੁਝ ਗੜਬੜ ਹੋ ਗਈ ਆ। ਮੈਂ ਲੜ ਕੇ ਥੱਕ ਗਿਆ, ਤੇ ਹੁਣ ਜਿਹੜਾ ਮੇਰਾ ਕੰਟਰੋਲ ਨਹੀਂ ਹੈਗਾ, ਹੁਣ ਮੈਂ ਬੁਖਾਰ ਦੇ ਰੂਪ ਦੇ ਸਾਹਮਣੇ ਦਿਖਾਤਾ ਹੀ, ਤੇ ਤੂੰ ਏਦਾਂ ਕਰਕੇ ਕਿਸੇ ਚੰਗੇ ਡਾਕਟਰ ਕੋਲ ਜਾ ਕੇ ਇਲਾਜ ਕਰਾ ਲਾ। ਇਹ ਸਰੀਰ ਸਾਡਾ ਏਦਾਂ ਕਰਦਾ।
ਕਈ ਵਾਰ ਅੰਦਰ ਕੋਈ ਨੁਕਸ ਪੈ ਜੇ ਸਾਨੂੰ ਖੰਘ ਆਉਣ ਡੈ ਪੈਂਦੀ ਹੈ, ਜ਼ੁਕਾਮ ਆਉਣ ਡੈ ਪੈਂਦਾ। ਇਹ ਸਾਰੀਆਂ ਚੀਜ਼ਾਂ ਨੇ, ਇਹ ਅਲਾਰਮ ਨੇ ਸਾਡੀ ਬੋਡੀ 'ਚ ਕੁਦਰਤ ਨੇ ਲਾਏ। ਤੇ ਸੋ ਇਹ ਚੀਜ਼ਾਂ ਹੁੰਦੀਆਂ ਨੇ। ਇਸੇ ਤਰ੍ਹਾਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹ ਅਲਾਰਮ ਨੇ। ਕੁਦਰਤੀ ਤੌਰ ਤੇ ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ। ਜਦੋਂ ਸਾਡਾ ਸੂਖਮ ਸਰੀਰ ਖਰਾਬ ਹੋ ਜਾਂਦਾ ਹੈ, ਮਨ, ਬੁੱਧੀ, ਚਿੱਤ ਇਹਨਾਂ ਦੇ ਅੰਦਰ ਔਗਣ ਆ ਜਾਂਦੇ ਨੇ, ਪਰ ਆਪਣੀ ਇਹ ਨਿੱਜ ਸਰੂਪ ਨੂੰ ਛੱਡ ਦਿੰਦੇ ਨੇ। ਨਿੱਜ ਸਰੂਪ ਦਾ ਮਤਲਬ ਹੈਗਾ ਸਹਿਜ ਵਸ। ਇਹ ਫਿਰ ਔਗਣਾਂ 'ਚ ਚੱਲ ਜਾਂਦੇ ਨੇ। ਜਿੱਦਾਂ ਇੱਕ ਬੱਚਾ ਨਸ਼ਾ ਕਰਨ ਡਿਆ ਪੈਂਦਾ, ਹੋਇਆ ਤੇ ਬੱਚਾ ਚੰਗਾ ਹੀ ਵਿਚਾਰਾ, ਸਮਾਜ ਸਾਰਾ ਉਹਨੂੰ ਕਹਿੰਦਾ ਹੈ ਵੀ ਅਮਲੀ ਅਮਲੀ ਜੇ ਵੋ, ਤੇ ਉਹ ਵਿਚਾਰਾ ਉਹ ਦਲਦਲ ਦੇ ਵਿੱਚ ਡੁੱਬੀ ਜਾਂਦਾ। ਔਰ ਸਮਾਜ ਵੀ ਉਹਦੀ ਹੌਸਲਾ ਵਧਾਉਣ ਦੀ ਜਗ੍ਹਾ ਉਹ ਤੋਂ ਦੂਰ ਹੋ ਜਾਂਦੇ। ਉਹ ਬੱਚਾ ਤਾਂ ਇਕੱਲਾ ਹੋ ਜਾਂਦਾ। ਉਹ ਜਿੰਨਾ ਇਕੱਲਾ ਹੋਈ ਜਾਊਗਾ ਉਹਨਾਂ ਹੋਰ ਨਸ਼ੇ, ਉਹਨੂੰ ਹੋਰ ਐਡਿਕਸ਼ਨ। ਇਹ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਸਾਡੇ ਮਨ ਦੇ ਨਾਲ ਜੁੜੀਆਂ ਨੇ ਤੇ ਸਾਨੂੰ ਆਪਣੇ ਨਜ਼ਰੀਏ ਨੂੰ ਵੇਖਣ ਦੀ ਲੋੜ ਆ। ਸਮਾਜ ਨੂੰ ਵੀ ਇਸੇ ਨਜ਼ਰੀਏ ਨਾਲ ਵੇਖਾਂਗੇ ਤੇ ਤਾਂ ਹੀ ਭਲਾ ਹੋਣਾ। ਜੇ ਅਸੀਂ ਕੋਸ਼ਿਸ਼ ਕਰਾਂਗੇ ਨਾ ਕਿ ਇਹਨੂੰ ਚੁੱਕਣ ਦੀ, ਤੇ ਸਾਨੂੰ ਵੀ ਰੱਬ ਚੁੱਕੂਗਾ। ਇਹ ਬਿਲਕੁਲ ਸੱਚ ਆ। ਔਰ ਜਦੋਂ ਅਸੀਂ ਆਪਣੇ ਹੱਥ ਪੱਲਾ ਝਾੜਦੇ ਹਾਂ ਤੇ ਫਿਰ ਤੇ ਰੱਬ ਵੀ ਕਹਿੰਦਾ ਹੈ ਕਿ ਤੂੰ ਇੱਕ ਆਪਣੇ ਇਨਸਾਨ ਹੋਣ ਦਾ ਫਰਜ਼ ਨਹੀਂ ਨਿਭਾਇਆ। ਔਰ ਜਿੰਨੀ ਕੁ ਸਾਡੀ ਹੈਸੀਅਤ ਹੈ, ਚਾਹੇ ਮੇਰੀ ਥੋੜੀ ਜਿਹੀ ਹੈਸੀਅਤ ਆ, ਚਾਹੇ ਮੈਂ ਕਿਹਨੂੰ ਸਾਥੀ ਕਾਲੀ ਬੁਲਾ ਤੇ ਸਕਦਾ ਨਾ, ਕਮ ਸੇ ਕਮ ਕਿਹਨੂੰ ਸਮਾਇਲ ਤੇ ਦੇ ਸਕਦਾ ਨਾ, ਕਿ ਕਿਤੇ ਕੋਈ ਖਰਚਾ ਤੇ ਨਹੀਂ ਨਾ ਉਹਦਾ ਆਪਣਾ। ਤੇ ਜੇ ਆਪਾਂ ਇੰਨਾ ਵੀ ਨਹੀਂ ਕਰ ਸਕਦੇ ਤੇ ਫਿਰ ਇਹ ਚੀਜ਼ ਦਾ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਹਾਂਜੀ ਨਿੱਜਾ ਸਾਹਿਬ, ਬਾਣੀ ਬੋਲੀਏ। ਹਾਂਜੀ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਕਹਿੰਦੇ ਭਾਈ ਦੇਖ ਲਾ, ਉੱਪਰ ਇਸ ਤੋਂ ਪਹਿਲਾਂ ਦੱਸਿਆ ਸੀ ਮਹਾਰਾਜ ਨੇ ਬਈ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖੇ ਹਰ ਹਰ ਧਿਆਇਆ। ਇੱਕ ਹੈਗਾ ਭਾਈ ਧਿਆਨ ਸਿਮਰਨ। ਉਸ ਤੋਂ ਇਲਾਵਾ ਹੁਣ ਗੱਲ ਕਰ ਰਹੇ ਮਹਾਰਾਜ ਬਈ ਉਹਨੂੰ ਛੱਡਤਾ ਨਾ ਤੂੰ ਤੇ ਜਿਹੜਾ ਮਰਜ਼ੀ ਕਰਮ ਕਰ ਲਾ। ਫਿਰ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਲਾ, ਸਿਰ ਠਾਂ ਤੇ ਲੱਤਾਂ ਉੱਤੋਂ ਦੀ, ਬਾਤ ਪਾਵਾਂ ਕੁੜਕ ਉੱਤੋਂ ਦੀ, ਜੋ ਮਰਜ਼ੀ ਕਰ ਲਾ। ਇਹਨੂੰ ਧਿਆਨ ਸਿਮਰਨ ਨੂੰ ਛੱਡ ਕੇ ਤੇ ਸਹਿਜ ਅਵਸਥਾ ਆ ਹੀ ਨਹੀਂ ਸਕਦੀ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਔਰ ਸਹਿਸਾ ਤੇਰਾ ਜਾਣਾ ਹੀ ਨਹੀਂ ਆ। ਇਹ ਤੇਰੇ ਅੰਦਰੋਂ ਜਿਹੜਾ ਪਾਸਟ ਫਿਊਚਰ ਜਿਹੜਾ ਹੈਗਾ, ਇਹ ਐਂਜ਼ਾਇਟੀ ਜਿਹੜੀ ਹੈਗੀ, ਡਿਪਰੈਸ਼ਨ ਜਿਹੜੇ ਹੈਗੇ, ਇਹ ਚੀਜ਼ਾਂ ਨੇ ਨਹੀਂ ਜਾਣਾ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਜਿਹੜਾ ਮਰਜੀ ਸੰਜਮ ਕਰ ਲਾ ਭਾਈ, ਜਿਹੜਾ ਮਰਜੀ ਕਿਤੈ। ਔਰ ਕਰਕੇ ਦੇਖ ਲਿਆ ਲੋਕਾਂ ਨੇ, ਕਰਮ ਕਮਾ ਕਰਕੇ ਦੇਖ ਲੈ, ਕਰਮ ਕਾਂਡ ਕਰਕੇ ਦੇਖ ਲੈ। ਇਹ ਮਨ ਨਹੀਂ ਕਿਤੇ ਵੀ, ਚੰਚਲ ਮਨ ਨਹੀਂ ਕਿਤੇ ਟਿਕਦਾ ਭਾਈ, ਨਹੀਂ, ਇਹ ਸਹਿਜ ਦੇ ਵਿੱਚ ਨਹੀਂ ਆਉਂਦਾ। ਔਰ ਸਹਿਜ ਅਵਸਥਾ ਨਹੀਂ ਆਉਂਦੀ ਤੇ ਸਹਿਸਾ ਹੈਗਾ, ਪਾਸਟ ਫਿਊਚਰ 'ਚ ਜਾ ਰਿਹਾ ਹੈ, ਵਿਚਾਰਾਂ ਦੇ ਵਿੱਚ ਹੈਗਾ। ਤੇ ਸਹਿਸੇ ਜਿਉ ਮਲੀਨ ਹੈ, ਕਿਤ ਸੰਜਮੇ ਧੋਤਾ ਜਾਏ। ਕਹਿੰਦੇ ਜਿਉ ਤਾਂ ਤੇਰਾ ਮਲੀਨ ਆ ਭਾਈ, ਮੈਲ ਤਾਂ ਚੜੀ ਹੋਈ ਆ, ਤੇ ਕਿਹੜਾ ਸੰਜਮ ਹੋਰ ਦੱਸਦੇ ਹੁਣ, ਕਿਹੜੇ ਸੰਜਮ ਨਾਲ ਧੋਤਾ ਜਾਊਗਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਸੰਜਮ ਤੋਂ ਬਿਨਾਂ ਜਿਹੜਾ ਤੇਰਾ ਸਹਿਸਾ ਹੈ, ਤੇਰਾ ਗਿਆਨ ਹੈ, ਤੇਰੀ ਚਿੰਤਾ, ਤੇਰੀ ਜਿਹੜੀ ਨਿਰਾਸ਼ਾ ਹੈ ਤੇਰੇ ਜੀਵਨ ਦੇ ਵਿੱਚ, ਇਹ ਦੂਰ ਨਹੀਂ ਹੋਣੀ। ਜਿੰਨਾ ਤੱਕ ਤੈਨੂੰ ਚੀਜ਼ ਨਹੀਂ ਪ੍ਰਾਪਤ, ਹੁਣ ਕਰਮਾਂ ਦੇ ਨਾਲ ਤੂੰ ਚੀਜ਼ ਪ੍ਰਾਪਤ ਕਰਨਾ ਚਾਹੁੰਦਾ। ਕਰਮ ਜਿਹੜੇ ਬਾਹਰੀ ਕਰਮ ਕਰਦਾ ਹੈ, ਇਹ ਜਿਹੜੇ ਕਰਮ, ਦੇਖੋ ਕਰਮ ਦਾ ਮਤਲਬ ਇਹ ਹੁੰਦਾ ਹੈ ਫੁੱਲ ਬੀਜਿਆ ਉਹਦੀ ਸੁਗੰਧ ਨਾਲ ਪੈਦਾ ਹੋ ਜਾਂਦੀ। ਹੁਣ ਆਪਾਂ ਕਣਕ ਬੀਜੀ ਤੇ ਉਹਦੀ ਤੂੜੀ ਨਾਲ ਹੀ ਪੈਦਾ ਹੋ ਗਈ। ਇਹ ਨਹੀਂ ਹੈ ਕਿ ਤੂੜੀ ਬੀਜਿਆ ਕਣਕ ਮਿਲਣੀ ਆਪਾਂ ਨੂੰ, ਮੇਜਰ ਸਾਹਿਬ। ਬਿਲਕੁਲ। ਹੁਣ ਇੱਥੇ ਆਪਾਂ ਨੂੰ ਬਾਣੀ ਇਹ ਸਮਝਾਉਂਦੀ ਆ, ਦੇਖੋ ਤੇ ਮੈਂ ਥੋੜੀ ਕੁਝ ਕਹਿ ਰਿਹਾ, ਬਾਣੀ ਤੇ ਕਹਿ ਰਹੀ ਆ ਕਰਮੀ ਸਹਿਜ ਨਾ ਉਪਜੇ। ਇਹ ਕਰਮਾਂ ਦੇ ਨਾਲ ਤੇਰੀ ਸਹਿਜ ਨਹੀਂ ਉਪਜਣੀ। ਕਹਿਣ ਤੋਂ ਭਾਵ ਕਿ ਕਣਕ, ਹੁਣ ਤੂੜੀ ਦੱਬੀ ਜਾਏਗਾ ਤੇ ਕਣਕ ਨਹੀਂ ਪੈਦਾ ਹੋਣੀ। ਤੂੰ ਤੇ ਰੋਂਗ ਕਰ ਰਿਹਾ। ਤੇ ਉਹ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਸਹਿਜ ਵਿਣ ਸਹਿਜ ਜੇ ਸਹਿਸਾ ਨਾ ਜਾਏ, ਜਿੰਨਾ ਚਿਰ ਤੱਕ ਨੂੰ ਸਹਿਜ ਸਮਾਧੀ ਨਹੀਂ ਮਿਲਦੀ, ਇਹ ਤੇਰਾ ਜਿਹੜਾ ਤੂੰ ਕੰਮ ਕਰਨੇ ਆ ਉਹ ਚੀਜ਼ ਹੋਣੀ ਨੀ। ਹਾਂਜੀ ਨਿੱਜਾ ਸਾਹਿਬ। ਬਿਲਕੁਲ, ਮਨ ਨੇ ਰੁਕਣਾ ਹੀ ਨਹੀਂ ਹੈਗਾ, ਵਿਚਾਰਾਂ ਨੇ ਜਾਣਾ ਹੀ ਨਹੀਂ ਹੈ, ਸਹਿਸਾ ਜਾਣਾ ਹੀ ਨਹੀਂ ਹੈ, ਆਪਣਾ ਸਹਿਮ ਜਾਣਾ ਹੀ ਨਹੀਂ ਹੈ। ਆਪਾਂ ਨੇ ਜਿਹੜਾ ਇਸੇ ਤਰੀਕੇ ਨਾਲ ਜਨਮ ਆਪਣਾ ਚਲੇ ਜਾਣਾ ਹੈ। ਹਾਂ ਬਿਲਕੁਲ ਸਹੀ। ਹਾਂਜੀ ਅਗਲੀ ਤੁਕ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਮਹਾਰਾਜ ਕਹਿੰਦੇ ਜਿਹੜਾ ਮਰਜੀ ਸੰਜਮ ਕਰ ਲਾ, ਜੇ ਮਰਜੀ ਕਰਮ ਕਮਾ ਲਾ। ਬਥੇਰੇ ਕਰਕੇ ਥੱਕ ਗਏ ਆ,
ਸਹਿਸੇ ਜਿਉ ਮਲੀਨ ਹੈ ਕਿਤ ਸੰਜਮੇ ਧੋਤਾ ਜਾਏ। ਕਹਿੰਦੇ ਫਿਰ ਸਹਿਸਾ ਹੈਗਾ ਤੇ ਤੇਰਾ ਜਿਉ ਮਲੀਨ ਹੈਗਾ ਉਹਦੇ ਨਾਲ। ਹੁਣ ਦੱਸ ਕਿਸ ਤਰੀਕੇ ਨਾਲ ਧੋਤਾ ਜਾਊਗਾ। ਹੁਣ ਮਹਾਰਾਜ ਅੱਗੇ ਸੋਲੂਸ਼ਨ ਦੇ ਰਿਹਾ ਭਾਈ, ਮਨ ਧੋਵੋ ਸ਼ਬਦੇ ਲਾਗੋ ਹਰ ਸਿਉ ਰਹੋ ਚਿੱਤ ਲਾਏ। ਲਾਓ ਦੱਸਤਾ ਉਹਨਾਂ ਨੇ ਉਸੇ ਵੇਲੇ, ਕਹਿੰਦੇ ਧਿਆਨ ਸਿਮਰਨ ਕਰ, ਮਨ ਨੂੰ ਧੋ, ਸ਼ਬਦ ਦੇ ਨਾਲ ਲੱਗ, ਸ਼ਬਦ ਨੇ ਮਨ ਨੂੰ ਧੋਣਾ ਹੈ, ਸ਼ਬਦ ਦੇ ਨਾਲ ਜੁੜ ਜਾ ਤੇ ਤਾਂ ਜਿਹੜਾ ਹੈਗਾ ਇਹ ਮਨ ਇਹ ਜਿਹੜਾ ਹੈਗਾ ਸਹਿਸਾ ਜਾ ਸਕਦਾ। ਕਹੇ ਨਾਨਕ, ਔਰ ਸ਼ਬਦ ਵੱਲ ਨੂੰ ਕਿਵੇਂ ਜਾਊਗਾ, ਗਿਆਨ ਚਾਹੀਦਾ ਉਹਦੇ ਵਾਸਤੇ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਕਹਿੰਦੇ ਸਹਿਸੇ ਨੇ, ਸਹਿਜ ਅਵਸਥਾ ਨੇ ਪੈਦਾ ਹੋਣਾ ਹੈ ਤੇਰੇ ਅੰਦਰੋਂ। ਜਿਵੇਂ ਸਹਿਜ ਅਵਸਥਾ ਆ ਗਈ ਤੇ ਸਹਿਸੇ ਨੇ ਚਲੇ ਜਾਣਾ ਹੈ। ਸਹਿਜ ਆ ਗਈ ਤੇ ਸਹਿਜ ਕਿਹਨੂੰ ਕਹਿੰਦੇ, ਸਹਿਜ ਕਹਿੰਦੇ ਸ਼ਾਂਤ ਆ ਬੰਦਾ, ਬਿਲਕੁਲ ਨਾ ਪਾਸ ਦੀ ਚਿੰਤਾ ਨਾ ਫਿਊਚਰ ਦੀ ਚਿੰਤਾ, ਪ੍ਰੈਜ਼ੈਂਟ ਦੇ ਵਿੱਚ ਸ਼ਾਂਤੀ ਦੇ ਵਿੱਚ ਹੈਗਾ। ਤੇ ਇਹ ਮਨ ਨੂੰ ਧੋਣ ਦੇ ਨਾਲ ਪੈਦਾ ਹੋਣੀ ਇਹ ਅਵਸਥਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਬਸ ਇਹੋ ਹੀ ਆ ਕਿ ਦੇਖ ਲਓ ਬਾਣੀ ਤੇ ਉਹ ਕਹਿੰਦੀ ਆ ਕਿ ਜਿਹੜਾ ਜੀਵ ਆ ਉਹ ਮਲੀਨ ਹੈ। ਹੁਣ ਜਿਹੜਾ ਮਲੀਨਤਾ ਵਾ, ਉਹ ਜਿਹੜੀ ਮਲੀਨਤਾ ਵਾ ਤੂੰ ਕੋਸ਼ਿਸ਼ ਕਰਦੇ ਆ, ਸੰਜਮ ਕਰਦਾ, ਇੰਦਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ। ਇਹਦਾ ਜਿਹੜਾ ਜੀਵ ਹੈ ਅੰਦਰ ਉਹ ਮਲੀਨ ਹੈ। ਮਨ ਹੁਣ ਤੂੰ ਹਨੇਰੇ ਦੇ ਬਾਰੇ, ਹਾਂ ਮਨ ਜਿਹੜਾ ਤੇਰਾ ਮਨ ਆ, ਹੁਣ ਦੇਖੋ ਕਹਿੰਦੇ ਕਿ ਤੂੰ ਹਨੇਰੇ ਦੀ ਚਿੰਤਾ ਨਾ ਕਰ, ਤੂੰ ਬਲਬ ਜਗਾ। ਤੂੰ ਕੀ ਕਰ ਰਿਹਾ ਹੈ, ਤੂੰ ਸੰਜਮ ਕਰ ਰਿਹਾ, ਤੂੰ ਹਨੇਰੇ ਨਾਲ ਲੜ ਰਿਹਾ ਹੈ। ਕਿਤੇ ਹਨੇਰੇ ਨੂੰ ਪਾਣੀ ਨਾਲ ਧੋਣਾ ਵਾ, ਕਿਤੇ ਤੌਲੀਆ ਚੁੱਕ ਲਿਆਉਣਾ, ਕਿਤੇ ਕੰਬਲ ਮਲੀ ਜਾਂਦਾ ਵਾ। ਇਹਨੇ ਹਨੇਰੇ ਨੇ ਦੂਰ ਨਹੀਂ ਹੋਣਾ, ਗਿਆਨ ਰੂਪੀ ਹਨੇਰੇ ਨੇ ਇਹਨੇ ਤੇ ਦੂਰ ਹੋਣਾ ਭਗਤੀ ਦੇ ਨਾਲ। ਜਦੋਂ ਤੇਰੀ ਸੁਰਤੀ ਆਤਮਾ ਤੱਤ ਚ ਇਕਾਗਰ ਹੋ ਗਈ ਤੇ ਆਟੋਮੈਟਿਕਲੀ ਤੇਰੇ ਅੰਦਰ ਜਿਹੜਾ ਜੀਵਨ ਦਾ ਅਗਿਆਨ ਰੂਪੀ ਹਨੇਰਾ ਇਹਨੇ ਦੂਰ ਹੋ ਜਾਣਾ। ਪਰ ਜਿਹੜਾ ਤਰੀਕਾ ਤੇਰਾ ਹੈ ਉਹ ਗਲਤ ਆ। ਜੇ ਤੇਰਾ ਤਰੀਕਾ ਸਹੀ ਹੋਵੇ ਤੇ ਤੇਰੇ ਜੀਵਨ ਚ ਪ੍ਰਕਾਸ਼ ਹੋ ਜਾਣਾ ਸੀ, ਤੇਰੇ ਜੀਵਨ ਚ ਇਨਕਲਾਬ ਹੋ ਜਾਣਾ ਸੀ। ਪਰ ਮੈਨੂੰ ਤਾਂ ਕਈ ਬਾਣੀ ਕਹਿੰਦੀ ਕੋਈ ਇਨਕਲਾਬ ਤੇਰੇ ਜੀਵਨ ਚ ਨਜ਼ਰ ਨਹੀਂ ਆਉਂਦਾ। ਤੂੰ ਉਸੇ ਤਰ੍ਹਾਂ ਹੀ ਬੈਠਾ ਹੈ। ਤੂੰ ਜਿੱਥੇ ਚੱਲਿਆ ਸਾਂ ਉੱਥੇ ਬੈਠਾ ਨਹੀਂ ਹੈ, ਤੂੰ ਹੋਰ ਪਿੱਛੇ ਚੱਲ ਗਿਆ ਸਗੋਂ। ਹਾਂਜੀ ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਪਿੱਛੇ ਜਾ ਸਕਦੇ ਹਾਂ ਆਪਾਂ, ਪਿੱਛੇ ਕਿਉਂਕਿ ਅੱਗੇ ਤਾਂ ਜਾ ਹੀ ਨਹੀਂ ਰਹੇ ਨਾ ਆਪਾਂ। ਹਾਂ ਤੇ ਉਹ ਨਿਜਰ ਸਾਹਿਬ ਇੱਕ ਕੁੜੀ ਦਾ ਮੈਨੂੰ ਫੋਨ ਆਇਆ, ਕਹਿੰਦੀ ਵੀਰ ਜੀ ਉਹ ਨਾ ਬੱਚਾ ਨਾ ਕਹਿਣਾ ਨਹੀਂ ਮੰਨਦਾ। ਮੈਂ ਅੱਛਾ, ਮੈਂ ਕਿੱਡਾ ਕੁ ਬੱਚਾ, ਪਾਣੀ 6-7 ਸਾਲ ਦਾ ਬੱਚਾ। ਤੇ ਮੈਂ ਤੁਹਾਡੀਆਂ ਰੋਟੀਆਂ ਜੇ ਤੁਸੀਂ ਗਲਤ ਪਕਾਓਗੇ ਤੇ ਕੌਣ ਜ਼ਿੰਮੇਵਾਰ ਹੈ? ਮੈਂ ਆਟੇ ਦਾ ਕਸੂਰ ਹੈ ਕਿ ਤੁਹਾਡਾ? ਜੀ ਕਸੂਰ ਤੇ ਮੇਰਾ ਜਿਹੜੀ ਪਕਾਉਣ ਦੀ ਹੈ। ਤੇ ਮੈਂ ਬੱਚਾ ਨਿੱਕਾ ਜਿਹਾ ਬੱਚਾ ਵਾ ਤੇ ਹੈ ਹੁਣ ਮੈਂ ਜੇ ਕਾਰ ਗਲਤ ਬਣਦੀ ਜਾਂ ਮੋਬਾਈਲ ਗਲਤ ਬਣ ਗਿਆ ਤੇ ਫੈਕਟਰੀ ਵਾਲੇ ਜ਼ਿੰਮੇਵਾਰ ਹੈ ਕਿ ਮੋਬਾਈਲ ਦੀ ਗਲਤੀ ਹੈ? ਹੁਣ ਛੋਟਾ ਜਿਹਾ ਬੱਚਾ 5 ਸਾਲ ਦਾ ਬੱਚਾ ਵਾ, ਜੇ ਉਹੀ ਤੁਹਾਡਾ ਕਹਿਣਾ ਮੰਨਣ ਦਿਆ ਤੇ ਕੌਣ ਜ਼ਿੰਮੇਵਾਰ ਹੈ? ਮੈਂ ਤੁਸੀਂ ਪੜਾਓਗੇ ਤੇ ਪੜੂਗਾ ਵਿਚਾਰਾ। ਮੈਂ ਜੇ ਤੁਸੀਂ ਆਪ ਸੀਰੀਅਲ ਵੇਖੀ ਜਾਣੇ ਆ ਤੇ ਉਹਨਾਂ ਕਿੱਥੋਂ ਪੜ੍ਹਨਾ? ਤੇ ਬੰਦਾ ਇਨਸਾਨ ਜੀ ਨਿੱਜਰ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦਾ। ਇਨਸਾਨ ਉਹ ਸੋਚਦਾ ਕਿ ਟਿਊਸ਼ਨ ਤੇ ਭੇਜਦਾ, ਟਿਊਸ਼ਨ ਵਾਲੇ ਪੜਾਉਣ, ਸਕੂਲ ਵਾਲੇ ਪੜਾਉਣ, ਪਰ ਜਦ ਤੱਕ ਮਾਂ ਬਾਪ ਨਹੀਂ 2-4 ਮਿੰਟ ਬਹਿੰਦੇ, 10 ਮਿੰਟ ਬਹਿੰਦੇ, ਬੱਚੇ ਨੇ ਨਹੀਂ ਪੜ੍ਹਨਾ। ਬਿਲਕੁਲ ਇਹ ਵੀ ਇੱਕ ਜ਼ਿੰਮੇਵਾਰੀ ਹੈ ਮਾਂ ਪਿਓ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਜੇ ਸੋਚਦਾ ਮਾਂ ਪਿਓ ਕਿ ਮੈਂ ਕੰਮ ਕਰੀ ਜਾਵਾਂ, ਕੰਮ ਵੀ ਹੁਣ ਮੈਂ ਵੀ ਇੱਥੇ ਬੈਠਾ, ਮੈਂ ਤੁਹਾਨੂੰ ਕਹਿਣ ਤੇ ਦਿਆਂ, ਪਰ ਮੈਂ ਆਪਣੇ ਘਰਦਿਆਂ ਨੂੰ ਵਾਰ-ਵਾਰ ਇਹੋ ਕਹੀ ਜਾਂਦਾ ਕਿ ਤੁਸੀਂ ਧਿਆਨ ਦਿਓ। ਮੰਮੀ ਆਪਣੇ ਨੂੰ ਕਹਿੰਦਾ ਵਾ, ਆਪਣੀ ਵਾਈਫ ਨੂੰ ਕਹਿੰਦਾ, ਉਹ ਟਿਊਸ਼ਨ ਵੀ ਪੜ੍ਹਦੇ ਆ, ਫਿਰ ਵੀ ਮੇਰੀ ਜੋਬ ਵੀ ਏਦਾਂ ਦੀ ਹੈ। ਕੋਸ਼ਿਸ਼ ਇਹੋ ਚੱਲਦੀ ਆ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਵੇ ਅੱਧਾ ਘੰਟਾ ਖੁਦ। ਥੋੜਾ ਬਹੁਤਾ ਧਿਆਨ ਤੇ ਹੋਵੇ। ਸਾਡੇ ਬੱਚੇ ਪੜ੍ਹਦੇ ਕੀ ਆ, ਮੁੜ ਕੇ ਬੱਚੇ ਵੱਡੇ ਹੋ ਜਾਂਦੇ ਆ, ਫਿਰ ਉਹ ਸੁਣਦੇ ਨਹੀਂ ਸਾਡੀ। ਤੇ ਛੋਟੇ ਬੱਚੇ ਨੂੰ ਆਪਾਂ ਜੋ ਮਰਜ਼ੀ ਸਿਖਾ ਸਕਦੇ ਹਾਂ। ਉਹ ਜਿਹੜਾ ਉਹਦੇ ਦਿਮਾਗ 'ਚ ਪੈ ਗਿਆ ਕਿ ਮੰਮੀ ਕੋਈ 1 ਘੰਟਾ ਪੜ੍ਹਨਾ ਵਾ, ਤੇ ਮੁੜ ਕੇ ਵੱਡਾ ਵੀ ਹੋ ਗਿਆ ਤੇ ਉਹਨੇ ਪੜ੍ਹਨਾ ਹੀ ਪੜ੍ਹਨਾ ਤੁਹਾਡੇ ਕੋਲ ਘੰਟਾ। ਉਹ ਕਿਤੇ ਦਿਮਾਗ 'ਚ ਬਹਿ ਗਿਆ ਵਾ ਕਿ ਮੰਮੀ ਕੋਲ ਪੜ੍ਹਨਾ। ਹੁਣ ਤੁਸੀਂ 15-16 ਸਾਲ ਦੇ ਬੱਚੇ ਦੀ ਜਿਹਦੀ ਆਦਤ ਖਰਾਬ ਹੋ ਗਈ ਹੈ, ਜਿਹੜਾ ਉੱਠਦਾ 12 ਵਜੇ ਆ, ਜਿਹੜਾ ਰਾਤ ਨੂੰ ਗੇਮਾਂ ਖੇਡੀ ਜਾਂਦਾ ਵਾ, ਉਹਨੂੰ ਸਿਖਾਓਗੇ ਮੇਰੇ ਕੋਲ ਪੜ੍ਹੋ, ਸੁਣਦਾ ਤੁਹਾਡੀ ਮੁੜ ਕੇ? ਕਿਉਂਕਿ ਉਹਨੇ ਕਹਿਣਾ ਕਿ ਮੇਰੇ 15 ਸਾਲ ਤੇ ਮੈਂ ਓਦਾਂ ਹੀ ਲਗਾਏ ਆ, ਉਦੋਂ ਤੇ ਮੈਨੂੰ ਕੁਛ ਕਿਹਾ ਨਹੀਂ ਤੁਸੀਂ, ਹੁਣ ਮੈਨੂੰ ਛੱਡਣੀ ਕਹਿੰਦੇ ਜੋ 1 ਘੰਟਾ ਮੇਰੇ ਤੋਂ ਪੜ੍ਹੋ, ਮੈਂ ਤੁਹਾਡੀ ਸੁਣਨਾ ਨਹੀਂ ਸੁਣਨੀ ਉਹਨੇ ਤੁਹਾਡੀ। ਇਸ ਕਰਕੇ ਜਿਹਨਾਂ ਦੇ ਛੋਟੇ ਬੱਚੇ ਆ ਉਹਨੂੰ ਛੋਟੇ ਤੋਂ ਹੀ ਉਹਨੂੰ ਸਾਂਭੋ, ਕਿਉਂਕਿ ਜਦੋਂ ਉਹ ਵੱਡਾ ਹੋ ਗਿਆ ਨਾ ਫਿਰ ਨਹੀਂ ਉਹਨੇ ਤੁਹਾਡੀ ਸੁਣਨੀ, ਉਹਨੇ ਤਾਂ ਬਗਾਵਤ ਕਰ ਦੇਣੀ ਹੈ। ਔਰ ਸੱਚ ਵੀ ਉਹਦੀ ਗੱਲ ਕਿ 15-16 ਸਾਲ ਤੁਸੀਂ ਵੇਖਿਆ ਨਹੀਂ, ਹੁਣ ਤੁਸੀਂ ਛੱਡਣੀ ਕਹਿੰਦੇ ਕਿ ਮੇਰਾ ਪੁੱਤ ਜਿਹੜਾ ਸਰਵਣ ਪੁੱਤ ਬਣ ਜੇ।
ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਤੁਸੀਂ ਚਾਹੁੰਦੇ ਬਦਲਾਅ ਕਰਨਾ ਉਹ ਇੱਕਦਮ ਬਦਲ ਜਾਣ, ਉਹ ਨਹੀਂ ਬਦਲਣੀਆਂ। ਇਹ ਛੋਟੇ ਹੁੰਦੇ ਬੱਚੇ ਨੂੰ ਜਿਹੜਾ ਸਮਾਂ ਲੰਘ ਗਿਆ, ਹੁਣ ਜਿਹੜਾ ਆਉਣ ਵਾਲਾ ਸਮਾਂ ਨੂੰ ਸਾਂਭੋ, ਕਿਉਂਕਿ ਇਹ ਬੜਾ ਜ਼ਰੂਰੀ ਹੈ। ਇਹ ਜਿਹੜਾ ਆਪਾਂ ਪਰਵਰਿਸ਼ ਕਰਨੀ ਹੈ ਬੜੀ ਜ਼ਰੂਰੀ ਹੈ। ਛੋਟੇ ਪੌਦੇ ਦੀ ਪਰਵਰਿਸ਼ ਜਿਹੜੀ ਸਹੀ ਤਰੀਕੇ ਨਾਲ ਕੀਤੀ ਜਾਵੇ ਨਾ, ਉਹੀ ਇੰਪੋਰਟੈਂਟ ਹੁੰਦੀ। ਹਾਂਜੀ ਨਜਰ ਸਾਹਿਬ ਅੱਗੇ ਬੋਲੀਏ। ਅੱਜ ਇੰਨਾ ਹੀ ਸੀ। ਠੀਕ ਹੈ ਜੀ, ਬਸ ਇੰਨੀਆਂ ਗੱਲਾਂ ਨੇ ਸਾਧ ਸੰਗਤ ਜੀ। ਗੱਲਾਂ ਕੁਝ ਹੁੰਦੀਆਂ ਨੇ, ਗੱਲਾਂ ਤੇ ਬਾਣੀ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਸਿਖਾਉਂਦੀ ਆ, ਬਾਣੀ ਤੇ ਕਹਿੰਦੀ ਬਿਲਕੁਲ ਤੇ ਆਪਾਂ ਜ਼ਿੰਮੇਵਾਰੀ ਨਿਭਾਈਏ। ਤੇ ਬਾਣੀ ਇਹ ਕਹਿੰਦੀ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਜਦੋਂ ਇਹ ਲੈਣ ਆਪਾਂ ਮਨ ਚ ਰੱਖਦੇ ਹਾਂ ਫਿਰ, ਔਰ ਇਹ ਨਹੀਂ ਗੱਲ ਹੈਗੀ, ਇਹ ਬਿਲਕੁਲ ਸੱਚ ਹੈ। ਤੁਸੀਂ ਇਹ ਨਾ ਸੋਚੋ ਕਿ ਹਮ ਨਹੀਂ ਚੰਗੇ ਤੇ ਮਤਲਬ ਕਿ ਅਸੀਂ ਚੰਗੇ ਬਣੇ। ਉਹ ਜਦੋਂ ਤੁਸੀਂ ਸਾਧਨਾ ਕੀਤੀ ਨਾ ਤੇ ਫਿਰ ਤੁਸੀਂ ਕੋਈ ਬੁਰਾ ਬੰਦਾ ਲੱਭ ਕੇ ਦੱਸ ਦਿਓ ਮੈਨੂੰ, ਮੁਸ਼ਕਿਲ ਹੈ, ਤੁਹਾਨੂੰ ਮਿਲਣਾ ਹੀ ਨਹੀਂ, ਬਹੁਤ ਮੁਸ਼ਕਿਲ ਹੈ। ਤੁਸੀਂ ਖੁਦ ਚੰਗੇ ਹੋ ਗਏ ਨਾ, ਅਗਲੇ ਦੇ ਔਗਣ ਵੇਖ ਕੇ ਵੀ ਤੁਹਾਨੂੰ ਚੰਗੇ ਨਹੀਂ ਕਹਿਣਾ ਕਿ ਇਹਨੂੰ ਵਿਚਾਰੇ ਨੂੰ ਕੀ ਪਤਾ ਇਹਦੇ ਪ੍ਰਮਾਤਮਾ ਨੇ ਦੀ ਇਹਦੀ ਮੱਤ ਮਾਰਦੀ ਹੈ, ਵੇਖ ਕੇ ਦੀ ਅਕਲ ਤੇ ਪੜਦਾ ਪੈ ਗਿਆ, ਵਿਚਾਰੇ ਨੂੰ ਪਤਾ ਨਹੀਂ ਲੱਗਣ ਦੇ। ਜਿੱਥੇ ਹੁਣ ਆਪਾਂ ਨੂੰ ਗੁੱਸਾ ਆਉਂਦਾ ਨਾ ਉੱਥੇ ਆਪਾਂ ਨੂੰ ਤਰਸ ਆਊਗਾ ਲੋਕਾਂ ਨੂੰ। ਕੋਸ਼ਿਸ਼ ਕਰਿਆ ਕਰੋ ਇਹਨਾਂ ਗੱਲਾਂ ਦਾ ਵਿਚਾਰ ਜਿਹੜਾ ਕੀਤਾ ਉਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰੋ। ਗੱਲਾਂ ਸੁਣ ਕੇ ਕਿਤੇ ਕੰਨੋਂ ਕੱਢ ਦਿਓ ਉਹਦਾ ਤਾਂ ਫਾਇਦਾ ਕੋਈ ਨਹੀਂ, ਉਹਦਾ ਕੋਈ ਫਾਇਦਾ ਨਹੀਂ। ਉਹ ਤੇ ਮੀਂਹ ਪਿਆ, ਕੜਾਕੇ ਦਾ ਮੀਂਹ ਪਿਆ, ਉਹ ਜਦੋਂ ਮੀਂਹ ਪਿਆ ਤੇ ਉਹ ਬਸ ਹੋ ਜੀ, ਉਹ ਨਾਲੀਆਂ ਥਣੀ ਵਹਿ ਗਿਆ ਤੇ ਉਹ ਚਲ ਗਿਆ ਛੱਪੜ 'ਚ ਚਲ ਗਿਆ ਤੇ ਜਾਂ ਉਹ 'ਚ ਚਲ ਗਿਆ ਆਪਣਾ ਗੰਦੇ ਨਾਲੇ। ਉਹਦੇ 'ਚ 2-4 ਗਾਗਰਾਂ 'ਚ ਭਰ ਰੱਖ ਲੈਂਦੇ ਆ ਤੇ ਉਹ ਆਪਣੇ ਕੰਮ ਆਉਂਦੀਆਂ। ਇਸੇ ਤਰ੍ਹਾਂ ਜਦੋਂ ਆਪਾਂ ਕਥਾ ਕਰਦੇ ਹਾਂ, ਗੱਲਾਂ ਕਰਦੇ ਹਾਂ, ਉਹ ਗੱਲਾਂ ਨੂੰ ਜੀਵਨ 'ਚ ਇੰਪਲੀਮੈਂਟ ਕਰੋ ਆਪਣੇ, ਕਿਉਂਕਿ ਜਿੰਨਾ ਚਿਰ ਤੱਕ ਉਹ ਗਿਆਨ ਨੂੰ ਆਪਾਂ ਵਰਤਦੇ ਨਹੀਂ ਨਾ, ਆਪਣੇ ਜੀਵਨ 'ਚ ਉਚਾਈ ਨਹੀਂ ਆਉਣੀ। ਔਰ ਆਪਣੇ ਧਰਮ ਦੇ ਵਿੱਚ ਸਭ ਤੋਂ ਵੱਡੀ ਇੱਕ ਕਮਜ਼ੋਰੀ ਹੈ, ਆਪਾਂ ਗੱਲਾਂ ਪੜ੍ਹਦੇ ਬਹੁਤ ਹਾਂ, ਸੁਣਦੇ ਵੀ ਬਹੁਤ ਹਾਂ। ਦੁਨੀਆ ਭਰ ਦੇ ਚੈਨਲ ਹੋਣੇ ਆਪਣੇ ਪੰਜਾਬੀਆਂ ਦੇ, ਦਿਨ ਰਾਤ ਜਣਾ ਖਾਣਾ ਤੇ ਬਾਬਾ ਬਣ ਕੇ ਬੈਠਾ, ਉਹ ਕਹਿੰਦਾ ਮੈਨੂੰ ਸੁਣੋ, ਉਹ ਕਹਿੰਦਾ ਮੈਨੂੰ ਸੁਣੋ, ਸਾਰੇ ਤੇ ਸੁਣਾਉਣ ਦੇ ਚੱਕਰਾਂ 'ਚ ਪਏ ਆ। ਹੁਣ ਪ੍ਰੋਬਲਮ ਤੇ ਇਹ ਹੈ ਕਿ ਸੁਣਾਉਣ ਵਾਲੇ ਸਾਰੇ ਨੇ, ਸੁਣਨ ਵਾਲਾ ਕੋਈ ਨਹੀਂ ਹੈਗਾ ਆਪਣੇ ਜੀ ਸਾਹਿਬ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਗੱਲ ਸੁਣਨ ਦੇ ਨਾਲ ਬਣਨੀ ਹੈ, ਗੱਲ ਸੁਣਨ ਦੇ ਨਾਲ ਜਿਹੜਾ ਸੁਣੂਗਾ ਉਹ ਨਹੀਂ ਚੇਂਜ ਕਰ ਲੈਣਾ ਆਪਣੇ ਆਪ ਨੂੰ। ਤੇ ਬਾਣੀ ਨੂੰ ਤਾਂ ਕਿਹਾ ਵੀ ਸੁਣ ਮੰਨੇ ਦੀ ਗੱਤ ਕਹੀ ਨਾ ਜਾਏ, ਉਹ ਦੂਜਾ ਵੀ ਸੁਣੇ ਦੀ ਬੜੀ ਤਾਰੀਫ ਕੀਤੀ, ਜਿਹੜਾ ਸੁਣਦਾ ਬਿਲਕੁਲ, ਜਿਹੜਾ ਮੰਨਦਾ। ਬਾਣੀ ਚ ਕਿਹਾ ਖਾਸ ਕਰਕੇ ਸੁਣੂਗਾ ਜਿਹੜਾ ਨੂੰ ਉਹਦੀ ਗੱਤ ਤੇ, ਹਾਂ ਉਹ ਬੜੀਆਂ ਅੱਛੀਆਂ ਗੱਲਾਂ। ਹਾਂਜੀ ਜੀ ਸਾਹਿਬ, ਮੈਂ ਕਿਹਾ ਵੀ ਜਿਹੜਾ ਸੁਣੂਗਾ ਉਹੀ ਤਾਂ ਮੰਨੇਗਾ। ਮੰਨਣ ਦੀ ਅਵਸਥਾ ਤਾਂ ਸੁਣਨ ਦੇ ਬਾਅਦ ਹੀ ਆਉਣੀ ਹੈ ਗੁਰਕੀ ਸਾਹਿਬ। ਪਰ ਮਨ ਤੇ ਕਹਿੰਦਾ ਕਿ ਮੈਨੂੰ ਪਤਾ ਹੀ ਬੜਾ ਸੀ। ਬਿਲਕੁਲ। ਔਰ ਤੇ ਉਹ ਇਹਲੋ ਡੀਐਮ ਨੂੰ ਵੀ ਪਤਾ ਸੀ, ਉਹ ਡੀਐਮ ਕਿੱਥੇ ਬੈਠਾ ਹੁਣ, ਆਈਐਸ ਅਫਸਰ, ਵੱਡਾ ਅਫਸਰ ਇੰਡੀਆ ਦੇ। ਮੈਂ 200-300 ਬੰਦਿਆਂ ਦੇ ਵਿੱਚ ਨਾਮ ਉਹਦਾ। ਇੰਨੀ ਕੁਆਲੀਫਿਕੇਸ਼ਨ, ਇੰਨੀ ਜਾਣਕਾਰੀ ਵੇਖ ਲਓ ਉਸ ਬੰਦੇ ਨੇ। ਇਸ ਲਈ ਕਹਿੰਦੇ ਕਿ ਵੇਲੇ ਕੁਛ ਡੂਮ ਨਹੀਂ, ਪਤਾ ਨਹੀਂ ਏਦਾਂ ਦੀ ਗੱਲ ਹੈਗੀ ਆ। ਬੰਦਾ 100 ਕੋਹ ਤੇ ਚੱਲ ਜਾਂਦਾ। ਬਿਲਕੁਲ 100 ਕੋਹ ਤੇ। ਇੱਕ ਮਾੜੀ ਜੀ ਸਾਡੀ ਜੀਵਨ ਦੀ ਗਲਤੀ, ਇਸੇ ਲਈ ਜੀਵਨ 'ਚ ਫੈਸਲਾ ਕਰਨਾ ਹੈ, ਬੁੱਧੀ ਤੋਂ ਕਰਨਾ ਹੈ, ਬੁੱਧੀ ਦਾ ਇਸਤੇਮਾਲ ਕਰਨਾ ਹੈ। ਬੁੱਧੀ ਤੋਂ ਵਰਤੋਂ, ਬੁੱਧੀ ਰੱਬ ਨੇ ਸਾਨੂੰ ਦਿੱਤੀ ਹੈ, ਇੰਟੈਲੈਕਚੁਅਲ ਹਰ ਇੱਕ ਬੰਦੇ ਨੂੰ, ਜਾਨਵਰ ਨੂੰ ਵੀ ਦਿੱਤੀ ਹੈ। ਉਹਨੂੰ ਪਤਾ ਖੂਹ 'ਚ ਮੈਂ ਛਾਲ ਨਹੀਂ ਮਾਰਨਾ, ਸਾਡੇ ਤੋਂ ਜ਼ਿਆਦਾ ਸਿਆਣਾ। ਪਰ ਅਸੀਂ ਜੇ ਖੂਹ 'ਚ ਖੁਦ ਛਾਲ ਮਾਰ ਦਿੰਦੇ ਹਾਂ ਤੇ ਮੁੜ ਕੇ ਕਹਿੰਦੇ ਸਾਡੀ ਤਕਦੀਰ ਦੀ ਗਲਤੀ ਹੈ, ਫਲਾਨੀ ਗਲਤੀ ਤੋਂ ਉਹਦੀ ਗਲਤੀ ਹੈ, ਮੈਨੂੰ ਤੂੰ ਇੰਝ ਕਰਤਾ ਤੇ ਮੈਨੂੰ ਇੰਝ ਕਰ। ਉਹ ਤੇ ਫਿਰ ਉਹ ਕਮਜ਼ੋਰ ਬੰਦਿਆਂ ਦਾ ਕੰਮ ਹੈਗਾ, ਜਿਹੜੇ ਬੰਦੇ ਦੂਜੇ ਤੇ ਇਲਜ਼ਾਮ ਲਾਉਂਦੇ ਨੇ ਤੇ ਮਰਦ ਦੇ ਬੱਚੇ ਤੇ ਖੁਦ ਜ਼ਿੰਮੇਵਾਰੀ ਚੁੱਕਦੇ ਨੇ, ਔਰ ਗਾਂ ਤੋਂ ਉਸ ਚੀਜ਼ ਨੂੰ ਰਿਪੀਟ ਨਹੀਂ ਕਰਦੇ। ਅੱਜ ਦੀ ਵਿਚਾਰ ਫਿਰ ਨਿਜਰ ਸਾਹਿਬ। ਠੀਕ ਹੈ ਜੀ, ਬਹੁਤ ਵਧੀਆ। ਹਾਂਜੀ, ਬਹੁਤ ਵਧੀਆ। ਇੱਥੇ ਸਮਾਪਤ ਕਰਦੇ ਹਾਂ। ਓਕੇ। ਇੱਕੋ ਮਾਤਾ ਜੀ ਦੀ ਅਰਦਾਸ ਕਰਨੀ ਹੈ, ਕਹਿੰਦੇ ਉਹਨਾਂ ਨੂੰ ਇੱਕ ਕਰੋਨਾ ਵਾਰੀ, ਕਰੋਨਾ ਦੀ ਅਰਦਾਸ ਕਰ ਦਿਓ ਜੀ। ਹਾਂਜੀ, ਜ਼ਰੂਰ ਕਰਾਂਗੇ।